ਸਤਿ ਸ਼੍ਰੀ ਅਕਾਲ। ਮਨਸਪਾਲ ਜਾਲੀ ਹਮੇਸ਼ਾ ਦੀ ਤਰ੍ਹਾਂ ਸਵਾਗਤ ਡਾਕਟਰ ਸ਼ੋ ਦੇ ਨਾਲ ਡਾਕਟਰ ਰਾਜ ਬੈਂਸ ਐਵਰੀ ਟਿਊਜ਼ਡੇ 11 ਤੋਂ 12 ਵਜੇ। ਅੱਜ ਮੇਰਾ ਤੁਸੀਂ ਨਾ ਮੈਨੂੰ ਹਮੇਸ਼ਾ ਕਹਿੰਦੇ ਹੋ ਤੁਹਾਨੂੰ ਮੇਰੇ ਚਿਹਰੇ ਤੋਂ ਪਤਾ ਲੱਗ ਜਾਣਾ ਡਾਕਟਰ ਜੀ ਇਜ਼ ਸਿਟਿੰਗ ਲਾਈਵ ਵਿਦ ਮੀ, ਲਾਈਵ ਇਨ ਦ ਸੈਂਸ ਕਿ ਲਾਈਵ ਸ਼ੋ ਹੋ ਰਿਹਾ ਹੈ ਅਤੇ ਕਿੰਨੀ ਦਫਾ ਨਹੀਂ ਆਉਂਦੇ ਕਿਉਂਕਿ ਕੋਈ ਕਮਿਟਮੈਂਟ ਵਗੈਰਾ ਹੁੰਦੀ ਹੈ। ਅਤੇ ਜਦੋਂ ਡਾਕਟਰ ਜੀ ਉੱਥੇ ਕੋਲ ਆ ਕੇ ਬੈਠ ਕੇ ਜ਼ਰਾ ਉਹਦੀ ਐਕਸਾਈਟਮੈਂਟ ਹੀ ਕੁਛ ਹੋਰ ਹੋ ਜਾਂਦੀ ਹੈ, ਸਭ ਦੀ ਡਿਫਰੈਂਟ। ਆਮ ਸ਼ੋਰ ਤੁਸੀਂ ਵੀ ਜਦੋਂ ਡਾਕਟਰ ਦਾ ਨਵਾਂ ਪ੍ਰੋਗਰਾਮ ਦੇਖਦੇ ਹੋ, ਨਵੀਆਂ ਗੱਲਾਂ ਬਾਤਾਂ ਹੁੰਦੀਆਂ, ਤੁਸੀਂ ਇੰਜੋਏ ਕਰਦੇ ਹੋ। ਅਤੇ ਮੈਂ ਟਾਈਮ ਜ਼ਾਹਿਰ ਨਹੀਂ ਕਰਦਾ, ਡਾਕਟਰ ਜੀ ਨੂੰ ਸਵਾਗਤ ਕਰਕੇ ਅਸੀਂ ਸ਼ੋਅ ਅੱਗੇ ਲੈ ਕੇ ਜਾਂਦੇ ਹਾਂ। ਡਾਕਟਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰ ਜੀ ਡਾਕਟਰਾਂ ਦਾ ਜਿਹੜੀ ਲੋਕਾਂ ਨੂੰ ਜਿਹੜੀ ਤਾਂ ਖੁਸ਼ੀ ਹੁੰਦੀ ਹੋਗੀ, ਮੈਨੂੰ ਬੜੀ ਖੁਸ਼ੀ ਹੋ ਜਾਂਦੀ ਹੈ ਤੁਹਾਡੇ ਨਾਲ ਬੈਠ ਕੇ, ਕਿਉਂਕਿ ਬੜਾ ਕੁਝ ਸਿੱਖਣ ਨੂੰ ਮਿਲਦਾ ਹੈ, ਕੁਝ ਸਮਝ ਨੂੰ ਮਿਲਦਾ ਹੈ। ਅਗਰ ਤੁਸੀਂ ਉਹਦੀ ਗੱਲ ਦੀ ਚਰਚਾ ਨਹੀਂ ਕਰਦੇ ਨਾ, ਦਿਮਾਗ 'ਚ ਤੁਹਾਨੂੰ ਪਤਾ ਹੁੰਦਾ ਲੇਕਿਨ ਤੁਸੀਂ ਗੌਰ ਨਹੀਂ ਕਰਦੇ। ਹਾਂਜੀ ਹਾਂਜੀ, ਹੋ ਜਾਂਦਾ ਹੈ ਅਤੇ ਮੈਨੂੰ ਵੀ ਉਨੀ ਖੁਸ਼ੀ ਹੁੰਦੀ ਭਾਜੀ ਆ ਕੇ ਇੱਥੇ ਤੁਹਾਨੂੰ ਮਿਲ ਕੇ। ਭਾਜੀ ਤੁਹਾਨੂੰ ਤਾਂ ਦੁਆ ਮਿਲਦੀਆਂ ਨੇ ਨਾ, ਤੁਹਾਡੀ ਲੋਕੀ ਲੰਬੀ ਉਮਰ ਦੀ ਸਿਹਤ ਦੀ ਦੁਆ ਕਰਦੇ ਨੇ। ਦੇਖੋ ਤੁਸੀਂ ਹਾਂਜੀ, ਦਰਸ਼ਕ ਬਹੁਤ ਹੀ ਜ਼ਿਆਦਾ ਜੁੜੀ ਜਾਂਦੇ ਭਾਜੀ, ਅਤੇ ਹਰ ਰੋਜ਼ ਕਾਲ ਆਉਂਦੇ ਨਵੇਂ ਦਰਸ਼ਕਾਂ ਦੇ ਵੀ ਅਸੀਂ ਪਹਿਲੀ ਵਾਰੀ ਦੇਖਿਆ ਪ੍ਰੋਗਰਾਮ ਅਤੇ ਹੁਣ ਅਸੀਂ ਜ਼ਰੂਰ ਦੇਖਿਆ ਕਰਾਂਗੇ। ਸੋ ਸਾਰੇ ਦਰਸ਼ਕਾਂ ਦਾ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਜਿਹੜੇ ਹਮੇਸ਼ਾ ਦੇਖਦੇ ਪ੍ਰੋਗਰਾਮ ਅਤੇ ਹੋਰਨਾਂ ਨੂੰ ਵੀ ਦੱਸਦੇ ਪ੍ਰੋਗਰਾਮ ਬਾਰੇ। ਅਤੇ ਇੱਕ ਮੈਂ ਮਾफ़ੀ ਵੀ ਮੰਗਦਾ ਕਿਉਂਕਿ ਕਾਲ ਬਹੁਤ ਜ਼ਿਆਦਾ ਹੀ ਆਉਂਦੇ ਸਵੇਰ ਨੂੰ, ਅਤੇ 1 ਘੰਟੇ ਵਿੱਚ ਕਈ ਵਾਰੀ 40-50 ਕਾਲ ਆ ਜਾਂਦੇ ਆ ਅਤੇ ਅਸੀਂ ਸਾਰਿਆਂ ਦਾ ਜਵਾਬ ਨਹੀਂ ਦੇ ਸਕਦੇ। ਡਾਕਟਰ ਜੀ ਨੇ ਖੁਦ ਵੀ ਕਹਿ ਦਿੱਤਾ, ਮੈਂ ਵੀ ਕਹਿ ਦਿੰਦਾ, ਬਿਕੋਜ਼ ਅਸੀਂ ਰੋਜ਼ ਗੱਲਬਾਤ ਕਰੀ ਦੀ ਆ। ਆਈ ਕੈਨ ਅੰਡਰਸਟੈਂਡ ਇੰਨੇ ਐਕਸੈਸਿਵ ਕਾਲ ਹੁੰਦੇ ਨਾ, ਇਟ ਇਜ਼ ਨਾਟ ਪੋਸੀਬਲ ਫॉर ਐਨੀ ਹਿਊਮਨ ਬੀਇੰਗ ਤੇ ਇੰਨੇ ਕਾਲ ਆਨਸਰ ਕਰਨੇ। ਇਹ ਤੇ ਟੈਕਨੋਲੋਜੀ ਵੀ ਨਹੀਂ ਹੈਗੀ ਕਿ ਇੰਨੇ ਕਾਲ ਇਕੱਠੇ ਹੋ ਜਾਂਦੇ ਨੇ। ਫਿਰ ਇੱਥੋਂ ਪਤਾ ਲੱਗਦਾ ਕਿ ਕਿੰਨੀ ਦੁਨੀਆ ਬਿਮਾਰ ਹੈਗੀ ਹੈ, ਕਿੰਨੀ ਦੁਨੀਆ ਡੈਸਪਰੇਟ ਹੈਗੀ ਹੈ ਫॉर ਨੀਡ ਆਫ ਹੈਲਪ। ਹਮੇਸ਼ਾ ਕੋਸ਼ਿਸ਼ ਕਰੋ, ਜਿਹੜੇ ਡਾਕਟਰ ਨੇ ਤੁਹਾਨੂੰ ਟਾਈਮ ਦੱਸਿਆ 10 ਤੋਂ 11 ਵਜੇ ਮੰਡੇ ਵੈਨਸਡੇ ਫਰਾਈਡੇ ਸਪੈਸ਼ਲ ਨੰਬਰ ਹੈਗਾ, ਉਸ ਟਾਈਮ 'ਚ ਕਾਲ ਕਰਿਆ ਕਰੋ। ਓਬਵੀਅਸਲੀ 1 ਘੰਟੇ ਦਾ ਹੁੰਦਾ, ਖੋਲ੍ਹਦੇ ਨੇ ਲਾਈਨ ਅਤੇ ਤੁਹਾਨੂੰ ਪਤਾ 100 ਦੀ ਤਾਦਾਦ ਦੇ ਵਿੱਚ ਲੋਕ ਕਾਲ ਕਰਦੇ ਨੇ ਔਰ ਬੜੀ ਦਫਾ ਨਹੀਂ ਲੱਗਦਾ ਹੋਗਾ, ਅਤੇ ਉਹਦੇ ਅਸੀਂ ਤੁਹਾਡੀ ਮਾਫੀ ਚਾਹਾਂਗੇ। ਬਟ ਦਿਸ ਇਜ਼ ਸਮਥਿੰਗ ਯੂ ਗੋਟ ਟੂ ਕੀਪ ਟਰਾਈਂਗ। ਅਤੇ ਤੁਸੀਂ ਹਮੇਸ਼ਾ ਸਾਡੇ ਹੈੱਡ ਆਫਿਸ ਕੋਲ ਰਿੰਗ ਕਰਕੇ ਉਹਨਾਂ ਕੋਲ ਨੰਬਰ ਲੈ ਲਓ। ਟਾਈਮਿੰਗ ਮੈਂ ਤੁਹਾਨੂੰ ਦੱਸ ਦਿੱਤਾ, ਮੰਡੇ ਵੈਨਸਡੇ ਫਰਾਈਡੇ ਬਿਟਵੀਨ 10 and 11। ਸੋ ਪਲੀਜ਼ ਇਹ ਥੋੜ੍ਹੀ ਚੀਜ਼ ਹੋ ਗਈ, ਇਹਨੂੰ ਤੁਸੀਂ ਗੌਰ ਕਰੋ। ਇੱਕ ਸਿਸਟਮ ਫਾਰਮ ਕੀਤਾ ਗਿਆ ਅਤੇ ਉਹਦੇ ਸਿਸਟਮ ਦੇ ਵਿੱਚ ਚੱਲਾਂਗੇ ਅਤੇ ਅੱਛਾ ਡਾਕਟਰ ਜੀ ਸਰਵਿਸ ਦੇ ਸਕਦੇ ਆ। ਡਾਕਟਰ ਜੀ ਬਿਫੋਰ ਆਪਾਂ ਅੱਜ ਦਾ ਕੋਈ ਵੀ ਮੁੱਦੇ ਦੀ ਆਪਾਂ ਕਈ ਦਫਾ ਪਤਾ ਨਹੀਂ ਡਾਕਟਰ ਜੀ ਨੇ ਕਾਹਦੀ ਗੱਲ ਕਰਨੀ ਹੈ, ਅਤੇ 1-2 ਕੁਐਸਚਨ ਹੁੰਦੇ ਨੇ ਜੋ ਲੋਕ ਮੈਨੂੰ ਕਿਤੇ ਬਾਹਰ ਮਿਲਦੇ ਨੇ, ਗੱਲਬਾਤ ਕਰ ਲੈਂਦੇ ਨੇ। ਡਾਕਟਰ ਜੀ ਜਿਹੜੀ ਲੱਤਾਂ ਦੀ ਲੋਕਾਂ ਨੂੰ ਬੜੀ ਬਿਮਾਰੀ ਹੈਗੀ ਹੈ, 2-3 ਰੀਜ਼ਨ ਹੁੰਦੀ ਹੈ। ਇੱਕ ਤਾਂ ਲੋਕਾਂ ਦੀ ਲੱਤਾਂ ਭਾਰੀਆਂ ਰਹਿੰਦੀਆਂ, ਵੰਦੇ ਭਾਰੀਆਂ, ਆਈ ਡੋਨਟ ਨੋ ਵਾਟ ਦੈਟ ਮੀਨ। ਇੱਕ ਲੋਕਾਂ ਦੇ ਜਦੋਂ ਸਪੈਸ਼ਲੀ ਸੌਂਦੇ ਨੇ ਨਾ ਅਤੇ ਪੈਰ ਪਹਿਲਾਂ ਨੀਡਲ ਸ਼ੁਰੂ ਹੋ ਜਾਂਦੇ ਨੇ, ਅਤੇ ਕਈਆਂ ਦੇ ਬਹੁਤ ਪੇਨ ਹੁੰਦੀ ਹੈ, ਸਾਰਾ ਦਿਨ ਹੀ ਪੇਨ ਹੁੰਦੀ ਹੈ। ਹਾਂਜੀ ਹਾਂਜੀ, ਸੋ ਜਿੱਦਾਂ ਤੁਸੀਂ ਕਹਿੰਦੇ ਕਈ ਰੀਜ਼ਨ ਹੋ ਸਕਦੇ ਆ, ਅਤੇ ਕਈ ਬੀਬੀਆਂ ਕਹਿੰਦੀਆਂ ਵੀ ਸਾਡੀਆਂ ਲੱਤਾਂ ਭਾਰੀਆਂ ਲੱਗਦੀਆਂ। ਹਾਂਜੀ ਦੈਟਸ ਰਾਈਟ। ਸੋ ਇਹਦੀ ਵਜ੍ਹਾ ਇਹ ਹੁੰਦੀ ਭਾਜੀ ਵੀ ਉਹਨਾਂ ਦਾ ਜਾਂ ਤਾਂ ਉਹ ਬਹੁਤ ਚਿਰ ਬੈਠੇ ਰਹਿੰਦੇ ਆ ਦਿਨ ਵਿੱਚ, ਹਾਂਜੀ ਕਈ ਘੰਟੇ ਇੱਕ ਥਾਂ ਬੈਠੇ ਰਹਿੰਦੇ ਆ, ਅਤੇ ਉਹਨਾਂ ਦੀ ਫਿਰ ਸਰਕੂਲੇਸ਼ਨ ਨਹੀਂ ਹੁੰਦੀ। ਹਾਂਜੀ, ਅਤੇ ਖੂਨ ਜਿਹੜਾ ਉਹ ਜ਼ਰੂਰੀ ਹੈ ਸਰਕੂਲੇਟ ਹੋਣਾ, ਤੁਹਾਨੂੰ ਪਤਾ ਸਰੀਰ ਵਿੱਚ। ਅਤੇ ਉਹ ਜਦੋਂ ਤੁਸੀਂ ਇੱਕ ਥਾਂ ਬੈਠੇ ਰਹਿੰਦੇ ਆ ਅਤੇ ਨਾੜਾਂ ਦੇ ਉੱਤੇ ਪ੍ਰੈਸ਼ਰ ਪੈਂਦਾ ਹੈ ਅਤੇ ਪੂਰੀ ਸਰਕੂਲੇਸ਼ਨ ਨਹੀਂ ਹੁੰਦੀ ਹੈਗੀ, ਅਤੇ ਉਹ ਇੱਦਾਂ ਫਿਰ ਥੋੜ੍ਹਾ ਜਿਹਾ ਪਾਣੀ ਰੁਕਣ ਲੱਗ ਪੈਂਦਾ ਹੈ ਲੱਤਾਂ ਦੇ ਵਿੱਚ। ਹਾਂਜੀ, ਜਦੋਂ ਤੱਕ ਸਰਕੂਲੇਸ਼ਨ ਪੂਰੀ ਚੱਲਦੀ ਰਹਿੰਦੀ ਆ ਅਤੇ ਉਹ ਸਰਕੂਲੇਟ ਹੁੰਦਾ ਰਹਿੰਦਾ ਅਤੇ ਰੁਕਦਾ ਨਹੀਂ। ਜਦੋਂ ਸਰਕੂਲੇਸ਼ਨ ਘੱਟ ਜਾਂਦੀ ਆ ਅਤੇ ਉਹ ਫਿਰ ਜਿਹੜੀਆਂ ਨਾੜੀਆਂ ਆ ਖੂਨ ਦੀਆਂ ਉਹ ਥੋੜ੍ਹੀਆਂ ਫੁੱਲ ਜਾਂਦੀਆਂ ਆ, ਜਦੋਂ ਫੁੱਲਣ ਦੇ ਨਾਲ ਉਹ ਫਿਰ ਥੋੜ੍ਹਾ ਜਿਹਾ ਪਾਣੀ ਲੀਕ ਹੋ ਕੇ ਉੱਥੇ ਰੁਕਣ ਲੱਗ ਪੈਂਦਾ ਹੈ। ਹਾਂਜੀ, ਉਹਦੇ ਨਾਲ ਫਿਰ ਇੱਦਾਂ ਥੋੜ੍ਹਾ ਜਿਹਾ ਫੀਲਿੰਗ ਆਉਂਦਾ ਵੀ ਲੱਤਾਂ ਭਾਰੀਆਂ ਲੱਗਦੀਆਂ। ਪਰ ਡਾਕਟਰ ਜੀ ਇਹ ਬੜੀ ਕਮਾਲ ਦੀ ਗੱਲ ਤੁਸੀਂ, ਕਿਉਂਕਿ ਮੈਂ ਕੋਈ ਕੇਸ ਹੋ ਚੁੱਕਾ, ਥੋੜ੍ਹੇ ਸਾਲ ਹੋ ਗਏ ਨੇ, ਅਤੇ ਉਹਨਾਂ ਨੂੰ ਵੀ ਨਾ ਪਾਣੀ ਉਹਨਾਂ ਦੇ ਲੱਤਾਂ 'ਚ ਬੜਾ ਰੁਕਿਆ ਰਹਿੰਦਾ ਸੀਗਾ। ਇਵੈਂਚੁਅਲੀ ਉਹ ਖਰਾਬ ਹੋ ਕੇ ਫਿਰ ਉਹਨਾਂ ਦੇ ਬਾਹਾਂ 'ਚ ਵੀ ਰੁਕਣਾ ਸ਼ੁਰੂ ਹੋ ਗਿਆ। ਇਹ ਪਾਣੀ ਉੱਥੇ ਤੱਕ ਜਾ ਕੇ ਕਿੱਦਾਂ ਰੁਕ ਜਾਂਦਾ? ਹਾਊ ਕਮ ਦੈਟ ਹੈਪਨਸ? ਹਾਂਜੀ, ਜਿੱਦਾਂ ਆਪਾਂ ਪਹਿਲਾਂ ਦੱਸਿਆ ਨਾ ਪ੍ਰੋਗਰਾਮ 'ਚ, ਇਹ ਹਾਰਟ ਜਿਹੜਾ ਇੱਕ ਪੰਪ ਆ। ਹਾਂਜੀ, ਜਿਹੜੇ ਬਲੱਡ ਵੈਸਲਸ ਸਾਰੇ ਉਹ ਇੱਕ ਜਿੱਦਾਂ ਸੈਂਟਰਲ ਹੀਟਿੰਗ ਦਾ ਸਿਸਟਮ ਹੁੰਦਾ ਹੈ, ਇੱਦਾਂ ਉਹ ਪੰਪ ਦੇ ਨਾਲ ਚੱਲਦਾ ਹੈ। ਹਾਂਜੀ, ਅਤੇ ਉਹ ਇੱਦਾਂ ਵੀ ਜਿਹੜੇ ਲੱਤਾਂ ਵਿੱਚ ਐਕਸਟ੍ਰੈਮਿਟੀਜ਼ ਹਾਰਟ ਤੋਂ ਦੂਰ ਆ ਜਿਹੜੇ ਬਲੱਡ ਵੈਸਲਸ, ਅਤੇ ਉੱਥੇ ਫਿਰ ਸਰਕੂਲੇਸ਼ਨ ਘੱਟ ਹੀ ਹੁੰਦੀ ਤਕਰੀਬਨ। ਰਾਈਟ, ਅਤੇ ਜੇ ਤੁਸੀਂ ਹਿਲਦੇ ਜੁਲਦੇ ਨਹੀਂ ਹੈਗੇ, ਜਦੋਂ ਤੁਸੀਂ ਹਿਲਦੇ ਜੁਲਦੇ ਆ ਤਾਂ ਉਹ ਮਸਲਸ ਜਿਹੜੇ ਆ ਉਹ ਉੱਤੇ ਪ੍ਰੈਸ਼ਰ ਪਾ ਕੇ ਨਾੜੀਆਂ ਦੇ ਉਹ ਸਰਕੂਲੇਸ਼ਨ ਦੀ ਹੈਲਪ ਕਰਦੇ ਆ। ਜਦੋਂ ਤੁਸੀਂ ਇੱਕੋ ਥਾਂ ਬੈਠੇ ਰਹਿੰਦੇ ਆ ਅਤੇ ਤੁਹਾਡੇ ਮਸਲ ਕੰਮ ਨਹੀਂ ਕਰਦੇ ਹੈਗੇ, ਉਹ ਕੋਈ ਪ੍ਰੈਸ਼ਰ ਨਹੀਂ ਪੈਂਦਾ ਖੂਨ ਦੀਆਂ ਨਾੜੀਆਂ 'ਤੇ, ਉਹ ਫਿਰ ਸਰਕੂਲੇਸ਼ਨ ਘੱਟ ਹੀ ਜਾਂਦੀ ਆ। टीवी देखा करो, जरूर देखा करो, पर सारा दिन नहीं, क्योंकि कई लोगों को आदत है डॉक्टर जी सारा दिन बैठ के कोई ना कोई प्रोग्राम सवा सीरियल होंगे वो वॉच करते हैं कई कई घंटे बैठे, क्योंकि उधर दिमाग लगा रहता ना
ਤੇ ਉਹਨਾਂ ਨੂੰ ਇਹ ਨਹੀਂ ਪਤਾ ਕਿ ਅੱਧੀ ਸਵੇਰ ਜਾਂਦੀ ਦੁਪਹਿਰ ਉਹਨਾਂ ਨੇ ਹਾਂਜੀ, ਜਾਂ ਸ਼ਾਮ ਉਹ ਟੀਵੀ ਬੈਠੇ ਗੁਜ਼ਾਰਦੇ ਦੈਟਸ ਰਾਈਟ। ਤੁਹਾਨੂੰ ਪਤਾ ਸੀਰੀਅਲ ਤੱਕ ਦੇ ਮੁੱਕਦੇ ਹੀ ਨਹੀਂ ਗਏ ਹਨਾ, ਇੱਕ ਖਤਮ ਹੁੰਦਾ ਇੱਕ ਹੋਰ ਸ਼ੁਰੂ ਹੋ ਜਾਂਦਾ ਉਹ ਦੇਖਿਆ ਕਰੋ ਜਦੋਂ ਹੁਣ ਸ਼ੋਅ ਹੋ ਰਿਹਾ, ਏਦਾਂ ਦੇ ਸ਼ੋਅ ਦੇਖਿਆ ਕਰੋ ਜਿਹਦੇ 'ਚ ਕੋਈ ਫਾਇਦਾ ਵੀ ਹੁੰਦਾ। ਹਾਂਜੀ, that's ਉਹ ਤੇ ਡਰਾਮਾਟਾਈਜ਼ ਹੁੰਦੇ ਨੇ, ਐਗਜ਼ੈਕਟਰੇਟ ਕਰਕੇ ਦਿਖਾਉਂਦੇ ਨੇ ਸਟੋਰੀਆਂ ਵਗੈਰਾ, ਅਸੀਂ ਉੱਥੇ ਜ਼ਿਆਦਾ ਜੁੜ ਜਾਂਦੇ ਆ। ਡਾਕਟਰ ਜੀ ਇਹ ਬੜੀ ਵੱਡੀ ਗੱਲ ਹੈਗੀ ਹੈ, ਜਿਸ ਇਨਸਾਨ ਨੂੰ ਕੋਈ ਆਦਤ ਪੈ ਜਾਏ ਨਾ ਬੈਠਣ ਦੀ, ਉਹ ਬੜਾ ਮੁਸ਼ਕਿਲ ਹੁੰਦਾ ਕਿ ਉਹਨੂੰ ਤੁਰਨਾ, ਕਿ ਉਹਨੂੰ ਲੱਗਦਾ ਕਿ ਬੜਾ ਵੱਡਾ ਪਹਾੜ ਮੈਂ ਪੱਟ ਰਿਹਾ, ਮੈਂ ਕਿੱਦਾਂ ਤੁਰਾਂਗਾ। ਹਾਂਜੀ ਹਾਂਜੀ, ਸਾਡੇ ਕਿਉਂਕਿ ਆਦਤ ਨਹੀਂ ਪਾਈ। ਬਜ਼ੁਰਗ ਏਦਾਂ ਕਹਿੰਦੇ ਹੁੰਦੇ ਜਿਹੜਾ ਬਹਿ ਗਿਆ ਉਹ ਰਹਿ ਗਿਆ ਹਨਾ, ਬੜੀ ਸੱਚੀ ਗੱਲ ਹੈ, ਜਿਹੜਾ ਬਹਿ ਗਿਆ ਉਹ ਰਹਿ ਗਿਆ। ਦੈਟਸ ਰਾਈਟ। ਤੇ ਤੁਹਾਡੇ ਅੰਦਰ ਜੋੜ ਵੀ ਜੁੜ ਜਾਂਦੇ ਆ ਬੈਠਿਆਂ ਦੇ। ਤੇ ਹੁਣ ਕਿੰਨੀਆਂ ਲੋਕਾਂ ਨਾਲ ਇਦਾਂ ਹੋਇਆ ਪਈ, ਉਹ ਜਦੋਂ ਲੋਕਡਾਊਨ ਵਿੱਚ ਬੈਠੇ ਰਹੇ ਆ, ਬਾਹਰ ਨਹੀਂ ਨਿਕਲੇ ਡਰਦੇ, ਤੇ ਉਹਨਾਂ ਦੇ ਜੋੜ ਵੀ ਦੁਖਣ ਲੱਗ ਪਏ ਆ, ਸਟਿਫਨੈਸ ਹੋ ਗਈ ਜੋੜਾਂ ਦੇ ਵਿੱਚ। ਸੋ ਇਦਾਂ ਜ਼ਰੂਰੀ ਆ ਵੀ ਤੁਸੀਂ ਜੇ ਬਾਹਰ ਵੀ ਨਹੀਂ ਜਾਣਾ ਤਾਂ ਅੰਦਰ ਵੀ ਥੋੜੀ ਜਿਹੀ ਐਕਸਰਸਾਈਜ਼ ਜ਼ਰੂਰ ਕਰੋ। ਹਾਂਜੀ, ਜੇ ਹੋਰ ਕੁਝ ਨਹੀਂ ਕਰਨਾ, ਪੌੜੀਆਂ ਚੜ੍ਹ ਜਾਓ 2-4 ਵਾਰੀ। ਹਾਂਜੀ, ਪੌੜੀਆਂ ਉੱਤੇ ਸਟੇਅਰਸ ਉੱਤੇ ਨੂੰ ਚੜ੍ਹੋ, ਥੱਲੇ ਨੂੰ ਆ ਜਾਓ, ਐਟਲੀਸਟ ਤੁਹਾਡੇ ਜੁਆਇੰਟਸ ਜਿਹੜੇ ਉਹ ਸਟਿਫ ਨਾ ਹੋਣਗੇ। ਤੁਸੀਂ ਜਿਹਨੇ ਵੀ ਘਰ ਬੈਠੇ ਹੋ, ਆਮ ਸ਼ੋਰ ਪਲੀਜ਼ ਮੇਰੀ ਬੁਰਾ ਨਾ ਮੰਨਿਓ, ਪਰ ਜਿਹੜੀ ਹਕੀਕਤ ਗੱਲ ਪਤਾ ਲੱਗਦਾ ਮੈਂ ਉਹ ਗੱਲ ਕਰਦਾ। ਤੁਸੀਂ ਪ੍ਰੋਗਰਾਮ ਬੈਠੇ ਦੇਖਦੇ ਹੋ, ਤੁਹਾਨੂੰ ਪਤਾ ਜਿਹੜੇ ਸਬਜੈਕਟ ਤੇ ਅਸੀਂ ਗੱਲ ਕਰਦੇ ਹੋ ਤੁਹਾਨੂੰ ਉਹਦੀ ਪ੍ਰੋਬਲਮ ਹੈਗੀ ਆ, ਔਰ ਡਾਕਟਰ ਨੇ ਉਹਦਾ ਇਲਾਜ ਵੀ ਦੱਸਿਆ, ਕਿਉਂਕਿ ਲੱਤਾਂ ਚੱਲਦੀਆਂ ਨਹੀਂ ਬਹੁਤੀਆਂ, ਤੁਸੀਂ ਬੈਠੇ ਰਹਿੰਦੇ ਹੋ, ਤੁਸੀਂ ਸੁਣ ਲਿੱਤਾ ਸਾਰਾ ਕੁਝ, ਕਰਨਾ ਕੁਝ ਨਹੀਂ ਹੈਗਾ। ਡਾਕਟਰ ਜੀ ਪੱਕੀ ਗੱਲ ਹੈ, ਪਤਾ ਕਿਉਂਕਿ ਬੜੀ ਹਿੰਮਤ ਚਾਹੀਦੀ ਹੈ ਨਾ। ਹਾਂ, ਹਿੰਮਤ ਵੀ ਚਾਹੀਦੀ ਹੈ, ਤੇ ਹਮੇਸ਼ਾ ਕਮਿਟਮੈਂਟ ਹੁੰਦੀ ਹੈ। ਹਿਊਮਨ ਨੇਚਰ ਆ ਵੀ ਸੌਖਾ ਤਰੀਕਾ ਲੱਭੀਏ ਸੌਖਾ ਲੱਭੀਏ। ਦੈਟਸ ਰਾਈਟ। ਤੇ ਇਦਾਂ ਵੀ ਚਲੋ ਜੀਪੀ ਤੋਂ ਕੋਈ ਗੋਲੀ ਲੈ ਆਉਂਦੇ ਆ, ਗੋਲੀ ਖਾ ਲੈਂਦੇ, ਪਰ ਆਪ ਐਕਸਰਸਾਈਜ਼ ਨਾ ਕਰਦੇ ਆ। ਹਾਂਜੀ, ਸੋ ਇਹ ਆਪਣੇ ਆਪ ਤੋਂ ਤੁਹਾਨੂੰ ਜ਼ਿੰਮੇਵਾਰੀ ਵੀ ਲੈਣੀ ਪੈਂਦੀ ਹੈ ਥੋੜੀ ਜਿਹੀ। ਇੱਕ ਬੜਾ ਅਸੀਂ ਬਹਾਨਾ ਮਾਰਦੇ ਆ ਕਿ ਡਾਕਟਰ ਜੀ ਕਹੀ ਜਾਂਦੇ ਕਿ ਤੁਰਨਾ ਚਾਹੀਦਾ, ਤੁਰਾ ਤੇ ਮੇਰੇ ਕੋਲ ਜਾਂਦਾ ਨਹੀਂ ਤੇ ਮੈਂ ਤੁਰਾ ਕਿੱਦਾਂ। ਪਰ ਜੇ ਡਾਕਟਰ ਜੀ ਤੇ ਤੁਸੀਂ 2 ਕਦਮ ਚੱਲਦੇ ਹੋ, ਫਿਰ 4 ਚੱਲੋਗੇ, ਫਿਰ 10 ਚੱਲੋਗੇ, ਤੇ ਤੁਹਾਨੂੰ ਐਫਰਟ ਕਰਨੀ ਚਾਹੀਦੀ ਹੈ। ਦੂਸਰੀ ਗੱਲ ਇੱਕ ਹੋਰ ਗਈ, ਜਦੋਂ ਤੁਸੀਂ ਉੱਠਦੇ ਹੋ ਨਾ, ਤੁਹਾਨੂੰ ਕੋਈ ਚੀਜ਼ ਚਾਹੀਦੀ ਹੈ, ਤੁਸੀਂ ਕਹਿੰਦੇ ਚੱਲ ਮੈਂ ਨਹੀਂ ਉੱਪਰ ਜਾਣਾ, ਪੌੜੀਆਂ ਚੱਲ ਕੇ ਜਾਣਾ, ਪਰ ਤੁਸੀਂ ਜਾਓ, ਜਾਨ ਬੁੱਝ ਕਰ ਜਾਓ, ਬਿਕਾਜ਼ ਉਹ ਇੱਕ ਤਰ੍ਹਾਂ ਦੀ ਐਕਸਰਸਾਈਜ਼ ਹੋ ਗਈ ਨਾ। ਬਿਲਕੁਲ ਬਿਲਕੁਲ, ਦੈਟਸ ਰਾਈਟ। ਐਕਸਰਸਾਈਜ਼ ਜ਼ਰੂਰੀ ਹੈ। ਜੇ ਸਾਰਾ ਦਿਨ ਬੈਠੇ ਰਹਿੰਦੇ ਆ ਤਾਂ ਫਿਰ ਤੁਹਾਡੇ ਕੋਈ ਨਾ ਕੋਈ ਹੈਲਥ ਪ੍ਰੋਬਲਮ ਸ਼ੁਰੂ ਹੋਣਾ ਹੀ ਹੈ। ਪਰ ਮੈਨੂੰ ਇਹ ਨਾ ਪੁੱਛੋ ਕਿ ਤੂੰ ਲੋਕਾਂ ਨੂੰ ਤਾਂ ਕਹਿ ਜਨਾ ਆਪ ਕਰਦਾ ਕਿ ਨਹੀਂ ਕਰਦਾ। ਨਹੀਂ, ਪਰ ਪਤਾ ਕੀ ਹੈ ਡਾਕਟਰ ਜੀ, ਇਹ ਪਤਾ ਕਿ ਮਾਰਨਾ ਪੈਂਦਾ, ਕਰਨਾ ਪੈਂਦਾ, ਇਹ ਕਰਨਾ ਪੈਂਦਾ। ਇਹਦੇ 'ਚ ਕੋਈ ਦਿਖਾਵਾ ਨਹੀਂ, ਕੁਝ ਨਹੀਂ ਹੈਗਾ ਕਿ ਮੇਰੇ 'ਚ ਹਿੰਮਤ ਹੈਗੀ। ਹਿੰਮਤ ਦੀ ਗੱਲ ਨਹੀਂ ਹੈ, ਹਿੰਮਤ ਕਰਨੀ ਪਏਗੀ। ਇਫ ਯੂ ਗੋਇੰ ਟੂ ਫੀਲ ਬੈਟਰ, ਤੁਹਾਨੂੰ ਆਪਣਾ ਜਿਸਮ ਦਾ ਹਰ ਪਾਰਟ ਚਲਾਉਣਾ ਪਏਗਾ। ਖਾਲੀ ਦਿਮਾਗ ਹੁੰਦਾ, ਕਹਿੰਦੇ ਉਹ ਦਿਮਾਗ, ਖਾਲੀ ਦਿਮਾਗ ਸ਼ੈਤਾਨ ਦਾ ਘਰ ਹੁੰਦਾ। ਯੂ ਨੋ, ਜਿਹੜੀ ਚੀਜ਼ ਤੁਹਾਡੀ ਨਹੀਂ ਚੱਲਦੀ, ਜਿਹੜੀ ਤੁਸੀਂ ਨਹੀਂ ਯੂਜ਼ ਕਰਦੇ, ਤੇ ਨੈਚੁਰਲੀ ਰੋਟ ਹੋ ਜਾਏਗੀ ਥੋੜੀ ਦੇਰ ਬਾਅਦ। ਕਈ ਲੋਕੀ ਪੇਨ ਕਿਲਰਸ ਤੇ ਡਿਪੈਂਡੈਂਟ ਬਹੁਤ ਹੋ ਜਾਂਦੇ ਆ, ਤੇ ਉਹ ਵੀ ਹੁਣ ਰਿਸਰਚ ਉਹਨੇ ਦੇਖਿਆ ਵੀ ਜਿਹੜੇ ਪੇਨ ਕਿਲਰਸ ਆ ਉਹ ਐਕਚੁਅਲੀ ਕੰਮ ਕਰਨ ਤੋਂ ਹਟ ਜਾਂਦੇ ਆ, ਪਰ ਤੁਸੀਂ ਜ਼ਿਆਦਾ ਤੇ ਜ਼ਿਆਦਾ ਖਾਈ ਜਾਂਦੇ ਆ। ਤੇ ਹੁਣ ਉਹਨੇ ਐਕਸਪੈਰੀਮੈਂਟ ਕੀਤੀ ਸੀ, ਉਹਨੇ ਬਿਲਕੁਲ ਉਹਨਾਂ ਨੇ ਪੇਨ ਕਿਲਰ ਹਟਾ ਦਿੱਤੇ ਤੇ ਉਹਨਾਂ ਨੂੰ ਐਕਸਰਸਾਈਜ਼ ਕਰਨ ਲਾਤਾ। ਤੇ ਉਹਨੇ ਫਿਰ ਦੇਖਿਆ ਕੁਝ ਹਫ਼ਤਿਆਂ ਬਾਅਦ ਵੀ ਐਕਸਰਸਾਈਜ਼ ਦੇ ਨਾਲ ਉਹ ਸਮਝ ਕੇ ਬੈਟਰ ਹੋ ਗਏ, ਪੇਨ ਕਿਲਰ ਉਹਨਾਂ ਦੀ ਲੋੜ ਨਹੀਂ ਪਈ। ਸੋ ਡਾਕਟਰ ਜੀ, ਮੈਂ ਸਮਨ ਅਪ ਕਰ ਰਹਾ ਹੂੰ, ਜਿਹੜੇ ਲੱਤਾਂ ਦੀ ਪ੍ਰੋਬਲਮ ਹੈ, ਭਾਰੀਆਂ ਹੋਣੀਆਂ ਜਾਂ ਪਿੰਨ ਦਾ ਨੀਡਲ ਹੋਣੀਆਂ ਜਾਂ ਪੇਨ ਹੋਣੀ ਦਿਨ ਰਾਤ, ਸੋ ਤੁਸੀਂ ਬੈਸਟ ਹੈਗਾ ਕਿ ਉਹਦੇ ਰੈਮੇਡੀ ਇਹ ਹੈਗੀ ਕਿ ਤੁਸੀਂ ਉਹਨੂੰ ਯੂਜ਼ ਕਰੋ, ਵਾਕ ਕਰੋ। ਹਾਂਜੀ, ਬੈਸਟ ਤਾਂ ਇਹੀ ਆ। ਤੇ ਜੇ ਤੁਹਾਡੇ ਨਹੀਂ ਕਰ ਹੁੰਦਾ ਜਾਂ ਨਹੀਂ ਇੰਪਰੂਵਮੈਂਟ ਹੁੰਦਾ ਹੈਗਾ, ਫਿਰ ਉਹ ਦਵਾਈਆਂ ਵੀ ਹੈਗੀਆਂ ਸਾਡੇ ਕੋਲ, ਸਪਲੀਮੈਂਟਸ ਵੀ ਹੈਗੇ ਆ ਜਿਹੜੇ ਹੈਗੇ, ਉਹ ਖੂਨ ਦੀਆਂ ਨਾੜੀਆਂ ਨੂੰ ਖੋਲ ਦਿੰਦੇ ਆ। ਕਿਉਂਕਿ ਕਈ ਵਾਰੀ ਸਿਰਫ ਇਹੀ ਨਹੀਂ ਹੁੰਦਾ ਵੀ ਤੁਹਾਡੀ ਐਕਸਰਸਾਈਜ਼, ਹੋਰ ਵੀ ਵਜ੍ਹਾ ਹੋ ਸਕਦੀ ਹੈ ਵੀ ਜਿਹੜੀ ਸਰਕੂਲੇਸ਼ਨ ਖਰਾਬ ਹੋ ਜਾਂਦੀ ਹੈ। ਦੈਟਸ ਰਾਈਟ। ਤੇ ਉੱਥੇ ਸਾਡੇ ਕੋਲ ਬਹੁਤ ਵਧੀਆ ਦਵਾਈਆਂ ਹੈਗੀਆਂ ਤੇ ਉਹ ਕੰਮ ਕਰਦੀਆਂ ਜੀ। ਪਰ ਡਾਕਟਰ ਜੀ ਫਿਰ ਕੋਈ ਆਦਤ ਨਾ ਹੋ ਜੇ ਕਿ ਹੁਣ ਦਵਾਈਆਂ ਹੈਗੀਆਂ ਤੇ ਮੈਂ ਚਲੋ ਤੁਰਨਾ ਛੱਡ ਦਿੰਦਾ, ਮੈਂ ਦਵਾਈਆਂ ਦੇ ਨਾਲ ਇਲਾਜ ਕਰ ਲਵਾਂ। ਕਿਉਂਕਿ ਤੁਰਨਾ ਤਾਂ ਚਾਹੇ ਬੇਸ਼ੱਕ ਤੁਸੀਂ ਦਵਾਈ ਖਾਣੇ, ਪਰ ਤੁਰਨਾ ਤਾਂ ਚਾਹੀਦਾ ਨਾ। ਤੁਰਨਾ ਤਾਂ ਜ਼ਰੂਰੀ ਹੈ। ਦੈਟਸ ਰਾਈਟ। ਹਾਂਜੀ, ਐਕਸਰਸਾਈਜ਼ ਜ਼ਰੂਰੀ ਹੈ। ਜੇ ਤੁਹਾਨੂੰ ਕੋਈ ਇੱਦਾਂ ਜ਼ਿਆਦਾ ਹੈਲਥ ਪ੍ਰੋਬਲਮ ਹੈ, ਤੁਸੀਂ ਨਹੀਂ ਵੀ ਤੁਰ ਸਕਦੇ, ਫਿਰ ਵੀ ਤੁਸੀਂ ਘਰ ਲੰਮੇ ਪੈ ਕੇ ਆਪਣੀ ਲੱਤਾਂ ਨੂੰ ਹਿਲਾ ਸਕਦੇ ਆ ਜਾਂ ਉੱਤੇ ਨੂੰ ਚੁੱਕ ਸਕਦੇ ਆ। ਹਾਂਜੀ, ਸੋ ਲੱਤਾਂ ਦੀ ਐਕਸਰਸਾਈਜ਼ ਫਿਰ ਵੀ ਕਰ ਸਕਦੇ ਹੋ ਤੁਸੀਂ। ਮੈਂ ਆਪਣੇ ਮੁੱਦੇ ਤੇ ਗੱਲ ਕਰਨ ਤੋਂ ਪਹਿਲਾਂ ਨੰਬਰ ਰਿਪੀਟ ਕਰ ਦਿੰਦਾ, 0121551101 ਤੇ ਕਾਲ ਕਰਕੇ ਪਲੀਜ਼, ਅਗਰ ਤੁਸੀਂ ਡਾਕਟਰ ਨੂੰ ਉਹਨਾਂ ਦੇ ਆਫਿਸ ਗੱਲ ਕਰਨੀ ਹੈ, ਉਹ ਤੁਸੀਂ ਮੰਡੇ, ਵੈਨਸਡੇ, ਫਰਾਈਡੇ ਕਰ ਸਕਦੇ ਹੋ। ਜਦੋਂ ਤੁਸੀਂ ਕਾਲ ਕਰਦੇ ਹੈਡ ਆਫਿਸ ਨੂੰ, ਤੁਹਾਨੂੰ ਦੱਸਣਾ ਪਏਗਾ ਕਿ ਅਸੀਂ ਲਾਈਵ ਸ਼ੋਅ ਦੇ ਵਿੱਚ ਡਾਕਟਰ ਜੀ ਨਾਲ ਹੁਣ ਗੱਲ ਕਰਨੀ ਹੈ। ਉੱਥੋਂ ਰਿਕੁਐਸਟ ਕਰੋ ਕਿ ਉਹਨਾਂ ਸਾਰਿਆਂ ਨੂੰ ਪਤਾ ਹੁੰਦਾ ਉਹਨਾਂ ਨੂੰ ਕਿ ਤੁਸੀਂ ਨੰਬਰ ਹੀ ਮੰਗਦੇ ਹੋ ਕਿ ਤੁਸੀਂ ਗੱਲ ਵੀ ਕਰਨੀ ਹੈ। ਸੋ ਪਲੀਜ਼ ਮੇਕ ਇਟ ਕਲੀਅਰ। ਬਾਈ ਆਲ ਮੀਨਸ ਤੁਸੀਂ ਕਾਲ ਕਰਕੇ ਡਾਕਟਰ ਜੀ ਨਾਲ ਸ਼ੋਅ 'ਚ ਗੱਲ ਕਰ ਸਕਦੇ ਹੋ। ਜੀ ਡਾਕਟਰ ਸਾਹਿਬ। ਹਾਂਜੀ, ਸੋ ਅੱਜ ਦਾ ਮੁੱਦਾ ਹੈਗਾ ਕਾਜ਼ਸ ਆਫ ਡਿਜ਼ੀਜ਼, ਬਿਮਾਰੀਆਂ ਦੀ ਵਜ੍ਹਾ। ਤੇ ਡਾਕਟਰ ਜੀ, ਬਿਫੋਰ ਤੁਸੀਂ ਸ਼ੁਰੂ ਕਰੋ, ਮੈਂ ਇੱਕਦਮ ਪਲੀਜ਼, ਸੌਰੀ ਮੈਂ ਇੰਟਰਪਟ ਨਹੀਂ ਕਰਦਾ, ਬਿਮਾਰੀ ਦੀ ਵਜ੍ਹਾ ਮੈਂ ਹੁਣ ਕਿਸ ਤਰ੍ਹਾਂ ਸਵਾਲ ਪਾਵਾਂ? ਇੱਕ ਲਫ਼ਜ਼ ਅਸੀਂ ਕਹਿੰਦੇ ਹਾਂ ਹਮੇਸ਼ਾ
ਜਦੋਂ ਬਿਮਾਰੀ ਹੁੰਦੀ ਹੈ ਅਸੀਂ ਰੱਬ ਨੂੰ ਬਲੇਮ ਕਰਦੇ ਹਾਂ ਹਮੇਸ਼ਾ। ਹੁਣ ਤੁਸੀਂ ਦੱਸੋ ਕਿ ਜਦੋਂ ਤੁਹਾਨੂੰ ਬਿਮਾਰੀ ਕਿਸੇ ਵੀ ਤਰ੍ਹਾਂ ਦੀ ਹੋਵੇ, ਮੈਜੋਰਿਟੀ ਟਾਈਪ ਦੀ, ਐਕਸੈਪਟ ਜਦੋਂ ਤੁਹਾਡਾ ਐਕਸੀਡੈਂਟ ਹੁੰਦਾ ਜਾਂ ਕੁਛ ਏਦਾਂ ਦੀ ਚੀਜ਼ ਅਨਨੋਨ ਚੀਜ਼ ਹੋ ਜਾਂਦੀ ਹੈ, ਉਹਦੇ ਚ ਰੱਬ ਦਾ ਤਾਂ ਕੋਈ ਹੱਥ ਨਹੀਂ ਹੈ। ਤਾਂ ਤੁਹਾਡਾ ਲਾਈਫ ਸਟਾਈਲ ਕਰਕੇ ਤੁਸੀਂ ਖੁਦ ਇਨਵਾਈਟ ਕੀਤੀ ਬਿਮਾਰੀ ਕਿ ਨਹੀਂ, ਐਮ ਆਈ ਰਾਈਟ? ਹਾਂਜੀ ਹਾਂਜੀ, ਜ਼ਿਆਦਾ ਪਰਸੈਂਟੇਜ ਇਹੀ ਆ ਲਾਈਫ ਸਟਾਈਲ ਤੇ ਆ। ਤੇ ਕਈ ਵਾਰੀ ਕੁਛ ਨਾ ਕੁਛ ਹੋ ਵੀ ਜਾਂਦਾ ਹੈ, ਤੁਹਾਡੀ ਲਾਈਫ ਵਿੱਚ ਕੋਈ ਨਾ ਕੋਈ ਦੁਰਘਟਨਾ ਹੋ ਜਾਂਦੀ ਆ ਜਿੱਥੇ ਤੁਹਾਡੇ ਮਨ ਤੇ ਬਹੁਤ ਪਰੇਸ਼ਾਨੀ ਹੁੰਦੀ ਆ। ਉਹ ਵੀ ਠੀਕ ਹੈ। ਹਾਂਜੀ, ਸੋ ਉਹ ਬੜੀ ਇੰਪੋਰਟੈਂਟ ਆ। ਇਨਫੈਕਟ ਹੋਮਿਓਪੈਥੀ ਵਿੱਚ ਉਹ ਸਭ ਤੋਂ ਜ਼ਿਆਦਾ ਇੰਪੋਰਟੈਂਟ ਕਾਜ਼ ਉਹ ਆ ਜੀ। ਤੇ ਬਾਕੀ ਹੈਗਾ ਭਈ ਤੁਹਾਡੇ ਕਈ ਕਰਮਾਂ ਦੇ ਚੱਕਰ ਵੀ ਹੁੰਦੇ ਆ, ਪਿਛਲੇ ਜਨਮਾਂ ਦੇ ਜਿਹੜੇ ਕਰਮ ਆ ਉਹ ਭੋਗਣੇ ਪੈਂਦੇ ਆ। ਹਾਂਜੀ, ਸੋ ਕਈ ਬਿਮਾਰੀਆਂ ਹੁੰਦੀਆਂ, ਅਸੀਂ ਦੇਖਿਆ ਵੀ ਦਵਾਈ ਜਿੰਨੀ ਮਰਜ਼ੀ ਦੇਈ ਜਾਓ, ਤੁਸੀਂ ਜਿੰਨਾ ਮਰਜ਼ੀ ਜ਼ੋਰ ਲਾਈ ਜਾਓ, ਉਹ ਬਿਮਾਰੀ ਨਹੀਂ ਠੀਕ ਹੁੰਦੀ ਹੈਗੀ। ਹਾਂਜੀ, ਤੁਹਾਨੂੰ ਤੁਸੀਂ ਸ਼ੋਰ ਹੁੰਦੇ ਪਏ ਆ ਦਵਾਈ ਬਿਲਕੁਲ ਫਿੱਟ ਹੁੰਦੀ ਆ ਤੇ ਇਹ ਕੰਮ ਕਰੇਗੀ, ਪਰ ਉਹ ਨਹੀਂ ਕੰਮ ਕਰਦੀ ਕਈ ਵਾਰੀ। ਤੇ ਉੱਥੇ ਸਾਨੂੰ ਪਤਾ ਲੱਗ ਜਾਂਦਾ ਵੀ ਇਹ ਹੈਗਾ ਕਰਮਾਂ ਦਾ ਚੱਕਰ ਆ ਤੇ ਇਹ ਦਵਾਈ ਨਾਲ ਨਹੀਂ ਹਟਣਾ ਇਸ ਵੇਲੇ। ਤੇ ਜਦੋਂ ਕਰਮ ਉਹਦਾ ਪੂਰਾ ਹੁੰਦਾ ਹੈ ਫਿਰ ਇਹ ਦਵਾਈ ਲੱਗਦੀ ਆ। ਹਾਂਜੀ, ਸੋ ਇਹ ਇੰਟਰਸਟਿੰਗ ਜਿਹੀ ਚੀਜ਼ ਹੈਗੀ ਆ, ਬੜੀ ਕੰਪਲਿਕੇਟਡ ਆ ਤੇ ਸਮਝਣੀ ਔਖੀ ਆ। ਇਹ ਕਾਜ਼ਸ ਆਫ ਡਿਜ਼ੀਜ਼ ਤੇ ਬੜਾ ਓਪਨ ਸਬਜੈਕਟ ਹੋ ਗਿਆ। ਹਾਂਜੀ ਬਿਲਕੁਲ, ਦੈਟਸ ਰਾਈਟ, ਬਿਕੋਜ਼ देयर ਮੈਨੀ ਕਾਜ਼ਸ ਆਫ ਡਿਜ਼ੀਜ਼। ਹਾਂਜੀ, ਇੱਕ ਤਾਂ ਕਾਜ਼ ਹੈ ਹੀ ਨਹੀਂਗਾ, ਬਹੁਤ ਹੀ ਜ਼ਿਆਦਾ ਡਿਫਰੈਂਟ ਕਾਜ਼ਸ ਹੈਗੇ ਆ। ਤੇ ਇਸ ਕਰਕੇ ਅਸੀਂ ਇੱਕ ਵੀਡੀਓ ਬਣਾਈ ਹੋਆ ਤੇ ਉਹ ਕਲਿੱਪ ਦਿਖਾਵਾਂਗੇ ਡਿਫਰੈਂਟ ਕਾਜ਼ਸ। ਪਹਿਲਾਂ ਜਨਰਲੀ ਦੱਸਾਂਗੇ, ਫਿਰ ਥੋੜ੍ਹਾ ਜਿਹਾ ਕੁਛ ਜੇ ਟਾਈਮ ਹੋਇਆ ਤਾਂ ਥੋੜ੍ਹਾ ਜਿਹਾ ਗਹਿਰਾਈ 'ਚ ਜਾਵਾਂਗੇ। ਡਾਕਟਰ ਜੀ, ਤੁਹਾਡੇ ਨਾਲ ਕਾਜ਼ਸ ਆਫ ਡਿਜ਼ੀਜ਼ ਬੜੀਆਂ ਤੁਸੀਂ ਹੈਗੇ ਨੇ, there must be some quite major ones ਜਿਹੜੀਆਂ ਆਮ ਕਾਮਨ ਹੈਗੀਆਂ ਨੇ। ਹਾਂਜੀ ਹਾਂਜੀ, ਸੋ ਆਮ ਹੈਗੀਆਂ ਕਿ ਜਿਹੜੀ ਜਿੱਦਾਂ ਆਪਾਂ ਦੱਸਿਆ ਨਹੀਂ, ਇਮੋਸ਼ਨਲ ਪ੍ਰੋਬਲਮਸ। ਹਾਂਜੀ ਦੈਟਸ ਰਾਈਟ, ਜਿੱਥੇ ਤੁਹਾਡੇ ਮਨ ਤੇ ਸੱਟ ਲੱਗਦੀ ਹੈ ਨਾ, ਉਹ ਬਹੁਤ ਜ਼ਿਆਦਾ ਕਾਮਨ ਆ ਤੇ ਬਹੁਤ ਜ਼ਿਆਦਾ ਇੰਪੋਰਟੈਂਟ ਆ। ਹੁਣ ਜੇ ਤੁਸੀਂ ਐਲੋਪੈਥੀ ਵਿੱਚ ਜਾਓ ਤੇ ਉੱਥੇ ਤੁਹਾਨੂੰ ਐਂਟੀ ਡਿਪਰੈਸੈਂਟਸ ਦਿੱਤੇ ਜਾਂਦੇ ਆ, ਜੇ ਸਰਟਰਲਿਨ ਹੋਈ, ਫਲੂਓਕਸੀਨ ਹੋਈ। ਹਾਂਜੀ ਦੈਟਸ ਰਾਈਟ, ਐਂਗਰ ਵਗੈਰਾ ਹੋਇਆ ਹੈ। ਹਾਂਜੀ ਈਗੋਇਜ਼ਮ। ਹਾਂਜੀ, ਸੋ ਇਹ ਦੇਖੋ ਜੀ, ਇਮੋਸ਼ਨਲ ਕਾਜ਼ਸ ਹੋਮਿਓਪੈਥੀ ਵਿੱਚ ਬਹੁਤ ਜ਼ਿਆਦਾ ਇੰਪੋਰਟੈਂਟ ਆ। ਤੇ ਜਿੱਥੇ ਵੀ ਇਮੋਸ਼ਨ ਹੁੰਦਾ ਆ ਉੱਥੇ ਅਲੱਗ-ਅਲੱਗ ਦਵਾਈ ਹੁੰਦੀ ਆ ਡਿਪੈਂਡਿੰਗ ਕਿ ਕੀ ਪ੍ਰੋਬਲਮ ਪਿਆ। ਸੋ ਜੇ ਆਪਾਂ ਪਹਿਲਾਂ ਐਂਗਰ ਦੇਖੀਏ ਨਾ, ਗੁੱਸਾ, ਤੇ ਗੁੱਸਾ ਕੀ ਹੁੰਦਾ ਹੈ, ਤੁਹਾਨੂੰ ਤੁਸੀਂ ਕਿਸੇ ਨੂੰ ਕਹਿੰਦੇ ਪਏ ਇੱਦਾਂ ਕਰਨਾ ਕੋਈ ਕੰਮ, ਉਹ ਨਹੀਂ ਕਰਦਾ, ਤੁਹਾਨੂੰ ਗੁੱਸਾ ਆਉਂਦਾ। ਹਾਂਜੀ, ਜਾਂ ਤੁਸੀਂ ਕਿਹਾ ਪਏ ਇਹ ਨਹੀਂ ਕਰਨਾ, ਉਹ ਕਰ ਦਿੰਦਾ ਆ। ਹਾਂਜੀ, ਤੁਹਾਨੂੰ ਗੁੱਸਾ ਆਉਂਦਾ ਹੈ। ਤੇ ਇਹ ਹੈਗਾ ਵੱਡਾ ਕਾਜ਼। ਤੇ ਹੁਣ ਰਿਐਕਸ਼ਨ ਕੀ ਹੁੰਦਾ, ਕਈ ਵਾਇਲੈਂਟ ਹੋ ਜਾਂਦੇ ਆ। ਹਾਂਜੀ, ਤੇ ਕਈ ਉਹਨੀ ਕੋਈ ਨਾ ਕੋਈ ਚੀਜ਼ ਭੰਨਣੀ ਆ ਜਾਂ ਗਾਲਾਂ ਕੱਢਣੀਆਂ ਜਾਂ ਕਿਸੇ ਦੇ ਮਾਰਨਾ, ਇਹ ਵਾਇਲੈਂਸ। ਹਾਂਜੀ, ਤੇ ਉਹਦੀ ਅਲੱਗ ਦਵਾਈ ਹੋਊਗੀ। ਠੀਕ ਹੈ, ਜਿਹਨੂੰ ਰੇਜ ਹੁੰਦੀ ਹੈ, ਬਹੁਤ ਜ਼ਿਆਦਾ ਗੁੱਸਾ ਆਉਂਦਾ ਹੈ। ਤੇ ਕਈ ਹੁੰਦੇ ਆ ਵੀ ਉਹਨਾਂ ਨੂੰ ਗੁੱਸਾ ਆਉਂਦਾ ਪਰ ਉਹ ਕਹਿੰਦੇ ਕੁਛ ਨਹੀਂ, ਅੰਦਰੇ ਘੁੱਟ ਲੈਂਦੇ ਆ। ਹਾਂਜੀ, ਉਹ ਸਪਰੈਸਡ ਐਂਗਰ ਹੋ ਗਿਆ, which is bad again। ਉਹ ਵੀ ਬੈਡ ਆ। ਹਾਂਜੀ, ਸਪਰੈਸ ਐਂਗਰ ਆ, ਕਿਉਂਕਿ ਉੱਥੇ ਫਿਰ ਤੁਹਾਡਾ ਕੋਈ ਨਾ ਕੋਈ ਮਾਈਗ੍ਰੇਨ ਦਾ ਪ੍ਰੋਬਲਮ ਸ਼ੁਰੂ ਹੋ ਸਕਦਾ ਹੈ। ਹਾਂਜੀ, ਤੇ ਜਾਂ ਤੁਹਾਡੇ ਕੋਈ ਬਰੀਦਿੰਗ ਦਾ ਪ੍ਰੋਬਲਮ ਸ਼ੁਰੂ ਹੋ ਸਕਦਾ ਹੈ। ਤੇ ਉੱਥੇ ਫਿਰ ਸਾਡੀ ਦਵਾਈ ਅਲੱਗ ਹੁੰਦੀ ਆ। ਰਾਈਟ, ਤੇ ਕਈ ਹੁੰਦੇ ਆ ਉਹ ਫਿਰ ਥੋੜ੍ਹੇ ਜਿਹੇ ਇਰੀਟੇਬਲ ਹੋ ਜਾਂਦੇ ਆ, ਉਹਨਾਂ ਦਾ ਸੁਭਾਅ ਬਣ ਜਾਂਦਾ ਆ, ਚਿੜਚਿੜਾ ਜਿਹਾ ਸੁਭਾਅ ਬਣ ਜਾਂਦਾ ਹਰ ਵੇਲੇ, ਤੇ ਉੱਥੇ ਫਿਰ ਦਵਾਈ ਅਲੱਗ ਹੋਣੀ ਆ। ਹਾਂਜੀ, ਸੋ ਇੱਦਾਂ ਹੋਮਿਓਪੈਥੀ ਵਿੱਚ ਅਲੱਗ-ਅਲੱਗ ਦਵਾਈਆਂ ਅਲੱਗ-ਅਲੱਗ ਸਿਚੁਏਸ਼ਨ ਲਈ ਬਹੁਤ ਫਾਈਨ ਟਿਊਨ ਕਰਨਾ ਪੈਂਦਾ ਸਾਨੂੰ। ਡਾਕਟਰ ਜੀ, ਈਗੋ ਦੇ ਵਿੱਚ ਤੁਸੀਂ ਇਮੋਸ਼ਨ ਵਿੱਚ ਬੜਾ ਅੱਛਾ ਤੁਸੀਂ ਦੱਸੇ ਨੇ ਸਬਜੈਕਟ, ਐਂਗਰ ਸੀਗਾ, ਈਗੋ ਸੀਗਾ, ਜਿਹੜਾ ਕਿ ਮੇਰੇ ਹਿਸਾਬ ਨਾਲ ਤੁਸੀਂ ਜੇ ਤੁਹਾਡਾ ਮਾਈਂਡ ਸਟਰੋਂਗ ਹੈ ਤੁਸੀਂ ਕੰਟਰੋਲ ਕਰ ਸਕਦੇ ਹੋ। ਜਿਹੜਾ ਹੁਣ ਆ ਜਾਂਦਾ ਗ੍ਰੀਫ ਦਾ, ਉਹ ਵੀ ਅਗੇਨ ਅਗਰ ਜੇ ਦੇਖਿਆ ਜਾਵੇ, ਜਿੱਦਾਂ ਮੈਂ ਕਿਹਾ ਐਂਗਰ ਤੇ ਤੁਸੀਂ ਉਹਦਾ ਈਗੋ ਮਾਈਂਡ ਕੰਟਰੋਲ ਕਰ ਸਕਦੇ ਹੋ, ਗ੍ਰੀਫ ਵੀ ਤਾਂ ਮਾਈਂਡ ਹੀ ਕੰਟਰੋਲ ਕਰੇਗਾ। ਹਾਂਜੀ, ਕਿਉਂਕਿ ਤੁਹਾਨੂੰ ਦਿਲ ਨੂੰ ਸਮਝਾਉਣਾ ਪਏਗਾ। ਅਗਰ ਤੁਹਾਨੂੰ ਗ੍ਰੀਫ ਕੋਈ ਲਾਸ ਹੋਇਆ, ਯੂ ਗੋਟ ਟੂ ਮੇਕ ਯੂਰਸੈਲਫ ਅੰਡਰਸਟੈਂਡ ਜਿਹੜਾ ਆਇਆ ਉਹਨੇ ਜਾਣਾ ਇੱਕ ਦਿਨ। ਕਿਉਂਕਿ ਅਸੀਂ ਕਈ ਦਫਾ ਨਹੀਂ ਬਿਲੀਵ ਕਰਦੇ, ਜਿੱਦਾਂ ਸਾਡੇ ਮਾਪੇ ਹੈਗੇ ਤੇ ਕਦੇ ਨਹੀਂ ਚਾਹੁੰਦੇ ਉਹਨਾਂ ਨੂੰ ਕੁਝ ਹੋਵੇ, ਪਰ ਬੈਕ ਆਫ ਯੂਰ ਮਾਈਂਡ ਸ਼ੁੱਡ ਨੋ ਕਿ ਵਨ ਡੇ ਦੇ ਆਲ ਗੋਇੰ ਟੂ ਗੋ। ਹਾਂ, ਸਮਝਣ ਦੀ ਗੱਲ ਆ ਇਹ, ਪਰ ਹੈਗਾ ਗ੍ਰੀਫ ਇਦਾਂ ਦੀ ਚੀਜ਼ ਆ ਜਿਹੜਾ ਇਹ ਵੈਰੀ ਡਿਫਿਕਲਟ ਆ ਕੰਟਰੋਲ ਕਰਨਾ। ਹਾਂਜੀ, ਐਕਸੈਪਟ ਕਰਨਾ, ਕਿਉਂਕਿ ਤੁਹਾਡੇ ਜਿਹੜੇ ਸਬੰਧ ਆ ਰਿਸ਼ਤੇਦਾਰਾਂ ਦੇ ਨਾਲ, ਭੈਣ ਭਾਈ ਨਾਲ, ਮਾਂ ਪਿਓ ਦੇ ਨਾਲ, ਉਹ ਬਹੁਤ ਸਟਰੋਂਗ ਅਟੈਚਮੈਂਟ ਹੁੰਦੀ ਆ। ਹਾਂਜੀ, ਸੋ ਉਹ ਸਟਰੋਂਗ ਅਟੈਚਮੈਂਟ ਕਰਕੇ ਸਾਨੂੰ ਫਿਰ ਦੁੱਖ ਜ਼ਿਆਦਾ ਲੱਗਦਾ ਜਦੋਂ ਜਾਂਦੇ ਆ। ਤੇ ਗ੍ਰੀਫ ਵੀ ਫਿਰ ਇੱਦਾਂ ਹੀ ਆ ਵੀ ਕਈਆਂ ਤੋਂ ਸ਼ੌਕ ਲੱਗਦਾ ਇੱਕਦਮ। ਹਾਂਜੀ, ਸੋ ਸ਼ੌਕ ਲਈ ਇਹ ਹੋਮਿਓਪੈਥੀ ਵਿੱਚ ਅਲੱਗ ਦਵਾਈ ਆ। ਤੇ ਕਈ ਗ੍ਰੀਫ ਨੂੰ ਉਹ ਰੋਂਦੇ ਨਹੀਂ ਉਸ ਵੇਲੇ, ਉਹਨੂੰ ਸਪਰੈਸ ਕਰ ਲੈਂਦੇ, ਅੰਦਰੇ ਘੁੱਟ ਲੈਂਦੇ ਆ। ਹਾਂਜੀ, ਸੋ ਉੱਥੋਂ ਫਿਰ ਕੋਈ ਹੋਰ ਡਿਫਰੈਂਟ ਬਿਮਾਰੀ ਸ਼ੁਰੂ ਹੋ ਜਾਂਦੀ ਸਪਰੈਸ ਕਰਨ ਦੇ ਨਾਲ, ਉੱਥੋਂ ਅਲੱਗ ਦਵਾਈ ਆ। ਰਾਈਟ, ਤੇ ਗ੍ਰੀਫ ਇੱਦਾਂ ਡਿਫਰੈਂਟ ਵੇਜ਼ ਆ ਉਹਨਾਂ ਦਾ, ਜਿੱਦਾਂ ਮੈਨੇਜ ਕਰਦੇ ਆ ਸਾਰੇ। ਤੇ ਕਈ ਫਿਰ ਇੱਦਾਂ ਡਿਪਰੈਸ਼ਨ ਵਿੱਚ ਚਲੇ ਜਾਂਦੇ ਆ। ਹਾਂਜੀ,
ਡਿਪਰੈਸ਼ਨ ਲਈ ਫਿਰ ਤੁਹਾਨੂੰ ਅਲੱਗ ਦਵਾਈ ਦੇਣੀ ਪੈਂਦੀ ਹੈ। ਸੋ ਐਵਰੀਬਾਡੀਜ਼ ਰਿਐਕਸ਼ਨ ਇਜ਼ ਡਿਫਰੈਂਟ ਤੇ ਮੈਡੀਸਿਨ ਵਿਲ ਬੀ ਡਿਫਰੈਂਟ। ਹਾਂਜੀ, ਆਪਾਂ ਨੈਕਸਟ ਸਲਾਈਡ ਦੇਖੋ ਤੋਂ ਪਹਿਲਾਂ ਮੇਰੇ ਕੋਲ ਥੋੜਾ ਜਿਹਾ ਸਵਾਲ ਹੈਗਾ, ਜਿੱਦਾਂ ਐਂਗਰ ਦਾ ਹੋਇਆ, ਮੈਨੇਜਮੈਂਟ ਕੋਰਸਸ ਹੁੰਦੇ ਨੇ ਐਂਗਰ ਦੇ, ਗ੍ਰੀਫ ਦੀ ਹੈਲਪਲਾਈਨ ਹੁੰਦੀ, ਬੜਾ ਕੁਝ ਕਰਦੇ ਨੇ। ਸੋ देयर ਆਰ ਪੀਪਲ ਆਊਟ देयर ਜਿਨ੍ਹਾਂ ਦੇ ਕੋਈ ਆਰਗੇਨਾਈਜੇਸ਼ਨ ਤੁਹਾਡੀ ਮਦਦ ਕਰਦੇ ਨੇ। ਹਾਂ, ਕਾਉਂਸਲਿੰਗ ਕਰਦੇ ਆ, ਹਾਂ, ਕਾਉਂਸਲਿੰਗ ਹੁੰਦੀ ਹੈ ਗ੍ਰੀਫ ਲਈ, ਐਂਗਰ ਲਈ, ਹਰੇਕ ਚੀਜ਼ਾਂ ਲਈ ਕਾਉਂਸਲਿੰਗ ਅੱਜ ਕੱਲ੍ਹ ਅਵੇਲੇਬਲ ਹੈਗੀ ਆ। ਚਲੋ ਟਾਈਮ ਦਾ ਬੜੇ ਫਾਸਟ ਜਾ ਰਿਹਾ, ਅਸੀਂ ਨੈਕਸਟ ਕਲਿੱਪ ਦੇਖ ਕੇ ਉਹਦੇ ਬਾਰੇ ਚਰਚਾ ਕਰਦੇ ਹਾਂ। ਹਾਂਜੀ, ਸੋ ਸੈਕੰਡ ਕਾਜ਼ ਹੈਗਾ ਜੀ ਨਿਊਟ੍ਰੀਸ਼ਨਲ, ਤੇ ਜਿੱਥੇ ਕੋਈ ਵਿਟਾਮਿਨ ਮਿਨਰਲ ਦੀ ਘਾਟ ਹੋ ਜਾਂਦੀ ਆ, ਡਿਫੀਸ਼ੀਐਂਸੀ। ਹਾਂਜੀ, ਤੇ ਜਿਹੜੇ ਤੁਸੀਂ ਜ਼ਿਆਦਾ ਇਸਤੇਮਾਲ ਕਰਦੇ ਆ ਦਿਨ ਚੀਜ਼ਾਂ, ਜਿਹੜੇ ਹਰ ਵੇਲੇ ਮੀਟ ਖਾਂਦੇ ਆ, ਹਰ ਵੇਲੇ ਡੇਅਰੀ ਪ੍ਰੋਡਕਟਸ ਵਰਤਦੇ, ਜ਼ਿਆਦਾ ਸ਼ੂਗਰ ਵਰਤਣੀ, ਮਾਰਜਰੀਨ ਖਾਸ ਕਰਕੇ ਜਿਹੜੀ ਬਹੁਤ ਬੈਡ ਆ ਤੁਹਾਡੇ ਹੈਲਥ ਲਈ, ਪਾਮ ਆਇਲ ਤੇ ਵੈਜੀਟੇਬਲ ਆਇਲਸ, ਇਹਨਾਂ ਨਾਲ ਤੁਹਾਡਾ ਸਿਹਤ ਖਰਾਬ ਹੁੰਦੀ ਆ। ਡੀਪ ਫਰਾਈਡ ਫੂਡ, ਜ਼ਿਆਦਾ ਤਲੀਆਂ ਚੀਜ਼ਾਂ ਖਾਣੀਆਂ, ਪ੍ਰੋਸੈਸਡ ਫੂਡਸ, ਹਰ ਵੇਲੇ ਪੈਕਟਾਂ 'ਚੋਂ ਚੀਜ਼ਾਂ ਖਾਣੀਆਂ, ਕਿਉਂਕਿ ਉਹਨਾਂ ਦੇ ਵਿੱਚ ਕੈਮੀਕਲ ਪਾਏ ਹੁੰਦੇ, ਪ੍ਰੀਜ਼ਰਵੇਟਿਵਸ, ਤੇ ਉਹ ਤੁਹਾਡੀ ਬਾਡੀ ਲਈ ਚੰਗੇ ਨਹੀਂ ਹੈਗੇ। ਸੋ ਫਰੈਸ਼ ਫੂਡਸ ਸਭ ਤੋਂ ਵਧੀਆ। ਡੀਹਾਈਡਰੇਸ਼ਨ, ਇਹ ਵੀ ਅਸੀਂ ਦੇਖਿਆ ਕਈ ਲੋਕੀ ਬਹੁਤ ਘੱਟ ਪਾਣੀ ਪੀਂਦੇ ਆ, ਹਾਂਜੀ, ਤੇ ਸਾਰੇ ਦਿਨ ਵਿੱਚ ਉਹਨੇ ਮੇਬੀ 1 ਕੱਪ ਪਾਣੀ ਦਾ ਪੀਣਾ ਹੈ, ਤੇ ਤੁਹਾਡੀ ਬਾਡੀ ਨੂੰ ਤਕਰੀਬਨ ਇਹ ਪਾਣੀ ਦੀ ਬਣੀ ਹੈ, ਮੋਸਟਲੀ 60-70% ਪਾਣੀ ਹੈ ਬਾਡੀ ਵਿੱਚ, ਤੇ ਪਾਣੀ ਜ਼ਰੂਰੀ ਹੈ ਪੀਣਾ, 1.5 ਲੀਟਰ ਐਟਲੀਸਟ ਮਿਨੀਮਮ ਤਾਂ ਚਾਹੀਦਾ ਸਰੀਰ ਨੂੰ। ਹਾਂਜੀ, ਤੇ ਮੈਂ ਤਾਂ ਕਹਿੰਦਾ ਹੁੰਦਾ ਵੀ ਤੁਸੀਂ 2 ਲੀਟਰ ਤੋਂ ਵੱਧ ਨਾ ਪੀਓ, ਕਿਉਂਕਿ 2 ਲੀਟਰ ਜ਼ਿਆਦਾ ਪਾਣੀ ਪੀਣੇ ਫਿਰ ਤੁਹਾਡੇ ਬਾਡੀ ਵਿੱਚ ਉਹ ਵੀ ਨੁਕਸਾਨ ਹੈ, ਮਿਨਰਲਸ ਨਿਕਲਣ ਲੱਗ ਪੈਂਦੇ ਆ। ਹਾਂਜੀ, ਦੈਟਸ ਰਾਈਟ। ਪਰ ਡਾਕਟਰ ਜੀ ਜਿਹੜੀ ਹੁਣ ਇਹ ਹੈਗੀ ਹੈ ਡੀਹਾਈਡਰੇਸ਼ਨ ਦਾ, ਜਿਹੜੇ ਲੋਕ ਪਾਣੀ ਬਹੁਤ ਕਮ ਪੀਂਦੇ ਨੇ, ਜਾਸੀ ਜਿੰਨੇ ਵੀ ਡਾਇਬੀਟਿਸ ਨੇ, ਕਿਉਂਕਿ ਉਹਨਾਂ ਨੂੰ ਲੱਗਦਾ ਕਿ ਸਾਨੂੰ ਬਹੁਤ ਦਫਾ ਫਿਰ ਵਾਸ਼ਰੂਮ ਜਾਣਾ ਪੈਂਦਾ, ਉਸ ਕਰਕੇ ਵੀ ਨਹੀਂ, ਪਰ ਉਹ ਤਾਂ ਫਿਰ ਗੁੱਡ ਐਕਸਕਿਊਜ਼ ਨਾ ਹੋਈ। ਦੈਟਸ ਰਾਈਟ, ਨਾਟ ਅ ਗੁੱਡ ਐਕਸਕਿਊਜ਼। ਪਾਣੀ ਦੀ ਲੋੜ ਹੈਗੀ ਪਾਣੀ ਦੀ ਲੋੜ ਹੈਗੀ। ਦੈਟਸ ਰਾਈਟ, ਯੂ ਮਸਟ ਹੈਵ ਵਾਟਰ। ਹਾਂਜੀ, ਯਾ ਤੇ ਬਾਕੀ ਹੋਰ ਆਪਾਂ ਇਹ ਵੀ ਦੇਖਿਆ ਪਿਆ ਕਿ ਬਹੁਤ ਲੋਕੀ ਐਂਗਜ਼ਾਇਟੀ ਤੋਂ ਵੀ ਬਿਮਾਰ ਹੁੰਦੇ ਆ। ਹਾਂਜੀ, ਸੋ ਉਹਨਾਂ ਨੂੰ ਫਿਕਰਾਂ 'ਚ ਪਏ ਰਹਿੰਦੇ ਹਰ ਵੇਲੇ, ਤੇ ਫਿਕਰ ਉਹਨਾਂ ਨੂੰ ਖਾਸ ਲੋਕਾਂ ਨੂੰ ਪ੍ਰੈਕਟਿਸ ਵਸੀ ਇਹ ਦੇਖਿਆ ਪਈ, ਬਹੁਤੇ ਲੋਕੀ ਸਾਡੇ ਜਿਹੜੇ ਉਹ ਧੀ ਪੁੱਤ ਬਾਰੇ ਫਿਕਰ ਬਹੁਤ ਕਰਦੇ ਆ। ਹਾਂਜੀ, ਉਹਨਾਂ ਦੀ ਜਾਂ ਉਹਨਾਂ ਦੀ ਕੋਈ ਲਾਈਫ ਸਿਚੁਏਸ਼ਨ ਵਿੱਚ ਪ੍ਰੋਬਲਮ ਹੋਵੇ ਉਹਦੇ ਬਾਰੇ ਫਿਕਰ ਕਰੀ ਜਾਣਾ, ਜਾਂ ਉਹਨਾਂ ਦੀ ਸਿਹਤ ਬਾਰੇ ਫਿਕਰ ਕਰੀ ਜਾਣਾ, ਜਾਂ ਆਪਣੀ ਸਿਹਤ ਬਾਰੇ ਫਿਕਰ ਕਰੀ ਜਾਣਾ। ਉਹ ਫਿਕਰਾਂ ਵਿੱਚ ਪੈ ਕੇ ਤੁਹਾਡੀ ਹੋਰ ਬਿਮਾਰੀਆਂ ਵੱਧ ਜਾਂਦੀਆਂ। ਵੈਰੀ ਕਾਮਨ ਕਾਜ਼ ਆ ਇਹ। ਹਾਂਜੀ, ਸੋ ਬੀਇੰਗ ਐਂਕਸ਼ੀਅਸ ਆਲ ਦਾ ਟਾਈਮ, ਵਰਿੰਗ ਆਲ ਦਾ ਟਾਈਮ, ਦਿਸ ਇਜ਼ ਵੈਰੀ ਕਾਮਨ। ਹਾਂਜੀ, ਸੋ ਆਪਾਂ ਨੈਕਸਟ ਸਲਾਈਡ ਦੇਖੀਏ ਜੀ। ਸੋ ਜਿੱਦਾਂ ਆਪਾਂ ਕਹਿੰਦੇ ਸੀ ਵੀ ਜਿਹੜੇ ਫੂਡਸ ਆ ਫਰੈਸ਼, ਹਾਈ ਵਾਈਬ੍ਰੇਸ਼ਨ, ਹਾਈ ਐਨਰਜੀ ਦੇ ਫੂਡਸ ਜਿਹੜੇ ਉਹ ਸਭ ਤੋਂ ਵਧੀਆ ਹੈ। ਤੇ ਇੱਕ ਆਪਾਂ ਇਹ ਪਿਰਾਮਿਡ ਬਣਾਈ ਆ ਜਿੱਥੇ ਤੁਸੀਂ ਦੇਖ ਸਕਦੇ ਪਏ ਜਿਹੜੇ ਤਾਂ ਹਾਈ ਐਨਰਜੀ ਫੂਡਸ ਆ ਉਹ ਸਭ ਤੋਂ ਵਧੀਆ। What do you mean by high vibration diet? ਹਾਈ ਵਾਈਬ੍ਰੇਸ਼ਨ ਉਹੀ ਪੇ ਹਾਈ ਐਨਰਜੀ, ਹਾਈ ਐਨਰਜੀ ਹਾਂ, ਜ਼ਿਆਦਾ ਐਨਰਜੀ ਜੇ ਤੇ ਮਿਲਦੀ ਆ। ਦੈਟਸ ਰਾਈਟ। ਯਾ ਤੇ ਐਨਰਜੀ ਦਾ ਸਿਰਫ ਮਤਲਬ ਇਹ ਨਹੀਂ ਹੈਗਾ ਵੀ ਕੈਲੋਰੀਜ਼ ਕਿੰਨੇ ਹੁੰਦੇ ਆ। ਐਨਰਜੀ ਮਤਲਬ ਹੁੰਦਾ ਵੀ ਜਿਹੜੀ ਜੀਵਨ ਸ਼ਕਤੀ ਹੈ, ਜਿਹੜੀ ਐਕਚੁਅਲ ਵਾਈਟਲ ਐਨਰਜੀ ਹੈ ਬਾਡੀ ਦੀ। ਹਾਂਜੀ, ਤੇ ਉਹ ਵੀ ਫਰੂਟਸ, ਵੈਜੀਟੇਬਲ, ਸੈਲਡਸ ਵਿੱਚ ਜ਼ਿਆਦਾ ਹੁੰਦੀ ਹੈ, ਐਸਪੈਸ਼ਲੀ ਇਫ ਦੇ ਫਰੈਸ਼। ਤੇ ਇਹ ਆਪਾਂ ਲਿਸਟ ਬਣਾਈ ਆ ਕਿਹੜੇ ਫੂਡਸ ਜ਼ਿਆਦਾ ਵਧੀਆ, ਕਿਹੜੇ ਨਹੀਂ ਵਧੀਆ। ਤੁਸੀਂ ਦੇਖ ਸਕਦੇ ਪਏ ਜਿਹੜੇ ਫਾਸਟ ਫੂਡਸ ਆ, ਫਰਾਈਡ ਫੂਡਸ, ਉਹ ਸਾਰੇ ਰਾਈਟ ਸਾਈਡ ਤੇ ਆ ਵੀ ਜਿਹੜੇ ਨਹੀਂ ਖਾਣੇ ਚਾਹੀਦੇ, ਤੇ ਸਭ ਤੋਂ ਵਧੀਆ ਜਿਹੜੇ ਉਹ ਲੈਫਟ ਸਾਈਡ ਤੇ ਆ। ਹਾਂਜੀ, ਅਗਲੀ ਸਲਾਈਡ ਜੀ। ਜਿਹੜੇ ਕਿ ਨਹੀਂ ਖਾਣ ਵਾਲੇ ਜ਼ਿਆਦਾ ਫਰਾਈਡ ਸਟਫ ਦਿਖਾਇਆ, ਇੱਧਰ ਦੀ ਚੀਜ਼ਾਂ ਦਿਖਾਈਆਂ, ਇੱਧਰ ਵੱਲ ਜ਼ਿਆਦਾ ਗ੍ਰੀਨ ਵੈਜੀਟੇਬਲ ਐਂਡ ਫਰੂਟ ਵਗੈਰਾ ਹੈਗਾ। ਦੈਟਸ ਰਾਈਟ। ਹਾਂਜੀ, ਟੌਕਸਿਕ ਸਬਸਟੈਂਸਸ। ਸੋ ਤੁਹਾਨੂੰ ਪਤਾ ਹੀ ਆ ਵੀ ਜਿਹੜੇ ਜ਼ਿਆਦਾ ਸ਼ਰਾਬ ਪੀਂਦੇ, ਜ਼ਿਆਦਾ ਤੰਬਾਕੂ ਵਰਤਦੇ, ਜਾਂ ਨਸ਼ੇ ਵਾਲੇ ਡਰੱਗਸ ਵਰਤਦੇ ਆ, ਤੇ ਉਹਨਾਂ ਨੂੰ ਪ੍ਰੋਬਲਮ ਆਉਂਦਾ ਹੈਗਾ। ਹਾਂਜੀ, ਤੇ ਇਹ ਇੱਕ ਜ਼ਹਿਰੀਲੀ ਚੀਜ਼ ਆ, ਜੇ ਜ਼ਿਆਦਾ ਵਰਤੀ ਜਾਵੇ ਤੁਹਾਡੇ ਨੁਕਸਾਨ ਹੀ ਕਰਦੀ ਆ, ਤੇ ਇਹ ਤਾਂ ਸਾਨੂੰ ਆਪਣੇ ਆਪ ਨੂੰ ਪਤਾ। ਪਰ ਜੀ ਦੂਸਰੀ ਗੱਲ, ਬਿਫੋਰ ਅਸੀਂ ਕੈਮੀਕਲ ਤੇ ਗੱਲ ਕਰੀਏ, ਜਿਹਨੇ ਵੀ ਜਦੋਂ ਤੁਸੀਂ ਟਬੈਕੋ ਦੀ ਜਾਂ ਅਲਕੋਹਲ ਦੀ ਗੱਲ ਕਰੋ, ਸਪੈਸ਼ਲੀ ਟਬੈਕੋ ਦੀ, ਉੱਥੇ ਉਹਨਾਂ ਦੀ ਬਾਈ ਲਾਅ ਲਿਖਿਆ ਹੁੰਦਾ ਕਿ ਇਟਸ ਡੇਂਜਰਸ, ਕੁਡ ਕਿਲ। ਹਾਂਜੀ, ਪਰ ਦੁਨੀਆ ਦੇਖੋ, ਉਹ ਦੇਖਿਆ ਤੁਹਾਨੂੰ ਵਾਰਨ ਕਰਦੀ ਹੈ, ਉਹ ਪੜ੍ਹਦੇ ਵੀ ਨਹੀਂ ਹੈ, ਦੇਖਦੇ ਵੀ ਨਹੀਂ ਹੈ। ਅਗਰ ਤੁਹਾਨੂੰ ਇੱਕ ਚੀਜ਼ ਦੇਖੋ, ਅਗਰ ਕਲੀਅਰਲੀ ਲੇਬਲ ਲੱਗਿਆ ਕਿ ਇਹਦਾ ਇਹ ਤੁਹਾਡੇ ਨਾਲ ਹੋ ਸਕਦਾ, ਅਸੀਂ ਉਹ ਦੇਖਦੇ ਨਹੀਂ ਹੈ। ਹਾਂਜੀ, ਦੈਟਸ ਰਾਈਟ। ਇੰਨੇ ਲਾਪਰਵਾਹ ਹੋ ਕੇ ਫਿਰ ਵੀ ਲੋਕ ਉਧਰ ਨੂੰ ਜਾਂਦੇ ਨੇ। ਮੈਂ ਸਮਝ ਤੋਂ ਬਾਹਰ ਆ ਭਾਜੀ, ਸਮਝ ਤੋਂ ਬਾਹਰ ਆ ਇਹ। ਦੇਖੋ, ਇਹ ਸਿਗਰਟ ਜਿਹੜੇ ਪੀਂਦੇ ਲੋਕੀ ਹੈ ਨਾ, ਤੇ ਉਹ ਸਾਰੀ ਉਮਰ ਪੀਂਦੇ ਰਹਿੰਦੇ ਆ। ਫਿਰ ਇੱਕ ਏਜ ਆਉਂਦੀ ਜਦੋਂ ਸਡਨਲੀ ਉਹਨਾਂ ਦੇ ਹਿੱਟ ਕਰਦੀ ਆ। ਹਾਂਜੀ,
ਸਡਨਲੀ ਉਹਨਾਂ ਦਾ ਸਾਹ ਖਰਾਬ ਹੋ ਜਾਂਦਾ ਹੈ, ਉਹਨਾਂ ਨੂੰ ਸਾਹ ਮਸੀਂ ਆਉਂਦਾ ਹੈ। ਹਾਂਜੀ, COPD ਕਹਿੰਦੇ ਉਹਨੂੰ, ਕ੍ਰੋਨਿਕ ਓਬਸਟਰਕਟਿਵ ਪਲਮੋਨਰੀ ਡਿਜ਼ੀਜ਼, ਤੇ ਸਿਗਰਟ ਪੀਣ ਨਾਲ ਹੁੰਦੀ ਆ। ਤੇ ਉਹ ਫਿਰ ਬਹੁਤ ਹੀ ਤੰਗ ਹੁੰਦੇ ਆ। ਹਾਂਜੀ, ਕਈਆਂ ਨੂੰ ਫਿਰ ਆਕਸੀਜਨ ਲੈਣੀ ਪੈਂਦੀ ਆ ਜਾਂ ਉਹ ਇਨਹੇਲਰਸ ਵਰਤਣੇ ਪੈਂਦੇ ਆ। ਉਹਨਾਂ ਦੀ ਲਾਈਫ ਫਿਨਿਸ਼ ਹੋ ਜਾਂਦੀ ਤਕਰੀਬਨ, ਕਰਕੇ ਉਹ ਕੰਮ ਤਾਂ ਕਰਨ ਜੋਗੇ ਰਹਿੰਦੇ ਨਹੀਂ ਫਿਰ। ਹਾਂਜੀ, ਤੇ ਇਹ ਸਮਝਣਾ ਚਾਹੀਦਾ ਵੀ ਜਾਂ ਤਾਂ ਉਹਨਾਂ ਨੂੰ ਜ਼ਿਆਦਾ ਜਾਣਕਾਰੀ ਦੇਣੀ ਚਾਹੀਦੀ ਲੋਕਾਂ ਨੂੰ ਵੀ ਜੇ ਤੁਸੀਂ ਸਿਗਰਟ ਪੀ ਜਾਣੀ ਵੀ ਤੁਹਾਡੇ ਨਾਲ ਕੁਝ ਹੋਣਾ ਆ। ਤੇ ਪਿੱਛੇ ਜਿਹੇ ਕਿਸੇ ਗਵਰਨਮੈਂਟ ਨੇ ਕੀਤੇ ਵੀ ਸੀਗੇ ਇੱਦਾਂ ਦੇ ਐਡਵਰਟਾਈਜ਼ਮੈਂਟ, ਪਰ ਉਹ ਫਿਰ ਥੋੜਾ ਚਿਰ ਚਲਾ ਕੇ ਬੰਦ ਕਰ ਦਿੰਦੇ ਆ। ਪਰ ਡਾਕਟਰ ਜੀ ਤੁਸੀਂ ਦੇਖੋ ਵੱਡੀ ਗੱਲ, ਜਿਹੜੀ ਵੀ ਜਿਹੜੇ ਕੋਈ ਮਾਰਕੀਟ ਚੀਜ਼ ਆਉਂਦੀ ਹੈ ਉਹਦੀ ਐਡ ਹੁੰਦੀ ਹੈ, ਪਹਿਲਾਂ ਲੋਕੀ ਦੇਖਦੇ ਨੇ ਅਟਰੈਕਟ ਹੁੰਦੇ ਨੇ ਚੀਜ਼ ਕਿ ਵੀ ਮੈਂ ਵੀ ਦੇਖਾਂ, ਖਾ ਕੇ ਦੇਖਾਂ, ਪੀ ਕੇ ਦੇਖਾਂ। ਸਿਗਰਟ ਦੀ ਕਦੀ ਐਡ ਨਹੀਂ ਆਉਂਦੀ ਕਿਤੇ, ਉਹਨਾਂ ਦੀ ਬਾਹਰ ਬਿਲ ਬੋਰਡ ਤੇ ਨਹੀਂ ਲੱਗਿਆ ਹੋਇਆ। ਜਿੱਥੇ ਵੀ ਵਿਕਦੇ ਵੀ ਹੈਗੇ ਨੇ ਦੇ ਅੰਡਰ ਉਹਨੂੰ ਕਵਰ ਕਰਕੇ ਰੱਖਿਆ, ਡਿਸਪਲੇ ਤੇ ਨਹੀਂ ਰੱਖੇ ਹੋਏ, ਬਾਵਜੂਦ ਉਹਦੇ ਤਾਂ ਵੀ ਉਹਦੀ ਇੰਨੀ ਸੇਲ ਹੈਗੀ। ਹਾਂ, ਸੇਲ ਹੈਗੀ ਕਿਉਂਕਿ ਪਹਿਲਾਂ ਬਹੁਤ ਐਡਵਰਟਾਈਜ਼ਿੰਗ ਹੁੰਦੀ ਸੀ ਇਹਦੀ। ਹਾਂ, ਦੈਟਸ ਰਾਈਟ, ਵੈਰੀ ਵੈਰੀ ਸਟਰੋਂਗ ਐਡਵਰਟਾਈਜ਼ਿੰਗ ਹੁੰਦੀ ਸੀ, ਕਰਕੇ ਉਹਨਾਂ ਦੀ ਇਨਕਮ ਬਹੁਤ ਹੈ ਇਹਨਾਂ ਦੀ ਕੰਪਨੀ ਜਿਹੜੀ ਸਿਗਰਟ ਬਣਾਉਂਦੇ ਆ। ਤੇ ਇਹ ਜਿਹੜੇ ਇਹਨਾਂ ਦੇ ਹਾਰਮਫੁਲ ਇਫੈਕਟਸ ਜਿਹੜੇ ਆ ਉਹ ਦਬਾਈ ਜਾਂਦੇ ਸੀਗੇ, ਦੱਸਦੇ ਨੇ ਸੀਗੇ ਵੀ ਇਹਦੇ ਹਾਰਮਫੁਲ ਇਫੈਕਟਸ ਕੀ ਹੁੰਦੇ ਆ। ਤੇ ਪਰ ਹੁਣ ਪੀਅਰ ਪ੍ਰੈਸ਼ਰ ਬਹੁਤ ਆ, ਹਨਾ, ਬੱਚੇ ਸਕੂਲਾਂ ਵਿੱਚ ਪੜ੍ਹਦੇ ਆ ਤੇ ਉਹ ਇੱਕ ਦੂਏ ਤੇ ਅੱਧਾ ਜ਼ੋਰ ਪਾਉਂਦੇ ਆ ਵੀ ਨਹੀਂ ਤੂੰ ਵੀ ਟਰਾਈ ਕਰ ਲਾ, ਤੂੰ ਵੀ, ਹਨਾ, ਇੱਕ ਦੂਏ ਨੂੰ ਸਿਗਰਟ ਪਿਲਾਉਣ ਦੀ ਕੋਸ਼ਿਸ਼ ਕਰਦੇ ਆ। ਸੋ ਪੀਅਰ ਪ੍ਰੈਸ਼ਰ ਕਰਕੇ ਬੱਚੇ ਲੱਗ ਪੈਂਦੇ ਪੀਣ। ਤੇ ਅਨਫੋਰਚੂਨੇਟਲੀ ਮਾਂ ਪਿਓ ਨੂੰ ਚਾਹੀਦਾ ਉਹਨਾਂ ਨੂੰ ਦੱਸਣਾ ਵੀ ਦੇਖੋ ਬੱਚੇ, ਇਹ ਕੋਈ ਵੀ ਨਸ਼ੇ ਜਿਹੜੇ ਆ ਇਹ ਤੁਹਾਡੇ ਨੁਕਸਾਨ ਕਰਨਗੇ, ਤੁਹਾਡੀ ਸਿਹਤ ਖਰਾਬ ਕਰਨਗੇ ਤੇ ਤੁਸੀਂ ਕੰਮ ਜੋਗੇ ਨਹੀਂ ਰਹਿ ਜਾਓਗੇ ਜੇ ਤੁਸੀਂ। ਪਰ ਬੜੀ ਕਮਾਲ ਦੀ ਗੱਲ ਹੈ, ਆਪਾਂ ਬੜਾ ਮੈਂ ਕਹਿੰਦਾ ਟਾਈਮ ਬੜੀ ਫਾਸਟ ਜਾ ਰਿਹਾ, ਦੂਜੀ ਵੀ ਸਲਾਈਡ ਦੇਖਦੇ ਆ ਪਤਾ ਹੁੰਦੇ। ਚਲੋ ਪਹਿਲਾਂ ਅਸੀਂ ਕੈਮੀਕਲਸ ਦੀ ਗੱਲ ਕਰਦੇ ਹਾਂ। ਹਾਂਜੀ ਹਾਂਜੀ, ਸੋ ਕੈਮੀਕਲਸ ਕਈ ਤਰ੍ਹਾਂ ਦੇ ਜਿੱਦਾਂ ਛਿੜਕੇ ਜਾਂਦੇ ਆ ਉੱਤੇ ਫਸਲਾਂ ਦੇ ਉੱਤੇ, ਪੈਸਟੀਸਾਈਡਸ ਕੀੜੇ ਮਾਰਨ ਲਈ, ਤੇ ਇਹ ਬਹੁਤ ਹੀ ਜ਼ਿਆਦਾ ਤੁਹਾਨੂੰ ਪਤਾ ਹੈ ਵੀ ਵਰਤ ਰਹੇ ਅੱਜ ਕੱਲ੍ਹ। ਇਸ ਕਰਕੇ ਆਰਗੈਨਿਕ ਫੂਡ ਜਿਹੜਾ ਆ ਉਹ ਤੁਹਾਡੇ ਲਈ ਬੈਟਰ ਆ, ਫਿਰ ਉਹ ਪੈਸਟੀਸਾਈਡ ਤੁਹਾਡੇ ਅੰਦਰ ਨਾ ਜਾਣਗੇ। ਤੇ ਪੋਲੂਸ਼ਨ ਤੁਹਾਨੂੰ ਪਤਾ ਹੀ ਆ, ਹੁਣ ਤਾਂ ਬਹੁਤ ਮੀਡੀਆ ਵਿੱਚ ਚੱਲ ਰਿਹਾ ਵੀ ਕੋਲੇ ਤੋਂ ਜਿਹੜੀ ਪੋਲੂਸ਼ਨ ਹੁੰਦੀ ਜਾਂ ਕਈ ਤਰ੍ਹਾਂ ਦੀ ਪੋਲੂਸ਼ਨ ਫੈਕਟਰੀਆਂ ਛੱਡਦੇ ਆ, ਉਹਦੇ ਨਾਲ ਸਾਡਾ ਸਿਹਤ 'ਤੇ ਬੁਰਾ ਅਸਰ ਹੁੰਦਾ ਆ। ਤੇ ਕਈ ਬੱਚਿਆਂ ਦਾ ਐਸਥਮਾ ਹੋ ਜਾਂਦਾ, ਸਾਹ ਦੇ ਪ੍ਰੋਬਲਮ ਹੋ ਜਾਂਦੇ ਪੋਲੂਸ਼ਨ ਦੇ ਨਾਲ। ਤੇ ਓਕੂਪੇਸ਼ਨਲ ਐਕਸਪੋਜ਼ਰ, ਕਈ ਲੋਕੀ ਫੈਕਟਰੀਆਂ 'ਚ ਕੰਮ ਕਰਦੇ ਹੁੰਦੇ ਸੀ ਇਨ ਦੀ 60s, ਤੇ ਉੱਥੇ ਕੰਟਰੋਲ ਬੜਾ ਹੈ ਨਹੀਂ ਸੀ ਉਹਨਾਂ ਦਿਨਾਂ ਵਿੱਚ। ਤੇ ਉਹਨਾਂ ਦੇ ਹੁਣ ਪਤਾ ਲੱਗਦਾ ਪਈ ਕਿਸੇ ਦੇ ਫੇਫੜੇ ਖਰਾਬ ਹੋ ਗਏ, ਕਿਸੇ ਦਾ ਲਿਵਰ ਖਰਾਬ ਹੋ ਗਿਆ, ਕਿਉਂਕਿ ਉੱਥੇ ਕੈਮੀਕਲਸ ਬਹੁਤ ਵਰਤਦੇ ਹੁੰਦੇ ਸੀ। ਹਾਂ, ਫਾਊਂਡਰੀਜ਼ ਤੇ ਹੋਰ ਕਈ ਤਰ੍ਹਾਂ ਦੀਆਂ ਫੈਕਟਰੀਜ਼ ਹੁੰਦੀਆਂ ਸੀ ਉੱਥੇ, ਕੈਮੀਕਲਸ ਹੈਂਡਲ ਕਰਦੇ ਸੀ ਤੇ ਉਹਨਾਂ ਨਾਲ ਸਿਹਤ ਖਰਾਬ ਹੋ ਗਈ। ਤੇ ਐਲੂਮੀਨੀਅਮ ਦੇ ਜਿਹੜੇ ਪਤੀਲੇ ਬਣਾਏ ਆ, ਇਹ ਵੀ ਖਰਾਬ ਚੀਜ਼ ਆ, ਕਿਉਂਕਿ ਐਲੂਮੀਨੀਅਮ ਹੌਲੀ ਹੌਲੀ ਤੁਹਾਡੇ ਅੰਦਰ ਜਾਂਦਾ ਰਹਿੰਦਾ ਹੈ ਤੇ ਇੱਕ ਟੌਕਸਿਕ ਮੈਟਲ ਹੈਗਾ, ਹੈਵੀ ਮੈਟਲ ਗਿਣਿਆ ਜਾਂਦਾ। ਤੇ ਜਿਹੜੇ ਐਂਟੀਪਰਸਪੀਰੈਂਟ ਸਪਰੇ ਤੁਸੀਂ ਵਰਤਦੇ ਆ ਉਹਦੇ ਵਿੱਚ ਵੀ ਹੁੰਦਾ ਹੈ ਪਾਏ ਆ, ਤੇ ਇਹ ਵੀ ਤੁਹਾਡੇ ਸਕਿਨ ਦੇ ਥਰੂ ਵੀ ਅਬਜ਼ੋਰਬ ਹੋ ਸਕਦਾ ਹੈ। ਹਾਂਜੀ, ਦੈਟਸ ਰਾਈਟ। ਸੋ ਇਹਨਾਂ ਕਈ ਬਿਮਾਰੀਆਂ ਹੁੰਦੀਆਂ। ਤੇ ਜਿਹੜੇ ਡਿਮੈਂਸ਼ੀਆ ਦੇ ਪੇਸ਼ੈਂਟਸ, ਅਲਜ਼ਾਈਮਰਸ ਦੇ, ਉਹਨਾਂ ਦੇ ਬ੍ਰੇਨ ਐਨਾਲਾਈਜ਼ ਕੀਤੇ ਗਏ ਤੇ ਉੱਥੇ ਉਹਨਾਂ ਨੂੰ ਦੇਖਿਆ ਕਿ ਐਲੂਮੀਨੀਅਮ ਜ਼ਿਆਦਾ ਹੁੰਦਾ ਉਹਨਾਂ ਦੇ ਬ੍ਰੇਨ ਦੇ ਵਿੱਚ। ਸੋ ਇਹ ਸ਼ੱਕ ਹੈਗੀ ਕਿ ਐਲੂਮੀਨੀਅਮ ਇਜ਼ ਵਨ ਆਫ ਦਾ ਕਾਜ਼ਸ ਆਫ ਡਿਮੈਂਸ਼ੀਆ ਔਰ ਅਲਜ਼ਾਈਮਰਸ ਡਿਜ਼ੀਜ਼। ਹਾਂਜੀ, ਤੇ ਬਾਕੀ ਇੱਕ ਮੈਂ ਚੀਜ਼ ਨੋਟ ਕੀਤੀ, ਬਰਫੀ ਦੇ ਉੱਤੇ ਬਰਕ ਲਾਇਆ ਹੁੰਦਾ ਆਪਣੇ ਕਈ ਵਾਰੀ। ਮੈਂ ਤੁਸੀਂ ਬਰਕ ਨਹੀਂ ਲਿਖਿਆ, ਕੱਲੇ ਬਰਫੀ, ਮੈਂ ਕਿਹਾ ਬਰਫੀ ਦਾ ਕੀ ਨੁਕਸਾਨ ਹੋ ਸਕਦਾ? ਹਾਂਜੀ ਹਾਂਜੀ, ਉੱਤੇ ਬਰਕ ਲਾਇਆ ਹੁੰਦਾ, ਉਹ ਐਲੂਮੀਨੀਅਮ ਕੁੱਟ ਕੇ ਨਾ ਬਰੀਕ ਕੀਤਾ ਹੁੰਦਾ ਹੈ ਤੇ ਉਹ ਖਾਣਾ ਨਹੀਂ ਚਾਹੀਦਾ। ਦੈਟਸ ਹਾਈਲੀ ਡੇਂਜਰਸ ਚੀਜ਼ ਹੈ ਨਾ। ਐਲੂਮੀਨੀਅਮ ਇਜ਼ ਨਾਟ ਗੁੱਡ ਐਟ ਆਲ। ਦੈਟਸ ਰਾਈਟ। ਤੇ ਨੌਨ ਸਟਿਕ ਪੈਨਸ ਜਿਹੜੇ ਉੱਤੇ ਉਹ ਕਾਲਾ ਜਿਹਾ ਝਾਲ ਫੇਰੀ ਹੁੰਦੀ ਆ ਵੀ ਸਟਿਕ ਨਾ ਹੋਵੇ, ਤੇ ਉਹ ਵੀ ਇੱਕ ਕੈਮੀਕਲ ਹੁੰਦਾ ਹੈ ਤੇ ਉਹ ਵੀ ਖਾਣਾ ਨਹੀਂ ਚਾਹੀਦਾ। ਇੱਦਾਂ ਦੇ ਵਰਤਣੇ ਨਹੀਂ ਚਾਹੀਦੇ ਪੈਨ, ਕਿਉਂਕਿ ਉਹ ਹੌਲੀ ਹੌਲੀ ਲੈ ਕੇ ਪਲਾਸਟਿਕ ਜਿਹੀ ਉਹ ਤੁਹਾਡੇ ਅੰਦਰ ਜਾਂਦੀ ਰਹਿੰਦੀ ਹੈ ਤੇ ਇਟਸ ਨਾਟ ਅ ਪਲੇਜ਼ੈਂਟ ਕੈਮੀਕਲ। ਹਾਂਜੀ, ਤੇ ਬਾਕੀ ਤੁਹਾਨੂੰ ਜਿਹੜੀਆਂ ਤੁਸੀਂ ਦਵਾਈਆਂ ਵੀ ਖਾਂਦੇ ਆ GP ਤੋਂ, ਐਲੋਪੈਥਿਕ ਮੈਡੀਸਨ ਵਿੱਚ ਤੁਹਾਨੂੰ ਪਤਾ ਵੀ ਉਹਦੇ ਵਿੱਚ ਇੱਕ ਲੀਫਲੇਟ ਪਾਈ ਹੁੰਦੀ ਆ ਤੇ ਹਰੇਕ ਦਵਾਈ ਦਾ ਕੋਈ ਨਾ ਕੋਈ ਸਾਈਡ ਇਫੈਕਟ ਜ਼ਰੂਰ ਹੁੰਦਾ ਆ। ਹਾਂਜੀ, ਸੋ ਇਹ ਇੱਕ ਤਰ੍ਹਾਂ ਦੇ ਵੀ ਕੈਮੀਕਲ ਹੁੰਦੇ ਆ ਦਵਾਈਆਂ ਵੀ, ਕਿਉਂਕਿ ਉਹ ਸਾਰੇ ਲੈਬੋਰੇਟਰੀ 'ਚ ਬਣਦੇ ਆ। ਹਾਂਜੀ, ਨੈਚੁਰਲ ਤਾਂ ਨਹੀਂ ਹੁੰਦੇ, ਤੇ ਉਹ ਵੀ ਤੁਹਾਨੂੰ ਦੇਖਣਾ ਚਾਹੀਦਾ ਹੈ ਵੀ ਇਹਨਾਂ ਦੇ ਕੀ ਸਾਈਡ ਇਫੈਕਟ ਆ। ਚਲੋ 2 ਮਿੰਟ ਲਾਸਟ ਸਲਾਈਡ ਹੈਗੀ, ਆਪਾਂ 2 ਮਿੰਟ ਰਹਿੰਦੇ ਉਹਦੇ ਬਾਰੇ ਜ਼ਰਾ ਗੱਲ ਕਰ ਲਓ। ਠੀਕ ਹੈ ਜੀ। ਹਾਂਜੀ, ਸੋ ਮਿਸਲੇਨੀਅਸ ਹੈਗੇ ਮਾਈਕ੍ਰੋਵੇਵ ਓਵਨਸ, ਤੇ ਮੈਂ ਤਾਂ ਇਹ ਕਹੂੰਗਾ ਵੀ ਤੁਸੀਂ ਕੋਈ ਵੀ ਫੂਡ ਬਣਾਉਣਾ ਜਾਂ ਗਰਮ ਕਰਨਾ ਮਾਈਕ੍ਰੋਵੇਵ ਦੇ ਵਿੱਚ ਪਲੀਜ਼ ਨਾ ਕਰਿਆ ਕਰੋ, ਕਿ ਇਹ ਜਿਹੜੀ ਐਨਰਜੀ, ਇੱਕ ਤਾਂ ਉਹ ਜਿਹੜਾ ਫੂਡ ਆਈਟਮ ਆ ਉਹਦੇ ਵਿੱਚ ਵਿਟਾਮਿਨਸ ਮਿਨਰਲਸ ਜਿਹੜੇ ਖਤਮ ਕਰ ਦਿੰਦੀ ਆ, ਤੇ ਦੂਸਰੀ ਜਿਹੜੀ ਮਾਈਕ੍ਰੋਵੇਵ ਐਨਰਜੀ ਆ ਉਹ ਤੁਹਾਡੀ ਐਨਰਜੀ ਨਾਲ ਇੰਟਰੈਕਸ਼ਨ ਕਰਕੇ ਤੁਹਾਡੀ ਸਿਹਤ ਖਰਾਬ ਕਰ ਸਕਦੀ ਆ। ਮੋਬਾਈਲ ਫੋਨਸ
ਤੋ ਚਲੋ ਹੁਣ ਇਹ ਤਾਂ ਹਰ ਇੱਕ ਨੂੰ ਵਰਤਣਾ ਹੀ ਪੈਂਦਾ ਅੱਜ ਕੱਲ੍ਹ, ਪਰ ਇਹਦੀ ਵੀ ਜਿਹੜੀ ਵਾਈਬ੍ਰੇਸ਼ਨ ਹੈਗੀ ਆ ਉਹ ਕਈਆਂ ਨੇ ਦੱਸਦੇ ਵੀ ਸਾਡਾ ਸਿਰ ਦੁਖਣ ਲੱਗ ਪੈਂਦਾ ਆ ਜਦੋਂ ਅਸੀਂ ਮੋਬਾਈਲ ਫੋਨ ਵਰਤਦੇ ਹਾਂ। ਸੋ ਇਹਦਾ ਕੋਈ ਨਾ ਕੋਈ ਇਫੈਕਟ ਤਾਂ ਹੁੰਦਾ ਹੀ ਹੈ। ਸੋ ਜਿੰਨਾ ਵੀ ਹੋ ਸਕਦਾ ਘੱਟ ਤੋਂ ਘੱਟ ਵਰਤਣਾ ਚਾਹੀਦਾ ਤੇ ਜਾਂ ਉਹ ਸਪੀਕਰ ਤੇ ਲਾ ਕੇ ਵਰਤਣਾ ਚਾਹੀਦਾ। ਭਾਜੀ ਇੱਕ ਮੈਂ ਤੁਹਾਨੂੰ ਦੱਸਾਂ, ਜਦੋਂ ਕਿਸੇ ਗਰੁੱਪ 'ਚ ਬੈਠਦੇ ਹੋ ਗੱਲ ਹੋ ਚੁੱਕੀ ਹੈ ਤੇ ਬੰਦੇ ਨੇ ਉਹਨੂੰ ਉਹਦੇ ਉੱਪਰ ਲਾਇਆ ਸਪੀਕਰ ਦੇ ਉੱਪਰ, ਸੋ ਉਹਨੂੰ ਮੇ ਵੀ ਅਵੇਅਰ ਸੀਗਾ, ਉਹਨੇ ਆਪਣੀ ਸੇਫਟੀ ਕਰਕੇ ਉਹ ਸਪੀਕਰ ਤੇ ਗੱਲ ਕਰਦਾ ਤੇ ਦੂਜਾ ਬੱਚਾ ਗਰਮ ਹੋ ਗਿਆ, ਕਹਿੰਦਾ ਤੂੰ ਸਾਰੀਆਂ ਗੱਲਾਂ ਸਾਨੂੰ ਕਿਉਂ ਸੁਣਾਉਣਾ ਪਿਆ। ਯੂ ਸਮਝ ਗਏ ਨਾ, ਤੁਸੀਂ ਲੋਕ ਵੀ ਅੰਡਰਸਟੈਂਡ ਨਹੀਂ ਨਾ ਕਰਦੇ ਕਿਉਂਕਿ ਉਹਨੇ ਜੇ ਉਹਨੇ ਸਪੀਕਰ ਤੇ ਲਾਇਆ ਮੇ ਵੀ ਉਹ ਇਹਨਾਂ ਪ੍ਰਾਈਵੇਸੀ ਦਾ ਕਾਲ ਨਹੀਂ ਸੀਗਾ। ਅਗਰ ਕੋਈ ਸੁਣਨੇ ਕੋਈ ਵੱਡੀ ਗੱਲ ਨਹੀਂ ਹੈਗੀ, ਪਰ ਦੈਨ ਉਹਦੀ ਸੇਫਟੀ ਵੀ ਹੈਗੀ ਆ। ਪਰ ਜੇ ਹਰੇਕ ਨੂੰ ਪਤਾ ਹੀ ਆ ਵੀ ਜਿਹੜੀ ਪ੍ਰਾਈਵੇਟ ਕਾਲ ਆ ਉਹ ਅਸੀਂ ਨਹੀਂ ਸਪੀਕਰ ਤੇ ਲਾਈ ਦੀ ਹੈਗੀ, ਪ੍ਰਾਈਵੇਟ ਕਰੀ ਦੀ। ਦੈਟਸ ਰਾਈਟ। ਇੱਕ ਤਾਂ ਲੋਕੀ ਵੀ ਨਹੀਂ ਜੀਣ ਦਿੰਦੇ ਨਾ, ਉਹ ਵੀ ਤੁਹਾਨੂੰ ਬਿਮਾਰੀਆਂ ਵੱਲ ਨੂੰ ਭੇਜਦੇ ਨੇ। ਹਾਂਜੀ ਦੈਟਸ ਰਾਈਟ। ਹਾਂਜੀ ਫੇਰ ਸਲਾਈਡ ਦੂਸਰਾ ਕੀ ਸੀਗਾ? ਹਾਂਜੀ ਸੋ ਮੋਬਾਈਲ ਫੋਨ ਮਾਸਟਰ ਟਾਵਰ ਵਗੈਰਾ, ਸੋ ਜਿੱਥੇ ਮਾਸਟਰ ਟਾਵਰ ਲੱਗੇ ਉੱਥੇ ਬੜੀ ਇਹ ਸਟਰੋਂਗ ਇਲੈਕਟ੍ਰੋਮੈਗਨੈਟਿਕ ਫੀਲਡ ਹੁੰਦਾ ਹੈ ਤੇ ਮੈਂ ਐਡਵਾਈਜ਼ ਕਰੂੰਗਾ ਜੇ ਤੁਸੀਂ ਘਰ ਖਰੀਦਣਾ ਤਾਂ ਮਾਸਟਰ ਦੇ ਕੋਲ ਨਾ ਲਿਓ, ਕਰਕੇ ਉਹਦਾ ਵਾਈਬ੍ਰੇਸ਼ਨ ਜਿਹੜਾ ਤੁਹਾਨੂੰ ਇਫੈਕਟ ਪੈਂਦਾ ਆ। ਤੇ ਕਈ ਲੋਕੀ ਮੈਂ ਦੇਖੇ ਆ ਉਹ ਕਹਿੰਦੇ ਸਾਨੂੰ ਨੀਂਦ ਨਹੀਂ ਆਉਂਦੀ ਹੈਗੀ, ਉੱਥੋਂ ਇੰਨਾ ਵਾਈਬ੍ਰੇਸ਼ਨ ਆਉਂਦਾ, ਸਾਨੂੰ ਇਲੈਕਟ੍ਰੋਮੈਗਨੈਟਿਕ ਜਿਹੜਾ ਫੀਲਡ ਆ ਨਾ ਸਾਨੂੰ ਇਫੈਕਟ ਕਰਦਾ ਆ। ਸੋ ਯੂ ਹੈਵ ਟੂ ਬੀ ਕੇਅਰਫੁਲ। ਤੇ ਬਾਕੀ ਸੀ ਕੰਪਿਊਟਰਸ, ਡੈਂਟਲ ਫਿਲਿੰਗਸ। ਸੋ ਕੰਪਿਊਟਰਸ ਤੇ ਤੁਹਾਨੂੰ ਪਤਾ ਹੀ ਹੈ ਕਿ ਤੁਸੀਂ ਕੋਲ ਕੰਪਿਊਟਰ ਦੇ ਬੈਠੇ ਰਹਿੰਦੇ ਆ, ਸਾਰਾ ਦਿਨ ਬੈਠਦੇ ਆ ਤੇ ਖਾਸ ਕਰਕੇ ਬੱਚੇ ਜੌਬਾਂ ਇਦਾਂ ਦੀਆਂ ਕਰਦੇ ਜਿਹੜੇ ਉਹਨਾਂ ਤੇ ਇਫੈਕਟ ਪੈਂਦਾ ਹੀ ਆ। ਸੋ ਯੂ ਹੈਵ ਟੂ ਬੀ ਕੇਅਰਫੁਲ। ਕਈਆਂ ਦੀ ਉਹ ਨਿਗਾਹ ਦੀ ਅੱਖਾਂ ਤੇ ਸਟ੍ਰੇਨ ਬਹੁਤ ਪੈਂਦਾ ਆ, ਸਿਰ ਦੁਖਣ ਲੱਗ ਪੈਂਦਾ, ਅੱਖਾਂ ਦੁਖਣ ਲੱਗ ਪੈਂਦੀਆਂ। ਤੇ ਹੁਣ ਇੱਕ ਬਲੂ ਲਾਈਟ ਕਹਿੰਦੇ ਪਏ ਤੁਸੀਂ ਗਲਾਸਸ ਲਾ ਸਕਦੇ ਹੋ। ਆਪਾਂ ਲਾਸਟ ਲਾਈਟ ਬਾਅਦ ਦੇਖਾਂਗੇ, ਬ੍ਰੇਕ ਲੈ ਲਈ ਪੈਗੀ, ਆਪਾਂ ਥੋੜੀ ਬ੍ਰੇਕ ਲੈ ਲਈਏ। ਓਕੇ ਜੀ, ਪਲੀਜ਼ ਡੋਂਟ ਗੋ ਟੂ ਫਾਰ। ਦੇਖੋ ਬੜੀ ਇੰਟਰਸਟਿੰਗ ਗੱਲਾਂ ਹੁੰਦੀਆਂ, ਛੋਟੀ ਜਿਹੀ ਬ੍ਰੇਕ ਲੈ ਕੇ ਅਸੀਂ ਤੁਹਾਡੇ ਪਾਸ ਵਾਪਸ ਆਉਂਦੇ ਹਾਂ ਤੇ ਆਪਣਾ ਖਿਆਲ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਸਬਸਕ੍ਰਾਈਬ ਕਰੋ ਨਵੀਂ ਵੀਡੀਓਜ਼ ਦੀ ਨੋਟੀਫਿਕੇਸ਼ਨ ਦੇ ਲਈ ਬੈਲ ਆਈਕਨ ਨੂੰ ਕਲਿੱਕ ਕਰਨਾ ਨਾ ਭੁੱਲਣਾ। ਵੈਲਕਮ ਬੈਕ ਇਨ ਦ ਸੈਕੰਡ ਪਾਰਟ। ਮੈਂ ਫਿਰ ਨੰਬਰ ਰਿਪੀਟ ਕਰ ਦੇਣਾ ਜੋ ਥੱਲੇ ਸਕਰੀਨ ਤੇ ਵੀ ਆ ਰਿਹਾ 0121 551 1001 ਤੇ ਪਲੀਜ਼ ਕਾਲ ਕਰੋ। ਤੁਸੀਂ ਜਿਹੜੇ ਮੇਨ ਗੱਲਾਂ ਵਗੈਰਾ ਹੋ ਚੁੱਕੀਆਂ ਤੇ ਤੁਸੀਂ ਉਹਨੂੰ ਕਾਲ ਕਰਕੇ ਜੋ ਵੀ ਗੱਲ ਕਰਨੀ ਹੈ ਡਾਕਟਰ ਨਾਲ ਕਰ ਸਕਦੇ ਹੋ। ਸਟਿਲ ਹਾਫ ਟਾਈਮ ਰਹਿੰਦਾ ਪਿਆ ਹਾਲੇ, ਉਮੀਦ ਰੱਖਦਾ ਕਿ ਤੁਹਾਨੂੰ ਕਿਸੇ ਵੀ ਲੋੜ ਹੈਗੀ ਹੈ ਪਲੀਜ਼ ਮੇਕ ਐਨ ਐਫਰਟ ਟੂ ਗਿਵ ਅਸ ਅ ਕਾਲ। ਲਾਈਨਾਂ ਬਿਜ਼ੀ ਹੁੰਦੀਆਂ ਨੇ ਬਹੁਤ ਲੋਕ ਤੇ ਸਿਰਫ ਡਾਕਟਰ ਨਾਲ ਗੱਲ ਕਰਨੀ ਹੈ, ਬਾਅਦ ਵਿੱਚ ਉਹਨਾਂ ਨੇ ਜਿਹੜੇ ਮੰਡੇ ਵੈਨਸਡੇ ਫਰਾਈਡੇ ਨੇ ਜਿਨ੍ਹਾਂ ਨੇ ਤੁਸੀਂ ਸਾਡੇ ਸ਼ੋਅ 'ਚ ਗੱਲ ਕਰਨੀ ਹੈ ਉਹ ਤੁਸੀਂ ਸਾਡੇ ਸਟੂਡੀਓ ਨੂੰ ਦੱਸ ਦੇਵੋ ਤੇ ਉੱਥੋਂ ਦਾ ਕਾਲ ਇੱਥੇ ਟ੍ਰਾਂਸਫਰ ਕਰ ਦੇਣਗੇ। ਡਾਕਟਰ ਜੀ ਲਾਸਟ ਲਾਈਕ ਕੋਡ ਸੀਗਾ ਉਹਦੇ ਵਿੱਚ ਡੈਂਟਲ ਫਿਲਿੰਗਸ। ਹਾਂਜੀ ਦੈਟਸ ਰਾਈਟ। ਸੋ ਇਹ ਮੇਰਾ ਵਿਚਾਰ ਹੈਗਾ ਵੀ ਜਿਹੜੇ ਡੈਂਟਲ ਫਿਲਿੰਗਸ ਕਰਦੇ ਆ ਡੈਂਟਿਸਟ, ਉਹ ਇੱਕ ਐਮੈਲਗਮ ਭਰਦੇ ਆ, ਕਾਲਾ ਜਿਹਾ ਫਿਲਿੰਗ ਭਰ ਦਿੰਦੇ ਆ ਤੇ ਉਹ NHS ਤੇ ਉਹੀ ਹੁੰਦਾ ਆ ਤੇ ਉਹਦੇ ਵਿੱਚ ਐਕਚੁਅਲੀ ਮਰਕਰੀ ਤੇ ਹੋਰ ਮੈਟਲਸ ਪਾਏ ਹੁੰਦੇ ਆ ਤੇ ਮਰਕਰੀ ਜਿਹੜੀ ਹੈ ਬਹੁਤ ਜ਼ਿਆਦਾ ਪੋਇਜ਼ਨਸ ਸਬਸਟੈਂਸ ਆ ਇਹ ਤੇ ਇਹ ਹੌਲੀ ਹੌਲੀ ਉਹ ਲੀਕ ਹੁੰਦਾ ਰਹਿੰਦਾ ਹੈ, ਤੁਹਾਡੀ ਬੋਡੀ ਵਿੱਚ ਚਲੇ ਜਾਂਦਾ ਹੈ, ਕਿਸੇ ਵੀ ਆਰਗਨ ਵਿੱਚ ਜਾ ਸਕਦਾ ਹੈ ਤੇ ਤੁਹਾਨੂੰ ਨੁਕਸਾਨ ਪਹੁੰਚਾ ਸਕਦਾ ਹੈ। ਸੋ ਮੇਰੀ ਸਲਾਹ ਇਹੀ ਆ ਵੀ ਜੇ ਤੁਸੀਂ ਫਿਲਿੰਗ ਕਰਾਉਣਾ ਹੈ ਤਾਂ ਤੁਸੀਂ ਉਹਨਾਂ ਨੂੰ ਡੈਂਟਿਸਟ ਨੂੰ ਕਹਿ ਦਿਆ ਕਰੋ ਵੀ ਵਾਈਟ ਫਿਲਿੰਗ ਚਾਹੀਦਾ ਮੈਨੂੰ, ਤੇ ਵਾਈਟ ਫਿਲਿੰਗ ਉਹ ਇਨਰਟ ਜਾਂ ਸਬਸਟੈਂਸ ਹੁੰਦਾ ਹੈ ਜਿਹੜਾ ਤੋਂ ਲੀਕ ਨਹੀਂ ਹੁੰਦਾ ਤੇ ਤੁਹਾਨੂੰ ਨੁਕਸਾਨ ਨਾ ਕਰੂਗਾ ਤੇ ਉਹਦੇ ਵਿੱਚ ਕੋਈ ਮੈਟਲ ਨਹੀਂ ਹੁੰਦਾ। ਦੇਖੋ ਇੰਪੋਰਟੈਂਟ ਚੀਜ਼ ਮੈਂ ਹਮੇਸ਼ਾ ਕਹਿੰਦਾ ਹੁੰਦਾ, ਤੁਹਾਨੂੰ ਬਿਮਾਰੀ ਹੈ ਨਹੀਂ ਹੈ, ਤੰਦਰੁਸਤ ਹੋ ਤੇ ਬੜੀ ਅੱਛੀ ਗੱਲ ਹੈਗੀ ਹੈ, ਲੇਕਿਨ ਪ੍ਰੋਗਰਾਮ ਦੇਖਿਆ ਕਰੋ ਕਿਉਂਕਿ ਜਦੋਂ ਵੀ ਤੁਸੀਂ ਡਾਕਟਰ ਦੇ ਜਾਂਦੇ ਨਾ ਪਲੀਜ਼ ਉਹਨੂੰ ਸਵਾਲ ਜਵਾਬ ਪੁੱਛਿਆ ਕਰੋ। ਬਹੁਤ ਇੰਪੋਰਟੈਂਟ ਗੱਲਾਂ ਹੁੰਦੀਆਂ ਨੇ, ਜਿੱਦਾਂ ਹੁਣ ਅਸੀਂ ਡੈਂਟਲ ਦੀ ਤੁਸੀਂ ਗੱਲ ਕਰਦੇ ਹੋ, ਤੁਸੀਂ ਭਾਜੀ ਸਿੱਧਾ ਮੂੰਹ ਖੋਲ ਕੇ ਬੈਠ ਜਾਂਦੇ, ਉਹਨੇ ਜੋ ਕਰਨਾ ਉਹ ਕਰ ਦਿੰਦਾ, ਤੁਹਾਨੂੰ ਪਤਾ ਵੀ ਨਹੀਂ ਹੁੰਦਾ ਉਹਨੇ ਕੀ ਕੀਤਾ, ਕਿਹਦੇ ਨਾਲ ਫੀਲਿੰਗ ਹੋਈ। ਆਪਾਂ ਅੱਗੇ ਗੱਲ ਕਰਦੇ, ਪਹਿਲਾਂ ਕਾਲ ਲੈ ਲਈਏ। ਹੈਲੋ ਜੀ, ਸਤਿ ਸ਼੍ਰੀ ਅਕਾਲ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਭਾਜੀ, ਆਪਣਾ ਨਾਮ ਦੱਸਣਾ ਚਾਹੋਗੇ ਔਰ ਕਿੱਥੋਂ ਬੋਲਦੇ ਹੋ? ਅੱਜ ਕੇਵਲ ਸਿੰਘ ਬੋਲ ਰਿਹਾ ਗਲਾਸਗੋ ਤੋਂ। ਕੇਵਲ ਸਿੰਘ ਜੀ ਬਹੁਤ ਬਹੁਤ ਸਵਾਗਤ। ਬਿਲਕੁਲ ਹਾਂਜੀ ਹਾਂਜੀ ਬੋਲੋ ਬੋਲੋ। ਹਾਂਜੀ ਮੈਂ ਡਾਕਟਰ ਸਾਹਿਬ ਨਾਲ ਗੱਲ ਕਰਨੀ ਸੀ। ਹੁਣ ਤੁਸੀਂ ਜਿਹੜੀ ਨੈਕਸਟ ਗੱਲ ਕਰੋਗੇ ਸਿੱਧੇ ਡਾਕਟਰ ਜੀ ਸੁਣ ਰਹੇ, ਤੁਸੀਂ ਆਪਣਾ ਸਵਾਲ ਕਰ ਲਓ ਉਹਨਾਂ ਨਾਲ। ਹਾਂਜੀ ਡਾਕਟਰ ਸਾਹਿਬ ਮੈਂ ਕੇਵਲ ਸਿੰਘ ਬੋਲ ਰਿਹਾ, ਦਵਾਈ ਤਾਂ ਤੁਸੀਂ ਸ਼ਾਇਦ ਪਛਾਣ ਲਈ ਹੋਣੀ ਮੇਰੀ। ਹਾਂਜੀ ਸੁਣਾਓ ਜੀ। ਹਾਂਜੀ ਅੱਛਾ, ਮੇਰੀ ਦਵਾਈ ਨੂੰ 2-2.5 ਹਫ਼ਤੇ ਹੋ ਗਏ ਮੁੱਕੀ ਨੂੰ ਤੇ 3 ਮਹੀਨੇ ਹੋ ਗਏ, ਤੁਹਾਨੂੰ ਪਤਾ ਹੈ ਮੈਂ ਦਵਾਈ ਖਾ ਰਿਹਾ। ਹਾਂਜੀ 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 ਤੇ ਮੈਂ ਕਈ ਵਾਰੀ ਫੋਨ ਕੀਤਾ, ਪਤਾ ਨਹੀਂ ਤੁਸੀਂ ਸ਼ਾਇਦ ਬਿਜ਼ੀ ਸੀਗੇ ਤੇ ਕਾਲ ਨਹੀਂ ਮਿਲੀ ਤੁਹਾਡੀ। ਹਾਂਜੀ ਹਾਂਜੀ ਠੀਕ ਹੈ ਭਾਜੀ, ਤੁਸੀਂ ਇੱਦਾਂ ਕਰਿਓ ਤੁਸੀਂ ਕਾਲ ਜਿਹੜਾ ਕਰਦੇ ਆ ਜਾਂ ਤਾਂ ਜੇ ਤੁਹਾਡਾ ਨਹੀਂ ਕਾਲ ਥਰੂ ਹੁੰਦਾ ਤੁਸੀਂ ਟੈਕਸਟ ਕਰ ਦਿਓ। ਹਾਂਜੀ
ਤੇ ਟੈਕਸਟ ਤੋਂ ਸਾਨੂੰ ਮਿਲ ਜਾਣਾ। ਜੇ ਤੁਸੀਂ ਵੌਇਸ ਮੇਲ ਤੇ ਭਰ ਦਿੰਦੇ ਆ ਮੈਸੇਜ, ਉਹ ਅਸੀਂ ਨਹੀਂ ਲਈਦੇ ਉਹ ਹੈਗੇ। ਪਿਕ ਨਹੀਂ ਕਰਦੇ। ਹਾਂਜੀ, ਉਹ ਨਹੀਂ ਪਿਕ ਕਰਦੇ, ਕਰਕੇ ਫਿਰ ਇੰਨੇ ਵੌਇਸ ਮੇਲ ਜੇ ਅਸੀਂ ਸਾਰਾ ਦਿਨ ਸੁਣੀ ਜਾਈਏ, ਕਈ ਉਹ 10-10 ਮਿੰਟ ਲੱਗੇ ਰਹਿੰਦੇ ਗੱਲ ਕਰਨ, ਤੇ ਅਸੀਂ ਵੌਇਸ ਮੇਲ ਨਹੀਂ ਪੜ੍ਹ ਸਕਦੇ ਸਾਰੇ, ਠੀਕ ਹੈ ਜੀ। ਤੇ ਪਰ ਜੇ ਤੁਸੀਂ ਟੈਕਸਟ ਕਰ ਦਿਓ ਤਾਂ ਉਹ ਅਸੀਂ ਪੜ੍ਹ ਕੇ ਤੁਹਾਨੂੰ ਜਵਾਬ ਜ਼ਰੂਰ ਦੇ ਦੇਵਾਂਗੇ, ਠੀਕ ਹੈ ਜੀ। ਭਾਜੀ ਬਹੁਤ ਬਹੁਤ ਵੱਡੀ ਗੱਲ ਹੈ, ਤਾਂ ਹੀ ਮੈਂ ਹਮੇਸ਼ਾ ਹਰ ਦਫਾ ਪਹਿਲਾਂ ਤੁਹਾਨੂੰ ਟੈਲੀਫੋਨ ਨੰਬਰ ਰਿਪੀਟ ਕਰਦਾ ਸਾਡੇ ਹੈੱਡ ਆਫਿਸ ਦਾ, ਫਿਰ ਤੁਹਾਨੂੰ ਮੰਡੇ ਵੈਨਸਡੇ ਫਰਾਈਡੇ ਤੁਹਾਨੂੰ ਦੱਸਿਆ ਬਿਟਵੀਨ 10 and 11 ਤੁਸੀਂ ਕਾਲ ਕਰਨਾ। ਬਹੁਤ ਦਫਾ ਲਾਈਨਾਂ ਬਿਜ਼ੀ ਹੁੰਦੇ, ਐਸੇ ਨਹੀਂ ਥਰੂ ਹੁੰਦੇ, ਲੇਕਿਨ ਵੌਇਸ ਮੇਲ ਨਾ ਛੱਡਿਓ, ਬਿਕੋਜ਼ ਡਾਕਟਰ ਜੀ ਉਹ ਪਿਕ ਨਹੀਂ ਕਰਦੇ। ਤੇ ਤੁਸੀਂ ਡਾਕਟਰ ਜੀ ਨੂੰ ਜੇ ਤੁਹਾਨੂੰ ਬਹੁਤ ਲੋੜ ਹੈਗੀ ਹੈ, ਡਾਕਟਰ ਜੀ ਨੂੰ ਟੈਕਸਟ ਭੇਜ ਦਿਓ। ਜੋ ਟੈਕਸਟ ਮੈਸੇਜ ਦਾ ਡਾਕਟਰ ਜੀ ਉਹ ਪੜ੍ਹ ਲੈਂਦੇ ਨੇ, ਉਹਦਾ ਪਤਾ ਲੱਗ ਜਾਂਦਾ ਹੈ। ਲੇਕਿਨ ਜਿਹੜੇ ਤੁਸੀਂ ਮੈਡੀਕੇਸ਼ਨ ਲੈਣੀ ਹੈ ਉਹ ਤੁਸੀਂ ਸੁਬਾਹ ਨਹੀਂ, ਤੁਸੀਂ ਆਫਟਰਨੂਨ ਗੱਲਾਂ ਕਰਨੀ ਹੈ, ਬਿਟਵੀਨ 4 and 6 ਹੈ ਨਾ। ਸੋ ਇਹ ਅਸੀਂ ਦੇਖਿਆ ਕਈ ਲੋਕ ਉਹ ਗਲਤ ਨੰਬਰ ਤੇ ਕਰਦੇ ਰਹਿੰਦੇ ਆ, ਫਿਰ ਕਹਿੰਦੇ ਸਾਡਾ ਲੱਗਦਾ ਨਹੀਂਗਾ। ਮੈਂ ਹਮੇਸ਼ਾ ਰਿਪੀਟ ਕਰਦਾ, ਪਲੀਜ਼ ਜਿਹੜੇ ਦੋਨੋਂ ਨੰਬਰ ਹੈ ਡਿਫਰੈਂਟ ਹੈ। ਕੰਸਲਟੇਸ਼ਨ ਦਾ ਨੰਬਰ ਮੰਡੇ ਵੈਨਸਡੇ ਫਰਾਈਡੇ 10 to 11 ਇੱਕ ਨੰਬਰ, ਇੱਕ ਸ਼ਾਮੀ ਜਿਹੜਾ ਦੂਜਾ ਨੰਬਰ ਹੈ ਫॉर द ਰਿਪੀਟ ਪ੍ਰਸਕ੍ਰਿਪਸ਼ਨ ਲਈ, ਉਹ 4 ਤੋਂ 6 ਸੇਮ ਡੇ ਮੰਡੇ ਵੈਨਸਡੇ ਫਰਾਈਡੇ ਤੁਸੀਂ ਕਾਲ ਕਰੋ। ਦ ਨੰਬਰਸ ਆਰ ਡਿਫਰੈਂਟ। ਤੁਸੀਂ ਕਈ ਦਫਾ ਸੇਮ ਕਾਲ ਕਰਦੇ ਹੋ 4 ਵਜੇ ਸਵੇਰ ਵਾਲਾ, ਤੇ ਉਹ ਫਿਰ ਆਨਸਰ ਨਹੀਂ ਹੋਏਗਾ। ਸੋ ਅਦੋਂ ਨੂੰ ਤੁਸੀਂ ਕਿਹੜਾ ਕਾਲ ਕਰਦੇ, ਕਿਹੜਾ ਨਹੀਂ, ਕੋਸ਼ਿਸ਼ ਕਰਿਆ ਕਰੋ ਜਿਹੜੇ ਨੰਬਰ ਦਿੱਤੇ ਜਾਂਦੇ ਉਹ ਨੰਬਰ ਤੇ ਕਾਲ ਕਰਿਆ ਕਰੋ। ਬਾਕੀ ਟੈਕਸਟ ਭੇਜਿਆ ਕਰੋ ਡਾਕਟਰ ਜੀ ਨੂੰ, ਆਮ ਸ਼ੋਰ ਹੀ ਵਿਲ ਪਿਕ ਦੋਸ ਮੈਸੇजेस ਅਪ। ਹਾਂਜੀ, ਉਹ ਇਹਦਾ ਟੈਕਸਟ ਅਸੀਂ ਕਿਸੇ ਵੇਲੇ ਵੀ ਦੇਖ ਸਕਦੇ, ਵਿਹਲੇ ਟਾਈਮ ਵਿੱਚ, ਹੈ ਨਾ। ਤੇ ਫਿਰ ਅਸੀਂ ਕਈ ਵਾਰੀ ਫੋਨ ਕਰੀਦਾ ਲੋਕਾਂ ਨੂੰ, ਫਿਰ ਉਹਨਾਂ ਦੇ ਫੋਨ ਬੰਦ ਹੁੰਦੇ ਆ। ਹਾਂਜੀ, ਸੋ ਇਹ ਵੀ ਕਈ ਵਾਰੀ ਹੁੰਦਾ ਹੈ ਵੀ ਉਹ ਫੋਨ ਆਉਂਦਾ, ਮਿਸਡ ਕਾਲ ਹੋ ਜਾਂਦੀ ਕਰਕੇ ਨਹੀਂ ਅਸੀਂ ਆਨਸਰ ਕਰ ਸਕਦੇ। ਫਿਰ ਅਸੀਂ ਵਿਹਲੇ ਟਾਈਮ 'ਚ ਉਹਨਾਂ ਨੂੰ ਵਾਪਸ ਫੋਨ ਕਰੀਦਾ, ਉਹਨਾਂ ਦਾ ਬੰਦ ਹੁੰਦਾ ਫੋਨ। ਤੇ ਤੁਸੀਂ ਵੀ ਜੇ ਮੈਸੇਜ ਛੱਡਦੇ ਛੱਡੋ ਵੀ ਮੈਸੇਜ ਪਿਕ ਨਹੀਂ ਕਰਦੇ। ਦੈਟਸ ਰਾਈਟ, ਹੋ ਸਕਦਾ। ਸੋ ਚਲੋ ਹੋ ਜਾਂਦਾ ਹੈ। ਹਾਂ ਡਾਕਟਰ ਜੀ, ਯਾ ਸੋ ਆਪਾਂ ਡੈਂਟਲ ਫਿਲਿੰਗਸ ਬਾਰੇ ਕਰ ਰਹੇ ਸੀ, ਤੇ ਮੇਰੇ ਖਿਆਲ ਉਹ ਤਾਂ ਆਪਾਂ ਗੱਲ ਹੋ ਚੁੱਕੀ। ਤੇ ਖਾਸ ਕਰਕੇ ਹੋਮਿਓਪੈਥੀ ਵਿੱਚ ਅਸੀਂ ਇਮੋਸ਼ਨਸ ਤੇ ਜ਼ਿਆਦਾ ਜਾਈਦਾ। ਤੇ ਜਿੱਦਾਂ ਆਪਾਂ ਦੱਸੇ ਆ ਆਲਰੇਡੀ ਪਈ, ਜਦੋਂ ਗੁੱਸਾ ਚੜ੍ਹਦਾ ਫਿਰ ਤੁਹਾਡਾ ਬਲੱਡ ਪ੍ਰੈਸ਼ਰ ਵੱਧ ਜਾਂਦਾ ਇੱਕਦਮ। ਹਾਂਜੀ, ਸੋ ਪਰਮਾਨੈਂਟ ਵੀ ਤੁਹਾਡਾ ਬਲੱਡ ਪ੍ਰੈਸ਼ਰ ਵੱਧ ਸਕਦਾ ਜੇ ਤੁਸੀਂ ਹਰ ਵੇਲੇ ਗੁੱਸੇ 'ਚ ਰਹਿੰਦੇ ਆ, ਤੇ ਫਿਰ ਤੁਹਾਨੂੰ GP ਬਲੱਡ ਪ੍ਰੈਸ਼ਰ ਦੀਆਂ ਗੋਲੀਆਂ ਤੇ ਲਾ ਦੇਣਗੇ। ਸੋ ਇੱਦਾਂ ਵੀ ਇਮੋਸ਼ਨਸ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਆ। ਤੇ ਹੋਰ ਵੀ ਕਈ ਤਰ੍ਹਾਂ ਦੇ ਇਮੋਸ਼ਨਸ ਹੋ ਸਕਦੇ ਆ, ਕਿਉਂਕਿ ਕੋਈ ਹੁੰਦਾ ਵੀ ਉਹਦਾ ਖਾਸ ਦੋਸਤ ਹੁੰਦਾ ਹੈ ਤੇ ਉਹ ਨਾਲ ਕੋਈ ਧੋਖਾ ਹੋ ਜਾਂਦਾ ਹੈ। ਹਾਂਜੀ, ਤੇ ਉਹਦੀ ਜਿਹੜੀ ਫਰੈਂਡਸ਼ਿਪ ਆ ਉਹਨੂੰ ਸੱਟ ਲੱਗਦੀ ਬਹੁਤ, ਤੇ ਉੱਥੋਂ ਵੀ ਉਹ ਆਪਣਾ ਇੱਦਾਂ ਦਾ ਫੀਲਿੰਗ ਆਉਂਦਾ ਉਹਨੂੰ ਵੀ ਮੇਰੇ ਨਾਲ ਧੋਖਾ ਇਹਨੇ ਕੀਤਾ, ਮੇਰਾ ਖਾਸ ਦੋਸਤ ਸੀ, ਤਾਂ ਇਕੱਠੇ ਅਸੀਂ ਰੋਟੀ ਖਾਂਦੇ ਸੀ, ਇਕੱਠੇ ਅਸੀਂ ਡਰਿੰਕ ਪੀਂਦੇ ਸੀ, ਤੇ ਇਹ ਮੈਨੂੰ ਇੱਦਾਂ ਕਰ ਗਿਆ। ਉੱਥੋਂ ਵੀ ਬਿਮਾਰੀ ਕਈ ਵਾਰ ਸ਼ੁਰੂ ਹੋ ਜਾਂਦੀ ਭਾਜੀ। ਹਾਂਜੀ, ਸੋ ਉੱਥੇ ਵੀ ਅਲੱਗ ਦਵਾਈ ਸਾਨੂੰ ਦੇਣੀ ਪੈਂਦੀ ਹੋਮਿਓਪੈਥੀ ਵਿੱਚ। ਸੋ ਹਰੇਕ ਇਮੋਸ਼ਨਸ ਵਾਸਤੇ ਅਲੱਗ ਦਵਾਈਆਂ ਸਾਡੇ ਕੋਲ ਹੈਗੀਆਂ। ਪਰ ਡਾਕਟਰ ਇੱਕ ਚੀਜ਼ ਜਿੱਦਾਂ ਤੁਸੀਂ ਦੱਸਿਆ, ਮੇਨ ਰੀਜ਼ਨ ਇੱਕ ਇਮੋਸ਼ਨ ਦਾ ਬੜੀ ਵੱਡੀ ਚੀਜ਼ ਹੈ, ਗ੍ਰੀਫ ਦੀ ਬੜੀ ਵੱਡੀ ਚੀਜ਼ ਹੈ। ਇਹ ਤੇ ਹੁਣ ਜਿੱਦਾਂ ਦਾ ਤੁਹਾਡੀ ਤਸਵੀਰ ਹੈਗੀ ਹੈ, ਜਿੱਦਾਂ ਦੇ ਤੁਸੀਂ ਬੰਦੇ ਹੈਗੇ ਹੋ, ਇਟਸ ਵੈਰੀ ਡਿਫਿਕਲਟ ਟੂ ਆਪਣੇ ਆਪ ਨੂੰ ਸਟਰੋਂਗ ਬਣਾਉਣਾ, ਐਕਸੈਪਟ ਕਰਨਾ। ਕਿਉਂਕਿ ਕਈ ਬੰਦੇ ਜਿੱਦਾਂ ਤੁਸੀਂ ਕਿਹਾ ਤੁਹਾਡੇ ਕਿਸੇ ਦੇ ਬੜੇ ਕਲੋਜ਼ ਹੈਗੇ ਹੋ, ਬੰਦਾ ਕਹਿੰਦਾ ਮੈਂ ਹਰ ਬੰਦੇ ਨੂੰ ਮਾਫ ਕਰ ਸਕਦਾ, ਲੇਕਿਨ ਮੇਰਾ ਕੋਈ ਯਾਰ ਮੈਨੂੰ ਏਦਾਂ ਕਰੇਗਾ ਮੈਂ ਉਹ ਨਹੀਂ ਐਕਸੈਪਟ ਕਰਦਾ। ਦੈਟਸ ਰਾਈਟ, ਉਹਨੇ ਬੋਡੀ ਨੇ ਪਹਿਲੇ ਕਹਿ ਦਿੱਤਾ ਹੋਇਆ ਕਿ ਮੈਨੂੰ ਐਕਸੈਪਟ ਨਹੀਂ ਕਰੇਗੀ। ਦੈਟਸ ਰਾਈਟ, ਆਪਾਂ ਗੱਲ ਜਾਰੀ ਰੱਖਦੇ ਹਾਂ, ਪਹਿਲਾਂ ਕਾਲ ਲੈ ਲਈ। ਹੈਲੋ ਜੀ, ਸਤਿ ਸ਼੍ਰੀ ਅਕਾਲ। ਹੈਲੋ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਭਾਜੀ ਆਪਣਾ ਨਾਮ ਦੱਸਣਾ ਚਾਹੋਗੇ, ਕਿੱਥੋਂ ਬੋਲਦੇ ਹੋ? ਹਾਂਜੀ, ਮੇਰਾ ਓਮ ਪ੍ਰਕਾਸ਼ ਲੀਡ ਤੋਂ। ਥੈਂਕ ਯੂ ਜੀ, ਬਹੁਤ ਅੱਛਾ। ਤੁਸੀਂ ਹੁਣ ਗੱਲ ਕਰੋ, ਸਿੱਧੇ ਡਾਕਟਰ ਜੀ ਤੁਹਾਨੂੰ ਜਵਾਬ ਦੇਣਗੇ ਜੀ। ਥੈਂਕ ਯੂ ਕਾਲ ਕਰਨ ਦਾ। ਅੱਛਾ ਜੀ, ਬੋਲੋ ਜੀ। ਹੈਲੋ, ਮੇਰੇ ਵਾਈਫ ਤੇ ਲੱਤਾਂ ਤੇ ਦਾਗ ਪੈ ਰਹੇ ਆ, ਤੇ ਫਿਰ ਸਕਿਨ ਵੀ ਹਾਰਡ ਹੋ ਰਹੀ ਆ। ਪਹਿਲਾਂ ਸੀਗਾ ਤੇ ਪਾਣੀ ਭਰ ਜਾਂਦੇ ਗਿੱਟਿਆਂ ਦੇ ਉੱਤੇ ਵਾਲੇ, ਇਦਾਂ ਉਹ ਕਰੀਮ ਵਗੈਰਾ ਲਾਈ ਜਾਂਦੇ, ਉਹਦਾ ਫਰਕ ਨਹੀਂ ਪੈਂਦਾ ਜੀ। ਹਾਂਜੀ, ਸੋ ਸਕਿਨ ਤੇ ਮੇਰੇ ਖਿਆਲ ਐਕਸਮਾ ਹੋ ਗਿਆ ਉਹਨਾਂ ਦੇ, ਹਨਾ? ਹਾਂਜੀ, ਐਕਸਮਾ ਹੋ ਗਿਆ, ਖਾਜ ਹੋ ਗਈ ਸਕਿਨ ਤੇ ਨਾ, ਲੱਤਾਂ ਦੇ ਖਾਜ ਹੁੰਦੀ ਹੈ। ਹਾਂ, ਗੱਲ ਕਰਦਾ ਡਾਕਟਰ ਸਾਹਿਬ ਨਾਲ, ਕਰਦੀ ਗੱਲ ਦੱਸਦੀ ਤੁਹਾਨੂੰ। ਹਾਂਜੀ, ਦੱਸੋ ਜੀ, ਦੱਸੋ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਦੱਸੋ ਜੀ। ਹਾਂਜੀ, ਉਹ ਮੇਰੇ ਨਾ ਲੱਤਾਂ ਤੇ ਕਈ ਸਾਲ ਹੋ ਗਏ ਗਿਲਟੀ ਜਿਹੀ ਹੋਈ ਸੀ, ਥੋੜੀ ਜਿਹੀ ਗਿਲਟੀ ਹੈ ਉਹ ਇੱਕ ਪਾਸੇ ਹੋਈ ਸੀ, ਫਿਰ ਹੌਲੀ ਹੌਲੀ ਵਧੀ ਗਈਆਂ, ਉਹ ਹਾਰਡ ਹੋ ਜਾਂਦੀਆਂ ਤੇ ਉਹ ਖਾਜ ਹੁੰਦੀ ਹੈ, ਤੇ ਉਹ ਕਾਲੀਆਂ ਹੋ ਜਿੱਥੇ ਕਾਲੀ ਹੋ ਜਾਂਦੀ ਹੈ ਉਹ ਹਾਰਡ ਹੋ ਜਾਂਦੀ ਹੈ, ਗਿਲਟੀਆਂ ਬਣੀ ਜਾਂਦੀਆਂ ਆ। ਹਾਂਜੀ, ਦੋਨੇ ਪਾਸੇ ਆ। ਓਕੇ, ਸੋ ਹੋ ਸਕਦਾ ਵੀ ਤੁਹਾਡੇ ਜਾਂ ਜੇ ਤਾਂ ਐਕਚੁਅਲੀ ਗਟੀਆਂ ਬਣਦੀਆਂ ਤਾਂ ਹੋ ਸਕਦਾ ਵੀ ਤੁਹਾਡੇ ਫੈਟ ਦੇ ਡਿਪੋਜ਼ਿਟ ਹੋ ਰਹੇ ਲੱਤਾਂ ਵਿੱਚ, ਤੇ ਇਹਦੇ ਨਾਲ ਤੁਹਾਡੀ ਕੋਈ ਸਰਕੂਲੇਸ਼ਨ ਤੇ ਇਫੈਕਟ ਪੈ ਰਿਹਾ, ਤੇ ਉੱਥੋਂ ਫਿਰ ਸਕਿਨ ਦਾ ਕਲਰ ਜਿਹੜਾ ਉਹ ਵੀ ਬਦਲ ਜਾਂਦਾ ਹੈ,
ਤੇ ਖਾਜ ਵੀ ਸ਼ੁਰੂ ਹੋ ਜਾਂਦੀ। ਹਾਂਜੀ, ਤੇ ਇਹਦੇ ਬਾਰੇ ਥੋੜੀ ਜਿਹਾ ਤੁਸੀਂ ਫੋਟੋ ਖਿੱਚ ਕੇ ਮੈਨੂੰ ਹਾਂਜੀ, ਭੇਜ ਹਾਂਜੀ। ਦਿਓ। ਹਾਂਜੀ, ਤੇ ਹਾਂਜੀ। ਹਾਂਜੀ ਉਹ ਮੈਂ ਦੇਖ ਕੇ ਮੈਂ ਤੁਹਾਨੂੰ ਦੱਸ ਸਕਦਾ। ਹਾਂਜੀ, ਥੈਂਕ ਯੂ ਭੈਣ ਜੀ ਤੁਹਾਡੀ ਕਾਲ ਕਰਨਾ। ਡਾਕਟਰ ਜੀ ਨੇ ਤੁਹਾਨੂੰ ਲਫ਼ਜ਼ ਕਿਹਾ, ਮੈਨੂੰ ਲੱਗਦਾ ਸ਼ਾਇਦ ਤੁਸੀਂ ਸੁਣਿਆ ਨਹੀਂ। ਜਿਹੜੇ ਤੁਹਾਡੀ ਲੱਤ ਦੀ ਫੋਟੋ ਹੈਗੀ ਨਾ, ਜਿੱਥੇ ਤੁਹਾਡੀ ਉਹ ਸੂਜ ਪਈ ਗਿਲਟ ਹੋਈ ਹੈ ਨਾ, ਉੱਥੇ ਹਾਂ, ਥੋੜੀ ਵੱਡਾ ਹੈ, ਹਾਂਜੀ, ਹਾਂਜੀ। ਉਹਦੀ ਫੋਟੋ ਖਿੱਚ ਕੇ ਡਾਕਟਰ ਨੂੰ ਭੇਜ ਦਿਓ। ਉਹ ਦੇਖ ਕੇ ਨਾ ਫਿਰ ਤੁਹਾਨੂੰ ਕੋਈ ਦਵਾ ਹੈਗੀ ਉਹਦੇ ਲਈ ਕੁਝ ਸਲਾਹ ਦੇਵਾਂਗੇ, ਪਹਿਲਾਂ ਦੇਖ ਕੇ ਫਿਰ ਸਲਾਹ ਪਹਿਲਾਂ ਦੇਵਾਂਗੇ। ਦੇਖ ਕੇ। ਦੈਟਸ ਰਾਈਟ। ਹਾਂਜੀ, ਹਾਂ, ਤੁਸੀਂ WhatsApp ਕਰਕੇ ਡਾਕਟਰ ਜੀ ਨੂੰ ਉਹਦੀ ਪਿਕਚਰ ਖਿੱਚ ਕੇ ਭੇਜ ਦੇਵੋ, ਫਿਰ ਤੁਹਾਨੂੰ ਗੱਲ ਕਰਨਗੇ ਤੇ ਆਮ ਸ਼ੋਰ ਜਦੋਂ ਡਾਇਗਨੋਸ ਹੋਣਗੇ ਤੁਹਾਨੂੰ ਕੋਈ ਨਾ ਕੋਈ ਇਲਾਜ ਦੱਸਣਗੇ। ਡਾਕਟਰ ਜੀ ਦੀ ਕਾਜ਼ ਕੀ ਹੈ? ਕਾਜ਼ ਇਹ ਹੁਣ ਪਤਾ ਨਹੀਂ ਐਗਜ਼ੈਕਟਲੀ ਕੀ ਪ੍ਰੋਬਲਮ ਆ, ਇਹ ਤਾਂ ਹੁਣ ਦੇਖ ਕੇ ਪਤਾ ਲੱਗੇਗਾ ਹਨਾ। ਸੋ ਐਗਜ਼ੀਮਾ ਨਹੀਂ ਲੱਗਦਾ ਹਨਾ, ਪਲੇਨ ਐਕਸਮਾ ਨਹੀਂ ਕਿਉਂਕਿ ਜੇ ਹੈਗਾ। ਉਹ ਤੋਂ ਗਿਆ ਹੋਇਆ ਹੈ। ਇਟਸ ਨਾਟ ਪਲੇਨ ਐਕਸਮਾ, ਨਹੀਂ ਜੀ। ਹਾਂ, ਉਹਦਾ ਕੋਈ ਕੰਪਲਿਕੇਸ਼ਨ ਹੋਇਆ। ਹਾਂਜੀ, ਪਰ ਪਤਾ ਨਹੀਂ ਫੂਡ ਵੀ ਡ੍ਰੌਪ ਹੋ ਗਿਆ, ਕਿਉਂਕਿ ਕਿੰਨੀ ਗੱਲਾਂ ਜਦੋਂ ਮੈਂ ਹਮੇਸ਼ਾ ਕਹਿੰਦਾ ਨਾ, ਜਦੋਂ ਡਾਕਟਰ ਜੀ ਡਾਇਗਨੋਸ ਕਰਨਾ, ਡਾਕਟਰ ਜੀ ਬਹੁਤ ਕੁਝ ਸਵਾਲ ਪੁੱਛਦੇ ਨੇ। ਕਈ ਪਰਸਨਲ ਸਵਾਲ ਹੁੰਦੇ ਜੋ ਅਸੀਂ ਹੁਣ ਇਹ ਨਹੀਂ ਪੁੱਛ ਸਕਦੇ, ਤੁਹਾਡੇ ਲਾਈਫ ਸਟਾਈਲ ਬਾਰੇ, ਤੁਹਾਡੀ ਫੈਮਿਲੀ ਦੀ ਰਿਲੇਸ਼ਨ ਬਾਰੇ, ਕਈ ਹਰ ਚੀਜ਼ਾਂ ਦੇ ਫਰਕ ਪੈਂਦਾ ਡਾਕਟਰ ਜੀ ਉਹਦੇ ਚ। ਦੱਸ ਬਹੁਤ ਕੁਝ ਸਾਨੂੰ ਪੁੱਛਣਾ ਪੈਂਦਾ ਬਹੁਤ ਕੁਝ ਪੁੱਛਣਾ ਹਾਂਜੀ, ਪੈਂਦਾ। ਕਾਫੀ ਟਾਈਮ ਅਸੀਂ ਸਪੈਂਡ ਕਰੀਦਾ ਇੱਕ ਪੇਸ਼ੈਂਟ ਦੇ ਨਾਲ। ਤੇ ਤੁਹਾਨੂੰ ਪਤਾ ਹੀ ਵੀ ਜੇ ਤੁਸੀਂ ਜੀਪੀ ਕੋਲ ਜਾਂਦੇ 5 ਮਿੰਟ ਸਿਰਫ ਹੁੰਦੇ ਉਹਨਾਂ ਕੋਲ, ਤੇ ਸਾਨੂੰ ਤਾਂ ਕਾਫੀ ਟਾਈਮ ਲਾਉਣਾ ਪੈਂਦਾ ਹੈ ਸਾਰੀ ਜਾਣਕਾਰੀ ਲੈਣ ਲਈ, ਤੇ ਤਾਂ ਦਵਾਈ ਸਹੀ ਬਣਦੀ ਹੈ। ਪਰ ਕਾਲ ਕਰਨ ਦਾ ਇੱਕ ਫਾਇਦਾ ਹੈਗਾ, ਐਟਲੀਸਟ ਤੁਹਾਨੂੰ ਡਾਕਟਰ ਜੀ ਦੱਸ ਸਕਦੇ ਨੇ ਕਿ ਇਲਾਜ ਹੈਗਾ, ਇਹਨਾਂ ਪਾਸ ਮੈਡੀਕੇਸ਼ਨ ਹੈਗੀ ਕਿ ਨਹੀਂ ਹੈਗੀ। ਹੁਣ ਜਿਹਦਾ ਡਾਕਟਰ ਜੀ ਕਿਹਾ, ਪਲੀਜ਼ ਉਹਦੀ ਪਿਕਚਰ ਖਿੱਚ ਕੇ, ਫੋਟੋ ਖਿੱਚ ਕੇ ਡਾਕਟਰ ਜੀ ਨੂੰ ਭੇਜ ਦਿਓ, ਤੇ ਆਮ ਸ਼ੋਰ ਕੁਝ ਨਾ ਕੁਝ ਤੁਹਾਨੂੰ ਉਹਦਾ ਜਵਾਬ ਡਾਇਗਨੋਸ ਕਰਕੇ ਤੁਹਾਨੂੰ ਦੱਸਣਗੇ। ਜੀ ਡਾਕਟਰ ਸਾਹਿਬ। ਹਾਂਜੀ, ਸੋ ਆਪਾਂ ਇਮੋਸ਼ਨਸ ਤੇ ਜ਼ਿਆਦਾ ਸਟ੍ਰੈਸ ਦਿੰਦੇ ਹਾਂ, ਤੇ ਹੋਰ ਇਮੋਸ਼ਨਸ ਕਿੱਦਾਂ ਹੋ ਸਕਦੇ ਆ ਵੀ ਕੋਈ ਕਹਿੰਦਾ ਵੀ ਮੇਰੀ ਇਨਸਲਟ ਹੋ ਗਈ। ਹਾਂਜੀ, ਤੇ ਉੱਥੋਂ ਉਹਦਾ ਸਿਰ ਦੁਖਣ ਲੱਗ ਪਿਆ, ਕਿਉਂਕਿ ਉਹਦੇ ਅਗੇਨ ਕਿਸੇ ਪ੍ਰੈਸ਼ਰ ਲੈ ਲਿਆ ਵੀ ਮੇਰੀ ਤੇ ਇਨਸਲਟ ਕੀਤੀ ਕਿਨੇ, ਹਨਾ, ਤੇ ਉਹ ਅੰਦਰ ਹੀ ਉਹਨ ਰੱਖ ਲਿਆ ਉਹ ਫੀਲਿੰਗ ਜਿਹੜਾ। ਤੇ ਸੱਟ ਲੱਗਦੀ ਮਨ ਨੂੰ ਜ਼ਰੂਰ ਹੈਗੀ ਆ, ਪਰ ਉੱਥੋਂ ਫਿਰ ਬਿਮਾਰੀ ਕੋਈ ਨਾ ਕੋਈ ਸ਼ੁਰੂ ਹੋ ਜਾਂਦੀ ਹੈ। ਇਹਦਾ ਮਤਲਬ ਜੇ ਬੰਦਾ ਠੀਕ ਹੋਵੇ ਉਹ ਚੰਗਾ ਰਹਿੰਦਾ। ਦੈਟਸ ਰਾਈਟ। ਜਿਹੜਾ ਇੱਕ ਕੰਚੀ ਸੁਣ ਕੇ ਦੂਏ ਕੰਚੀ ਕੱਢ ਦਿੰਦਾ ਹੈ ਨਾ, ਤੇ ਉਹਨੂੰ ਨਹੀਂ ਅਸਰ ਇਦਾਂ ਦਾ ਹੁੰਦਾ। ਪਤਾ ਕੀ, ਸੌਰੀ ਮੈਂ ਹਮੇਸ਼ਾ ਗੱਲ ਕਰ ਦਿੰਦਾ, ਜੋ ਮੇਰੇ ਦਿਲ ਚ ਗੱਲ ਆਉਂਦੀ ਬੁਰਾ ਨਾ ਮੰਨਿਆ ਕਰੋ। ਇਹ ਵੀ ਤੇ ਇੱਕ ਤਰ੍ਹਾਂ ਬਿਮਾਰੀਆਂ ਦੀ ਗੱਲਾਂ ਹੁੰਦੀਆਂ ਨੇ, ਬੜੀਆਂ ਧੀਮੀਆਂ ਕੰਪਲੇਨ ਕਰਦੀਆਂ ਨੇ, ਇਹ ਤਾਂ ਮੇਰੀ ਗੱਲ ਸੁਣਦੇ ਨਹੀਂ, ਪਰਵਾਹ ਹੀ ਨਹੀਂ ਕਰਦੇ। ਉਹ ਤੇ ਆਦਤ ਚੰਗੀ ਹੈ, ਪਰ ਜੇ ਪਰਵਾਹ ਨਹੀਂ ਕਰਦੇ। ਨਹੀਂ, ਚਲੋ ਪਰਵਾਹ ਵੀ ਕਰਨਾ ਚਾਹੀਦਾ, ਪਰ ਤੁਸੀਂ ਉਹ ਮਨ ਨੂੰ ਸੱਟ ਨਹੀਂ। ਛੋਟੀ ਛੋਟੀ ਗੱਲ ਦੇ ਛੋਟੀ ਗੱਲ ਦੈਟਸ ਰਾਈਟ। ਹਰ ਜਗ੍ਹਾ ਉਹ ਆਪਣੀ ਪ੍ਰੈਸ਼ਰ ਲੈ ਲਵੇ, ਪ੍ਰੈਸ਼ਰ ਟੈਨਸ਼ਨ ਨਹੀਂ ਲੈਣਾ ਚਾਹੀਦਾ। ਦੈਟਸ ਰਾਈਟ। ਯਾ ਟੈਨਸ਼ਨ ਨਹੀਂ ਲੈਣਾ ਚਾਹੀਦਾ। ਤੇ ਹੋਰ ਬਾਕੀ ਹੁੰਦਾ ਹੈ ਵੀ ਇਦਾਂ ਦੇ ਵੀ ਕੇਸ ਆਏ ਜਿੱਥੇ ਉਹ ਕਹਿੰਦੇ ਵੀ ਮੇਰੇ ਮੁੰਡੇ ਨੇ ਇਦਾਂ ਕੋਈ ਕੰਮ ਕੀਤਾ ਵੀ ਉਹ ਮੇਰਾ ਨਾਂ ਖਰਾਬ ਕਰ ਦਿੱਤਾ, ਮੈਂ ਮੂੰਹ ਦਿਖਾਲਣ ਜੋਗਾ ਨਹੀਂ ਰਿਹਾ ਲੋਕਾਂ ਨੂੰ, ਹਨਾ, ਆਪਣੀ ਸ਼ਰਮ ਨਹੀਂ ਮੰਨੀ ਬਹੁਤ, ਉੱਥੋਂ ਵੀ ਕੋਈ ਨਾ ਕੋਈ ਬਿਮਾਰੀ ਸ਼ੁਰੂ ਹੋ ਸਕਦੀ ਹੈ। ਸੋ ਇਦਾਂ ਦੇ ਬੜੇ ਇੰਪੋਰਟੈਂਟ ਸਿਚੁਏਸ਼ਨ ਹੈਗੇ ਆ ਕਿ ਹਰੇਕ ਦਾ ਰਿਐਕਸ਼ਨ ਡਿਫਰੈਂਟ ਹੁੰਦਾ ਹੈ, ਸੇਮ ਰਿਐਕਸ਼ਨ ਤਾਂ ਹਰੇਕ ਦਾ ਹੁੰਦਾ ਨਹੀਂਗਾ। ਹਾਂਜੀ, ਸੋ ਉਹ ਦੇਖਣਾ ਪੈਂਦਾ ਵੀ ਕੀ ਇਹਨਾਂ ਦਾ ਰਿਐਕਸ਼ਨ ਹੋਇਆ ਆਪਣੇ ਸਿਚੁਏਸ਼ਨ ਨੂੰ, ਉਹਦੇ ਹਿਸਾਬ ਨਾਲ ਦਵਾਈ ਦੇਣੀ ਪੈਂਦੀ ਹੈ। ਬਿਮਾਰੀ ਕੋਈ ਵੀ ਹੋਵੇ ਭਾਜੀ, ਡਜ਼ਨਟ ਮੈਟਰ ਬਿਮਾਰੀ ਕਿਹੜੀ ਆ, ਉਹ ਜਿਹੜਾ ਇਮੋਸ਼ਨ ਜਿੱਥੋਂ ਸ਼ੁਰੂ ਹੋਏ ਉਹ ਸਭ ਤੋਂ ਇੰਪੋਰਟੈਂਟ ਆ। ਲੋਕੀ ਬਹੁਤ ਘੱਟ ਧਿਆਨ ਦਿੰਦੇ ਆ ਚੀਜ਼ ਤੇ। ਆਪਾਂ ਫਿਰ ਹੈਲੋ ਜੀ, ਪਹਿਲਾਂ ਕਾਲ ਲੈ ਲਿਆ। ਹੈਲੋ ਜੀ, ਸਤਿ ਸ਼੍ਰੀ ਅਕਾਲ। ਹੈਲੋ, ਸਤਿ ਸ਼੍ਰੀ ਅਕਾਲ ਜੀ। ਭੈਣ ਜੀ ਸਵਾਗਤ ਕਰਦੇ ਹਾਂ। ਤੁਹਾਡਾ ਨਾਮ ਦੱਸਣਾ ਚਾਹੋਗੇ, ਕਿੱਥੋਂ ਬੋਲਦੇ ਹੋ? ਨਾਮ ਮੇਰਾ ਹੈਗਾ ਗੁਰਬਖਸ਼। ਮੈਂ ਨਾ ਪਤਾ ਕਰਨਾ ਸੀ, ਮੇਰੀ ਅੱਡੀ ਬਹੁਤ ਜ਼ਿਆਦਾ ਦੁਖਦੀ ਹੈਗੀ ਆ। ਹਾਂ, ਤੇ ਉਹਦੇ ਵਾਸਤੇ ਕੋਈ ਐਕਸਰਸਾਈਜ਼ ਜਾਂ ਕੋਈ ਮੈਡੀਸਨ? ਹਾਂਜੀ ਭੈਣ ਜੀ, ਸੋ ਜਦੋਂ ਤੁਸੀਂ ਭਾਰ ਪਾਉਂਦੇ ਹੋਣੇ ਉਦੋਂ ਦਰਦ ਜ਼ਿਆਦਾ ਹੁੰਦਾ? ਸਵੇਰੇ ਜਦੋਂ ਉੱਠਦੀ ਆ ਉਦੋਂ ਬਹੁਤ ਜ਼ਿਆਦਾ ਦਰਦ ਹੁੰਦੀ ਆ, ਤੇ ਫਿਰ ਜੇ ਮੈਂ ਇੱਕ ਦਿਨ ਤੁਰ ਲੈਂਦੀ ਆ ਫਿਰ ਜ਼ਿਆਦਾ ਦੁਖਦੀ ਹੈਗੀ। ਸੋ ਇਹਦੀ ਇੱਕ ਦੋ ਵਜ੍ਹਾ ਹੋ ਸਕਦੀ ਹੈ। ਇੱਕ ਤਾਂ ਹੋ ਸਕਦੀ ਵੀ ਥੋੜੀ ਜਿਹੀ ਹੱਡੀ ਵਧੀ ਆ, ਹਾਂਜੀ, ਤੇ ਉਹਦੇ ਵਜ੍ਹਾ ਵੀ ਹੋ ਸਕਦੀ ਆ, ਜਾਂ ਹੈਗਾ ਵੀ ਪੈਰ ਦੇ ਥੱਲੇ ਹੁੰਦੇ ਟਿਸ਼ੂ ਲਿਗਾਮੈਂਟਸ, ਤੇ ਉਹਦੇ ਵਿੱਚ ਸੋਜ ਕਈ ਵਾਰੀ ਪੈ ਜਾਂਦੀ ਆ। ਉਹਦੇ ਵਾਸਤੇ ਕੀ ਕਰ ਸਕਦੇ ਹਾਂ? ਹੱਡੀ ਤਾਂ ਨਹੀਂ ਵਧੀ ਹੋਈ ਲੱਗਦੀ, ਕਿਉਂਕਿ ਮੇਰੇ ਸ਼ੂ ਵੀ ਹੋ ਜਾਂਦੇ ਆ ਤੇ ਤੁਰ ਵੀ ਹੋ ਜਾਂਦਾ ਉਦਾਂ। ਠੀਕ ਹੈ ਜੀ। ਹਾਂਜੀ, ਸੋ ਲਿਗਾਮੈਂਟਸ ਵਾਸਤੇ ਦਵਾਈਆਂ ਆਪਾਂ ਦੇ ਸਕਦੇ ਹਾਂ ਠੀਕ ਕਰਨ ਲਈ। ਹਾਂਜੀ, ਅੱਛਾ ਜੀ। ਹਾਂਜੀ, ਤੇ ਉਹ ਤੁਸੀਂ ਮਾਲਿਸ਼ ਜ਼ਰੂਰ ਕਰੋ ਪਰ ਪੈਰ ਨੂੰ। ਮਾਲਿਸ਼ ਤੇਲ ਦੇ ਨਾਲ? ਹਾਂਜੀ, ਤੇਲ ਦੇ ਨਾਲ। ਦੈਟਸ ਰਾਈਟ। ਤੇਲ ਨਾਲ ਜੀ। ਓਕੇ, ਕਿੰਨੀ ਵਾਰੀ ਮਾਲਿਸ਼ ਕਰਨੀ ਚਾਹੀਦੀ? ਬਈ 1-2 ਵਾਰੀ ਦਿਨ ਚ ਕਰੋ ਜੀ। ਓਕੇ, ਥੈਂਕ ਯੂ ਵੈਰੀ ਮਚ। ਥੈਂਕ ਯੂ ਜੀ। ਥੈਂਕ ਯੂ ਭੈਣ ਜੀ ਕਾਲ ਕਰਨ ਦਾ। ਮੈਂ ਬੇਸ਼ੱਕ ਕਰਨ ਦਾ ਜਦੋਂ ਤੁਸੀਂ ਕਾਲ ਰੱਖਦੇ ਨੇ ਹੋ ਫਿਰ ਵੀ ਦੇਖੋ, ਕਿਉਂਕਿ ਜਦੋਂ ਵੀ ਤੁਸੀਂ ਕਾਲ ਕਰਦੇ ਸੀ ਥੋੜੀ ਬਹੁਤੀ ਉਹਦੇ ਬਾਰੇ ਚਰਚਾ ਕਰਦੇ। ਮੈਂ ਆਪਣੇ ਵੱਲੋਂ ਤੁਹਾਡੇ ਔਨ ਯੋਰ ਬਿਹਾਫ ਮੈਂ ਸਵਾਲ ਪੁੱਛਦਾ ਹੁੰਦਾ।
ਡਾਕਟਰ ਜੀ ਇਹ ਕਹਿੰਦੇ ਕਿ ਜਦੋਂ ਮੈਂ ਚੱਲਦੀ ਹਾਂ ਉਦੋਂ ਮੈਂ ਵੀ ਥੋੜੀ ਪਕੜ ਲੈਂਦਾ ਨਾ ਗੱਲ ਕਿ ਉਹਦੇ ਜ਼ਿਆਦਾ ਦੁਖਦੀ ਹੈ ਤੇ ਚੱਲਣਾ ਤਾਂ ਚਾਹੀਦਾ ਉਹਨਾਂ ਨੂੰ ਕਿ ਉਹਦਾ ਨੁਕਸਾਨ ਹੁੰਦਾ ਨਹੀਂ ਚੱਲਣਾ ਤਾਂ ਪੈਂਦਾ ਹੀ ਆ। ਹੁਣ ਤੁਸੀਂ ਨਹੀਂ ਕਿਉਂਕਿ ਉਹ ਜਿੰਨਾ ਚੱਲਣਗੇ ਉਹ ਬੈਟਰ ਹੋਏਗਾ ਉਹਦੇ ਨਾਲ। ਐਦਾਂ ਵੀ ਕਈ ਉਹਦੀ ਐਕਸਰਸਾਈਜ਼ ਵੀ ਚਾਹੀਦੀ ਆ ਪਰ ਓਵਰ ਸਟ੍ਰੇਨ ਨਹੀਂ ਚਾਹੀਦੀ। ਹਾਂਜੀ ਓਵਰ ਸਟ੍ਰੇਨ ਨਹੀਂ ਚਾਹੀਦੀ। ਹਾਂ ਜਿੱਦਾਂ ਵੀ ਹੁਣ ਜੇ ਕੋਈ ਯੰਗਸਟਰ ਹੋਵੇ ਹਨਾ ਉਹ ਕਹਿੰਦਾ ਮੈਂ ਤਾਂ ਸਪੋਰਟਸ ਕਰਦਾ ਹਨਾ ਤਾਂ ਉਹ ਫੁੱਟਬਾਲ ਖੇਲਣ ਚੱਲ ਜਾਵੇ ਉਹ ਸਮਥਿੰਗ ਉਹ ਫਿਰ ਜ਼ਿਆਦਾ ਡੈਮੇਜ ਹੋ ਸਕਦਾ। ਹਾਂਜੀ ਜਿਹੜਾ ਤੁਹਾਡਾ ਨੋਰਮਲ ਤੁਰਨਾ ਫਿਰਨਾ ਉਹ ਤਾਂ ਕਰਨਾ ਹੀ ਚਾਹੀਦਾ। ਡਾਕਟਰ ਇਹ ਵੀ ਇੱਕ ਤਰ੍ਹਾਂ ਦੀ ਮੈਂ ਕਾਫੀ ਕਾਮਨ ਸੁਣੀ ਹੈ ਅੱਡੀਆਂ ਦੁਖਣੀਆਂ ਇਹਦਾ ਕੀ ਰੀਜ਼ਨ ਹੋ ਸਕਦਾ? ਹਾਂਜੀ ਜਿੱਦਾਂ ਆਪਾਂ ਦੱਸਿਆ ਲਿਗਾਮੈਂਟਸ ਹੁੰਦੇ ਆ ਪੈਰ ਦੇ ਥੱਲੇ ਤੇ ਉਹਨਾਂ ਵਿੱਚ ਸੋਜ ਪੈ ਜਾਂਦੀ ਕਈ ਵਾਰੀ ਤੇ ਉਹ ਫਿਰ ਦੁਖਣ ਲੱਗ ਪੈਂਦੇ ਆ। ਵੀ ਜਦੋਂ ਤੁਸੀਂ ਭਾਰ ਪਾਉਂਦੇ ਉੱਤੇ ਤੁਰਦੇ ਫਿਰਦੇ ਆ ਖੜਦੇ ਆ ਤਾਂ ਫਿਰ ਦਰਦ ਪੈਣ ਲੱਗ ਪੈਂਦਾ ਹੈ। ਪਰ ਇਹਦੇ ਲਈ ਦਵਾਈਆਂ ਹੈਗੀਆਂ ਸਾਡੇ ਕੋਲ। ਡਾਕਟਰ ਇੱਕ ਹੋਰ ਕਾਲ ਲੈ ਲੈਂਦੇ ਮੇਰੇ ਦਿਮਾਗ 'ਚ ਕੋਈ ਐਸੀ ਗੱਲ ਬੜਾ ਜੋਕ ਜੀ ਤਰ੍ਹਾਂ ਪਰ ਫਿਰ ਵੀ ਇੰਟਰਸਟਿੰਗ ਹੈਗਾ। ਹੈਲੋ ਜੀ ਸਤਿ ਸ਼੍ਰੀ ਅਕਾਲ। ਹੈਲੋ ਹੈਲੋ ਸਰ ਵੈਲਕਮ ਟੂ ਦ ਸ਼ੋ। ਆਪਣਾ ਨਾਮ ਦੱਸਣਾ ਚਾਹੋਗੇ ਕੌਣ ਬੋਲਦੇ ਹੋ? ਹਾਂਜੀ ਮੇਰਾ ਨਾਮ ਅਮਰਜੀਤ ਹੈ। ਹਾਂਜੀ ਸਵਾਗਤ ਕਰਦੇ ਹਾਂ ਅਮਰਜੀਤ ਜੀ। ਤੁਸੀਂ ਗੱਲ ਕਰੋ ਸਿੱਧਾ ਡਾਕਟਰ ਜੀ ਤੁਹਾਨੂੰ ਹੁਣ ਜਵਾਬ ਦੇਣਗੇ। ਪੁੱਛੋ ਜੀ ਕੀ ਪੁੱਛਣਾ ਚਾਹੁੰਦੇ ਹੋ? ਹਾਂਜੀ ਠੀਕ ਹੈ ਜੀ। ਹਾਂਜੀ ਬੋਲੋ ਜੀ। ਹਾਂਜੀ good morning Dr. Raj. Good morning. Good morning. I just wanted to say to come on the show and just say how you helped me with my problem that I had with my knees and I came to see you. Yes. I just wanted to say thank you that the medication that you gave me, Yes. I took it for a month and I was really happy. I've had no problems since. So I just want to say thank you that really. Yeah, that's nice. Nice How to get. did you find but Dr. Raj? We found Dr. Raj through some friends actually. I mean, we've lived in the same town for nearly 50 years. Never even knew Dr. Raj was here. And it was just through friends from another town, from actually Southall. Okay. They were having medication, said it was really good. So I wanted them with my father. And the medication, I took it for a month. And I went to see Dr. Raj last week and said to him, look, it really helped me. That's great. It's nice to hear that you're feeling better. I will always suggest to watch this program every Tuesday between 11 and 12. Every Tuesday morning between 11 and 12. We talk about different subjects. We talk about all the kind of diseases we have. And they're quite educational, informative show we do every Tuesday. Thank you. Thank you, sir. Yeah, thank you for calling. ringing. ਭਾਜੀ ਦੇਖੋ ਕਈ ਦਫਾ ਲੋਕੀ ਸ਼ੋਅ ਨਹੀਂ ਦੇਖਦੇ ਯਾਰਾਂ ਦੋਸਤਾਂ ਕੋਲੋਂ ਪਤਾ ਲੱਗ ਜਾਂਦਾ ਹੈ ਤੇ ਐਟਲੀਸਟ ਜਦੋਂ ਵੱਡੀ ਗੱਲ ਹੈਗੀ ਹੈ ਕਿਤੋਂ ਨਾ ਕਿਤੋਂ ਪਤਾ ਲੱਗਦਾ ਹੈ। ਲੋਕੀ ਵੀ ਸ਼ਾਇਦ ਸਟਰਗਲ ਕਰਦੇ ਨੇ ਪਤਾ ਕਰਨ ਮੈਨੂੰ ਕਿੱਥੋਂ ਹੈਲਪ ਮਿਲੇ ਕਿੱਥੋਂ ਮਿਲੇ। ਕਈ ਬੰਦੇ ਬੜੇ ਨੈਗੇਟਿਵ ਹੁੰਦੇ ਨੇ ਕਿ ਸੋਚ ਹੋਰ ਹੁੰਦੀ ਹੈ ਪਰ ਆਲਵੇਜ਼ ਆਪਣੀ ਮੈਡੀਕਲ ਐਡਵਾਈਸ ਲੈ ਕੇ ਗਿਵ ਅ ਗੋ। ਅਗਰ ਕਿਸੇ ਚੀਜ਼ 'ਚ ਨੁਕਸਾਨ ਨਹੀਂ ਹੈਗਾ ਤੇ ਉਹਦੇ 'ਚ ਕੋਈ ਅੱਦਾ ਨਹੀਂ ਹੈ ਕਿ ਤੁਸੀਂ ਨਾ ਕਰੋ। ਦੈਟਸ ਰਾਈਟ। ਹੋਮਿਓਪੈਥਿਕ ਦਵਾਈ ਦਾ ਕੋਈ ਨੁਕਸਾਨ ਨਹੀਂ ਹੈ। ਐਸਾ ਕੋਈ ਸਾਈਡ ਇਫੈਕਟ ਨਹੀਂ ਹੈਗੇ। ਸੋ ਵੈਰੀ ਸੇਫ ਵੈਰੀ ਜੈਂਟਲ। ਮੈਨੂੰ ਕਿਤੇ ਉਹਦੇ ਨੀ ਦੀ ਪ੍ਰੋਬਲਮ ਸੀ? ਹਾਂਜੀ ਗੋਡਿਆਂ ਦੀ ਪ੍ਰੋਬਲਮ ਸੀ। ਯੈਸ ਰਾਈਟ। ਰੀਅਲੀ? ਯਾ ਭਾਜੀ ਜੇ ਗੋਡਿਆਂ ਦੀ ਪ੍ਰੋਬਲਮ ਐਂਡ ਆਫ ਦਾ ਡੇ ਤੋਂ ਉਹਦਾ ਇੱਕੋ ਆਨਸਰ ਦਿੰਦਾ ਨਹੀਂ ਕਿ ਆਪਰੇਸ਼ਨ ਕਰ ਲਓ। ਹਾਂ ਦੈਟਸ ਰਾਈਟ। ਐਂਡ ਆਫ ਦਾ ਡੇ। ਬਟ ਦਿਸ ਇਜ਼ ਨਾਈਸ ਕਿ ਵਿਦਆਊਟ ਐਨ op ਉਹਨਾਂ ਦੇ ਜੀ ਫੀਲਿੰਗ ਲੋ ਬੈਟਰ ਨਾਓ। ਹਾਂਜੀ ਬਹੁਤ ਜਲਦੀ ਫਰਕ ਪੈ ਗਿਆ ਉਹਨੂੰ। ਹਾਂਜੀ ਮਹੀਨੇ 'ਚ ਫਰਕ ਪੈ ਗਿਆ ਕਹਿੰਦਾ। ਸੋ ਦੈਟਸ ਨਾਈਸ ਰਿਜ਼ਲਟ। Thank you very much for your call. Please keep watching the show. ਡਾਕਟਰ ਜੀ ਹੁਣ ਅਸੀਂ ਗੱਲਾਂ ਕਰਦੇ ਨੇ ਲੱਤਾਂ ਦੀਆਂ ਕਿਉਂਕਿ ਜਿੱਦਾਂ ਤੁਸੀਂ ਡਿਸਕ੍ਰਾਈਬ ਕੀਤਾ ਕਿਉਂਕਿ ਹਾਰਟ ਸਾਰਾ ਪੰਪ ਕਰਦਾ ਤੇ ਲੱਤਾਂ ਦਾ ਜਿਹੜਾ ਲੌਂਗੈਸਟ ਡਿਸਟੈਂਸ ਮੈਂ ਲਾਸਟ ਵੀ ਤੁਹਾਡੇ ਪਾਸ ਗੱਲ ਕੀਤੀ ਸੀ। ਹੁਣ ਮੇਰੇ ਵਰਗੇ ਦੇ ਜਿਹਦੇ ਲੱਤਾਂ ਲੰਮੀਆਂ ਉੱਥੇ ਤਾਂ ਪਹੁੰਚਣ ਨੂੰ ਟਾਈਮ ਲੱਗਦਾ ਜਿਹੜਾ ਬੰਦਾ ਛੋਟਾ ਹੋਵੇ ਉਦੋਂ ਵੀ ਹੁੰਦੇ ਨਹੀਂ ਰਿਲੇਟਿਵ ਹੈ ਨਾ ਇਸ ਰਿਲੇਟਿਵ ਹੈ ਨਾ ਤੁਹਾਡਾ ਤਾਂ ਫਰਕ ਪੈਂਦਾ ਹੋਗਾ। ਹਾਰਟ ਵੀ ਤੁਹਾਡਾ ਉਨਾ ਹੀ ਸਟਰੋਂਗ ਹੋਣਾ ਨਾ ਏਡੇ ਵੱਡੇ ਬੰਦੇ। ਮੈਂ ਸੋਚਿਆ ਸ਼ਾਇਦ ਵੱਡੇ ਹੋਣ ਦਾ ਫਾਇਦਾ ਵੀ ਹੈ ਤੇ ਨੁਕਸਾਨ ਵੀ ਹੈ ਨਾ ਇੱਕ ਪਾਸੇ। ਦੈਟਸ ਰਾਈਟ। ਐਡਵਾਂਟੇਜ ਡਿਸਐਡਵਾਂਟੇਜ ਹਰ ਇੱਕ ਪ੍ਰੋਸ ਕਾਉਂਸ ਹਰ ਇੱਕ ਚੀਜ਼ ਮੇਰੇ ਮਾਈਂਡ 'ਚ ਗੱਲ ਆਉਂਦੀ ਹੈ ਮੈਂ ਕਿ ਯਾਰ ਛੋਟੇ ਬੰਦਿਆਂ ਤੇ ਤਾਂ ਸ਼ਾਇਦ ਪੈਰ ਨਹੀਂ ਦੁਖਦੇ ਹੋਣੇ। ਇੱਥੇ ਸਰਵੇ ਕਰਨੀ ਚਾਹੀਦੀ ਹੈ ਵੈਸੇ ਕਰਨੀ ਚਾਹੀਦੀ ਰਿਸਰਚ। ਇੰਟਰਸਟਿੰਗ ਪੁਆਇੰਟ ਹੈ। ਦੈਟਸ ਰਾਈਟ। ਯਾ ਚਲੋ ਐਨੀਵੇ ਇੱਕ ਹੋਰ ਕਾਲ ਹੈ। ਹੈਲੋ ਜੀ ਸਤਿ ਸ਼੍ਰੀ ਅਕਾਲ। ਹੈਲੋ ਜੀ ਸਤਿ ਸ਼੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ ਆਪਣਾ ਨਾਮ ਦੱਸਣਾ ਚਾਹੋਗੇ ਕਿੱਥੋਂ ਬੋਲਦੇ ਹੋ? ਹਾਂਜੀ ਗੁਰਬਖਸ਼ ਕੌਰ। ਹਾਂਜੀ ਥੈਂਕ ਯੂ। ਤੁਸੀਂ ਹੁਣੇ ਕਾਲ ਕਰਕੇ ਹਟੇ ਕਿ ਕੋਈ ਹੋਰ ਗੁਰਬਖਸ਼ ਕੌਰ ਰਹਿ ਗਈ ਹੈ? ਹਾਂਜੀ ਨਹੀਂ ਕੀਤਾ ਅੱਗੇ ਕੀਤਾ ਸੀਗਾ ਉਹਨਾਂ ਗੁਰਬਖਸ਼ ਕੌਰ ਉਹਦਾ ਨਹੀਂ ਪਤਾ ਮੈਨੂੰ। ਮੈਂ ਇੱਕ ਬੈਂਸਵਾਰੀ ਤੋਂ ਬੋਲਦੀ ਪਰ ਚਲੋ ਕੋਈ ਨਹੀਂ ਤੁਸੀਂ ਗੱਲ ਕਰੋ ਹੁਣ ਡਾਕਟਰ ਜੀ ਤੁਹਾਨੂੰ ਜਵਾਬ ਦੇਣਗੇ। ਪੁੱਛੋ ਕੀ ਪੁੱਛਣਾ ਚਾਹੁੰਦੇ? ਹਾਂਜੀ ਮੇਰਾ ਕੰਨ ਬਹੁਤ ਦੁਖਦਾ ਹੈ।
ਰੈਤਾਲ ਹਾਂਜੀ, ਕਿੰਨਾ ਚਿਰ ਹੋ ਗਿਆ ਭੈਣ ਜੀ? ਤਾਂ ਉਹਦਾ ਤਾਂ ਖਾਲੀ ਹੋ ਚੱਲਿਆ, ਜਿੱਦਾਂ ਅੱਗੇ ਦੁਖਦਾ ਨਹੀਂ ਸੀ ਤਾਂ ਉਹਦੇ ਖਾਜ ਜੀ ਆਉਂਦੀ ਹੁੰਦੀ ਸੀਗੀ, ਹੁਣ ਡੁੱਲਦਾ ਵੀ ਮਾੜਾ ਮਾੜਾ ਤਾਂ ਦੁਖਦਾ ਵੀ। ਅੱਛਾ ਜੀ, ਕੋਈ ਡਿਸਚਾਰਜ ਵੀ ਵਿੱਚੋਂ ਪਾਣੀ ਵੀ ਨਿਕਲਦਾ ਕੰਨ ਚੋਂ? ਹਾਂਜੀ ਹਾਂਜੀ, ਪੀਕ ਜਿਹੀ ਨਿਕਲਦੀ ਜਿਹਦੇ ਜਦ ਰੰਗ। ਹਾਂਜੀ, ਫਿਰ ਤੁਹਾਡੇ ਭੈਣ ਜੀ ਇਨਫੈਕਸ਼ਨ ਹੋਇਆ ਇਹ? ਹਾਂਜੀ ਹਾਂਜੀ, ਜਾਂ ਫਿਰ ਤੁਹਾਨੂੰ ਜੇ ਤੁਸੀਂ ਆਪਣੇ ਫੈਮਿਲੀ ਡਾਕਟਰ ਤੋਂ ਲੈਣਾ ਹੋਵੇ ਤੁਹਾਨੂੰ ਐਂਟੀਬਾਇਓਟਿਕ ਦੇ ਦੇਣੇ ਆ। ਉਹ ਦਿੱਤਾ ਸੀ, ਉਹਨਾਂ ਫਰਕ ਨਹੀਂ ਪਿਆ ਵਾ। ਅੱਛਾ ਅੱਛਾ ਜੀ, ਹਾਂਜੀ ਕੋਈ ਨਹੀਂ, ਸਾਡੇ ਕੋਲ ਦਵਾਈ ਹੈਗੀ ਠੀਕ ਕਰਨ ਨੂੰ ਭੈਣ ਜੀ। ਹਾਂ, ਅੱਛਾ ਤੇ ਕੰਟੈਕਟ ਕਰ ਲਿਓ ਸਾਨੂੰ ਤੇ ਦਵਾਈ ਤੁਹਾਨੂੰ ਭੇਜ ਦੇਵਾਂਗੇ, ਕੋਈ ਪ੍ਰੋਬਲਮ ਨਹੀਂ। ਥੈਂਕ ਯੂ ਭੈਣ ਜੀ ਕਾਲ ਕਰਨ ਦਾ। ਕਈ ਵਾਰੀ ਕ੍ਰੋਨਿਕ ਹੋ ਜਾਂਦਾ ਜਿਹੜਾ ਕੰਨ ਵਿੱਚ ਮੈਂ ਜੀ ਇਨਫੈਕਸ਼ਨ। ਜਰਾ ਮੈਂ ਬੇਸ਼ੱਕ ਇਹਦਾ ਸੀ ਜ਼ਿਕਰ ਕਰਦਾ ਥੋੜਾ ਜਿਹਾ, ਤੁਸੀਂ ਕਾਲ ਕੀਤਾ, ਮੈਂ ਤੁਹਾਨੂੰ ਨੰਬਰ ਦੱਸ ਦਵਾਂ 0121551001 ਤੇ ਕਾਲ ਕਰਕੇ ਨੰਬਰ ਲੈ ਕੇ ਨਾ ਡਾਕਟਰ ਜੀ ਨੂੰ, ਅੱਜ ਟਿਊਜ਼ਡੇ ਤੇ ਬੁੱਧਵਾਰ ਤੁਸੀਂ ਕਰ ਸਕਦੇ ਹੋ 10 ਤੋਂ 11 ਤੇ ਫਰਾਈਡੇ ਕਰ ਸਕਦੇ ਹੋ। ਸੋ ਪਲੀਜ਼ ਮੇਕ ਸ਼ੋਰ ਨੰਬਰ ਲੈ ਕੇ ਤੁਸੀਂ ਡਾਕਟਰ ਜੀ ਨੂੰ ਕਾਲ ਕਰਿਓ। ਵੱਡੀ ਗੱਲ ਕਿ ਜੋ ਡਾਕਟਰ ਜੀ ਨੇ ਤੁਹਾਡੀ ਨਬਜ਼ ਫੜ ਲਈ ਹੈ ਕਿ ਕੀ ਬਿਮਾਰੀ ਹੋ ਸਕਦੀ ਹੈ, ਉਹਦਾ ਇਲਾਜ ਹੈਗਾ ਹੈ। ਪਰ ਡਾਕਟਰ ਜੀ ਹੁਣ ਇੱਕ ਗੱਲ ਹੋ ਰਹੀ ਹੈ, ਉਹਨਾਂ ਨੇ ਦੱਸਿਆ ਕਿ ਸਾਲ ਹੋ ਗਏ, ਪਰ ਇੰਨੀ ਲੇਟ ਕਿਉਂ ਵੇਟ ਕਰਦੇ ਨੇ? ਵਾਟ ਡੂ ਦੇ ਵੇ ਫॉर दैट ਲੌਂਗ ਟਾਈਮ? ਹਾਂਜੀ, ਕੀ ਕਾਰਨ? ਹੁਣ ਜੀਪੀ ਤਾਂ ਮਿਲਦੇ ਨਹੀਂਗੇ, ਜੀਪੀ ਮਿਲਦੇ ਨਹੀਂਗੇ, ਡਾਕਟਰਾਂ ਨੂੰ ਫੋਨ ਕਰਦੇ ਹੋ। ਗੱਲ ਚੈਨਲ ਵਾਚ ਕਰਿਆ ਕਰੋ, ਮੈਂ ਹਮੇਸ਼ਾ ਕਹਿੰਦਾ ਹੁੰਦਾ ਓਨੈਸਟਲੀ। ਸੋ ਨਾ ਹਰ ਤਰ੍ਹਾਂ ਦੀ ਭਾਜੀ ਮੈਂ ਹਮੇਸ਼ਾ ਨਾ ਓਨੈਸਟਲੀ, ਬਿਕੋਜ਼ ਅਸੀਂ ਚੈਨਲ ਤੁਹਾਡਾ ਸਾਰਿਆਂ ਦਾ ਚੈਨਲ ਹੈ, ਕੋਈ ਮੇਰਾ ਆਪਣਾ ਨਹੀਂ, ਮੇਰੇ ਕੋਈ ਫੁੱਫੀ ਦੇ ਲੜਕੇ ਦਾ ਨਹੀਂ ਹੈਗਾ ਚੈਨਲ, ਇਹ ਸੰਗਤ ਦਾ ਚੈਨਲ ਹੈਗਾ। ਤੁਹਾਨੂੰ ਤਰ੍ਹਾਂ ਤਰ੍ਹਾਂ ਦੇ ਤੁਹਾਡੇ ਲਈ ਅਸੀਂ ਸ਼ੋਅ ਲੈ ਕੇ ਆਉਂਦੇ ਹਾਂ, ਹਰ ਤਰ੍ਹਾਂ ਦੇ, ਜਿੱਥੇ ਕਿ ਤੁਹਾਡਾ ਫਾਇਦਾ ਹੋ ਸਕੇ। ਬਿਮਾਰੀ ਦਾ ਹੋਵੇ, ਤੁਸੀਂ ਪ੍ਰੋਫੈਸ਼ਨਲ ਬਣਨਾ ਹੋਵੇ, ਆਪਣੇ ਧਾਰਮਿਕ ਤੁਸੀਂ ਪ੍ਰੋਗਰਾਮ ਸੁਣਨਾ ਹੋਵੇ, ਤੁਸੀਂ ਨਿਊਜ਼ ਸੁਣਨੀ ਹੁੰਦੀ ਹੈ ਇੰਡੀਆ ਦੀ ਜਾਂ ਨੈਸ਼ਨਲ ਨਿਊਜ਼, ਹਰ ਤਰ੍ਹਾਂ ਦੀ ਅਸੀਂ ਪ੍ਰੋਗਰਾਮ ਤੁਹਾਡੇ ਪਾਸ ਲੈ ਕੇ ਆਉਂਦੇ ਹਾਂ, ਕੇਟਰ ਕਰਦੇ ਹਾਂ ਹਰ ਇਨਸਾਨ ਦੀ ਜ਼ਰੂਰਤ। ਕੋਸ਼ਿਸ਼ ਕਰਿਆ ਕਰੋ, ਵਾਚ ਕਰਿਆ ਕਰੋ, ਬੱਚਿਆਂ ਨੂੰ ਵੀ ਦੱਸਿਆ ਕਰੋ। ਕਈ ਲੋਕਾਂ ਦੇ ਦਿਮਾਗ 'ਚ ਕਿ ਇਹ ਬਜ਼ੁਰਗਾਂ ਦਾ ਚੈਨਲ ਹੈ, ਇਹ ਹਰ ਤਰ੍ਹਾਂ ਦਾ ਚੈਨਲ ਹੈ, ਹਰ ਬੱਚੇ ਦੀ ਏਜ ਦਾ ਚੈਨਲ ਹੈਗਾ, ਬਿਕੋਜ਼ ਬੜੇ ਐਜੂਕੇਸ਼ਨ ਬੜੇ ਇਨਫੋਰਮੇਟਿਵ ਸ਼ੋਅ ਹੁੰਦੇ ਆ ਉੱਪਰ, ਲਾਈਕ ਦਿਸ ਵਾਲਾ ਵਿਦ ਡਾਕਟਰ ਰਾਜ, ਹੋਰ ਜ਼ਿਆਦਾ ਦੇ ਬੜੇ ਸ਼ੋਅ ਹੁੰਦੇ ਨੇ। ਤੇ ਡਾਕਟਰ ਜੀ ਇਹਨਾਂ ਦੀ ਵੱਡੀ ਗੱਲ, ਤੁਸੀਂ ਜਿੰਨਾ ਡਿਲੇ ਕਰਦੇ ਹੋ ਉਹ ਤੇ ਫਿਰ ਨੁਕਸਾਨ, ਟ੍ਰੀਟਮੈਂਟ 'ਚ ਟਾਈਮ ਲੱਗੇਗਾ ਉਹਦਾ। ਹੋ ਸਕਦਾ ਉਹ ਬਿਮਾਰੀ ਵਧ ਜਾਂਦੀ ਹੈ। ਹਾਂਜੀ ਦੈਟਸ ਰਾਈਟ, ਪਰ ਕਈ ਕੇਸ ਇਦਾਂ ਦੇ ਦੇਖੇ ਆ ਜਿੱਥੇ ਉਹ ਐਂਟੀਬਾਇਓਟਿਕ ਵੀ ਖਾਂਦੇ ਆ, ਫਿਰ ਵੀ ਉਹ ਥੋੜਾ ਚਿਰ ਫਰਕ ਪੈਂਦਾ ਹੈ, ਮੁੜ ਕੇ ਫਿਰ ਇਨਫੈਕਸ਼ਨ ਹੋ ਜਾਂਦਾ। ਇਹਦਾ ਮਤਲਬ ਇਹ ਹੁੰਦਾ ਵੀ ਉਹਨਾਂ ਦੀ ਜਿਹੜੀ ਵਾਈਟੈਲਿਟੀ ਹੈ ਨਾ, ਵਾਈਟਲ ਐਨਰਜੀ ਆ, ਘਟ ਚੁੱਕੀ ਆ। ਹਾਂਜੀ, ਸੋ ਬਾਡੀ ਉਹਨੂੰ ਕੋਪ ਨਹੀਂ ਕਰ ਰਹੀ। ਸੋ ਇੱਥੇ ਹੋਮਿਓਪੈਥਿਕ ਦਵਾਈ ਕਰਕੇ ਉਹ ਐਨਰਜੀ ਮੈਡੀਸਨ ਹੁੰਦੀ ਹੈ ਨਾ, ਉਹ ਫਿਰ ਐਨਰਜੀ ਬਾਡੀ ਦੀ ਅਪ ਕਰਦੀ ਆ ਤੇ ਫਾਈਟ ਕਰਦੀ ਆ ਉਹ ਇਨਫੈਕਸ਼ਨ ਦੇ ਨਾਲ। ਚਲੋ ਆਪਣੇ ਕੋਲ ਕਾਲ ਲੈਂਦੇ। ਹੈਲੋ ਜੀ, ਸਤਿ ਸ਼੍ਰੀ ਅਕਾਲ। ਹੈਲੋ, ਅਤੇ ਡ੍ਰੌਪ ਹੋ ਗਿਆ। ਪਲੀਜ਼ ਜਦੋਂ ਵੀ ਤੁਸੀਂ ਕਾਲ ਤੇ ਆਉਂਦੇ ਹੋ ਥੋੜਾ ਧਿਆਨ ਦਿਓ ਜਦੋਂ ਅਸੀਂ ਆਨਸਰ ਕਰਦੇ ਹਾਂ, ਕਿਉਂਕਿ ਇੱਕ ਦਫਾ ਗੱਲ ਕਰਦੇ ਟਾਈਮ ਲੱਗ ਜਾਂਦਾ। ਬੀ ਰੈਡੀ, ਫਟਾਫਟ ਤੁਸੀਂ ਹੈਲਪ ਕਰਕੇ ਗੱਲ ਕਰੋ। ਹੈਲੋ, ਕੋਸ਼ਿਸ਼ ਕਰੋ ਤੁਸੀਂ ਵਾਪਸ ਵੱਲੋਂ ਦਾ ਤੁਸੀਂ। ਹੈਲੋ ਜੀ, ਸਤਿ ਸ਼੍ਰੀ ਅਕਾਲ, ਲਾਈਨ ਤੇ ਆ ਗਏ ਵਾਪਸ। ਹੈਲੋ, ਹਾਂਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਹਾਂਜੀ ਭੈਣ ਜੀ, ਆਪਣਾ ਨਾਮ ਦੱਸਣਾ ਚਾਹੋਗੇ, ਕਿੱਥੋਂ ਬੋਲਦੇ ਹੋ? ਮੈਂ ਸਕਾਟਲੈਂਡ ਤੋਂ ਬੋਲਦੀ ਹਾਂ। ਸਵਾਗਤ ਹੈ, ਤੁਸੀਂ ਹੁਣ ਡਾਕਟਰ ਜੀ ਨਾਲ ਗੱਲ ਕਰੋ, ਤੁਹਾਨੂੰ ਜਵਾਬ ਦੇਣਗੇ। ਮੈਂ ਡਾਕਟਰ ਸਾਹਿਬ ਨੂੰ ਧੰਨਵਾਦ ਕਰਨਾ ਚਾਹੁੰਦੀ ਹਾਂ। ਮੇਰੇ ਗੋਡੇ ਬਹੁਤ ਦੁਖਦੇ ਸੀਗੇ, ਪਿੰਨੀਆਂ ਵੀ ਦੁਖਦੀਆਂ ਸੀਗੀਆਂ, ਮੇਰਾ ਹਿੱਪ ਵੀ ਦੁਖਦੀ ਸੀਗੀ ਤੇ ਮੈਨੂੰ ਘਟਾਰ ਵੀ ਬਹੁਤ ਆਉਂਦੇ ਸੀਗੇ। ਡਾਕਟਰ ਸਾਹਿਬ ਨੇ, ਮੈਂ ਇਹਨਾਂ ਕੋਲੋਂ ਦਵਾਈ ਲਈ ਤੇ ਮੈਨੂੰ ਫਾਇਦਾ ਬਹੁਤ ਹੋਇਆ, ਬਹੁਤ ਗੋਡੇ ਵੀ ਹਟ ਗਏ ਦਰਦ ਹੋਣੋਂ ਤੇ ਮੈਨੂੰ ਖਾਣਾ ਵੀ ਪਚਣ ਲੱਗ ਪਿਆ। ਮੈਂ ਇਹਨਾਂ ਦਾ ਧੰਨਵਾਦ ਕਰਨਾ ਚਾਹੁੰਦੀ ਹਾਂ। ਬਹੁਤ ਬਹੁਤ ਧੰਨਵਾਦ ਡਾਕਟਰ ਸਾਹਿਬ ਜੀ। ਹਾਂਜੀ, ਥੈਂਕ ਯੂ ਭੈਣ ਜੀ, ਥੈਂਕ ਯੂ ਭੈਣ ਜੀ, ਕਿੰਨੇ ਕੁ ਦੇਰ ਤੁਸੀਂ ਦਵਾ ਖਾਦੀ ਸੀਗੀ? ਹਾਂਜੀ, ਕਿੰਨੇ ਕੁ ਦੇਰ ਲਈ ਤੁਸੀਂ ਲਿੱਤੀ ਮੈਡੀਕੇਸ਼ਨ ਡਾਕਟਰ ਕੋਲੋਂ? ਕਿਹੜੀ ਮੈਡੀਸਨ ਲਈ ਸੀਗੀ? ਨਹੀਂ, ਕਿੰਨਾ ਚਿਰ ਮੈਂ 3 ਮਹੀਨੇ ਲਈ ਸੀਗੀ ਤੇ ਮੈਨੂੰ ਕਬਜ਼ ਵੀ ਬਹੁਤ ਸੀਗੀ, ਉਹ ਵੀ ਠੀਕ ਹੋ ਗਈ। ਥੋੜੀ ਥੋੜੀ ਮੈਂ ਹਜੇ ਲੈਣੀ ਆ ਉਹ, ਪਰ ਉਹਦਾ ਠੀਕ ਹੋ ਗਈ ਸਾਰੀ। ਹੁਣ ਬਿਲਕੁਲ ਤੰਦਰੁਸਤ, ਇੱਕਦਮ ਠੀਕ ਹੋ ਤੁਸੀਂ? ਹਾਂਜੀ, ਮੇਰੇ ਬਿਲਕੁਲ ਦਰਦ ਨਹੀਂ ਕਰਦੇ ਹੈਗੇ ਗੋਡੇ। ਅੱਗੇ ਮੈਂ ਜਦੋਂ ਪੈਂਦੀ ਸੀਗੀ, ਸੌਂਦੀ ਸੀਗੀ, ਮੈਂ ਖੁਸ਼ੀ ਲੈ ਕੇ ਗੋਡਿਆਂ ਦੇ ਵਿਚਾਲੇ ਸੌਂਦੀ ਹੁੰਦੀ ਸੀਗੀ, ਪਰ ਹੁਣ ਉਹਦੀ ਵੀ ਨਹੀਂ ਲੋੜ ਪੈਂਦੀ ਹੈਗੀ। ਜਦੋਂ ਮੈਂ ਬੈੱਡ ਤੋਂ ਉੱਠਦੀ ਸੀਗੀ, ਮੇਰੇ ਕੋਲ ਤੁਰ ਨਹੀਂ ਹੁੰਦਾ ਸੀਗਾ, ਉਹ ਵੀ ਐਨ ਠੀਕ ਆ। ਮੈਂ ਐਨ, ਮੇਰਾ ਦਰਦ ਨਹੀਂ ਬਿਲਕੁਲ ਹੁੰਦਾ ਹੈਗਾ ਹੁਣ। ਭੈਣ ਜੀ, ਹੁਣ ਤਾਂ ਆਵਾਜ਼ ਤੋਂ ਪਤਾ ਲੱਗਦਾ ਤੁਸੀਂ ਤੰਦਰੁਸਤ ਹੈਗੇ ਹੋ। ਹਾਂਜੀ, ਮੈਂ ਬਹੁਤ ਧੰਨਵਾਦ ਕਰਦੀ ਇਹਨਾਂ ਦਾ, ਮੈਂ ਐਨ ਠੀਕ ਆ ਹੁਣ। ਥੈਂਕ ਯੂ ਭੈਣ ਜੀ, ਥੈਂਕ ਯੂ ਭੈਣ ਜੀ, ਥੈਂਕ ਯੂ ਫੋਨ ਕਰਨ ਦਾ। ਥੈਂਕ ਯੂ ਜੀ, ਥੈਂਕ ਯੂ ਜੀ, ਥੈਂਕ ਯੂ ਭੈਣ ਜੀ। ਦੇਖੋ ਅਸੀਂ ਇਹਦੇ ਬਾਰੇ ਗੱਲਾਂ ਕਰਦੇ ਸੀ, ਹੱਡੀਆਂ ਬਾਰੇ, ਲੱਤਾਂ ਬਾਰੇ, ਗੋਡਿਆਂ ਬਾਰੇ। ਦੈਟਸ ਰਾਈਟ ਹੈ ਹਾਂ। ਤੇ ਉਹ ਬੇਸਿਕਲੀ ਜਿੱਦਾਂ ਵੀ ਤੁਸੀਂ ਕਾਲ ਕੀਤਾ ਸੀ, ਲੈਗਸ ਬਾਰੇ ਕੀਤਾ, ਹੱਡੀਆਂ ਬਾਰੇ ਕੀਤਾ, ਤੁਸੀਂ ਸੁਣ ਲਿੱਤਾ। ਜਿਹੜੇ ਲੇਡੀ ਸਕਾਟਲੈਂਡ ਤੋਂ ਆਏ ਸੀ। ਸਕਾਟਲੈਂਡ ਤੋਂ, ਹਾਂਜੀ ਹਾਂ, ਸਕਾਟਲੈਂਡ ਤੋਂ। ਉਹਨਾਂ ਨੂੰ ਵੀ ਸੇਮ ਪ੍ਰੋਬਲਮ ਸੀਗੀ, ਉਹਨਾਂ ਨੇ ਇਹਨਾਂ ਦੀ ਮੈਡੀਕੇਸ਼ਨ ਟਰਾਈ ਕੀਤੀ ਤੇ ਡਾਕਟਰ ਜੀ ਫਿਰ ਗੱਲ ਉੱਥੇ ਫੇਰ ਆ ਜਾਂਦੀ ਹੈ। ਕਈ ਦਫਾ
ਹਰ ਮੈਡੀਸਨ ਤੁਸੀਂ ਸੇਮ ਬੰਦੇ ਨੂੰ ਜਦੋਂ ਦੂਸਰੇ ਤੀਜੇ ਨੂੰ ਦਿੰਦੇ ਹਰ ਨੂੰ ਉਹੀ ਮਦਦ ਨਹੀਂ ਕਰਦੇ ਹੋ ਬਿਕੋਜ਼ ਤੁਹਾਡਾ ਇਮਿਊਨ ਸਿਸਟਮ ਤੇ ਡਿਪੈਂਡ ਕਰਦਾ ਤੁਹਾਡੀ ਪੋਜ਼ਿਟਿਵਿਟੀ ਤੇ ਡਿਪੈਂਡ ਕਰਦਾ ਕਿ ਤੁਸੀਂ ਕੀ ਸੋਚ ਕੇ ਮੈਡੀਸਨ ਲੈਂਦੇ ਹੋ ਦੈਟਸ ਰਾਈਟ ਅਗਰ ਤੁਹਾਡਾ ਥੋਟ ਹੀ ਨੈਗੇਟਿਵ ਹੈਗਾ ਤੇ ਮੈਡੀਸਨ ਨਹੀਂ ਕੰਮ ਕਰੇਗੀ ਫਿਰ ਦੈਟਸ ਰਾਈਟ ਦੇਖੋ ਜੀ ਹਰੇਕ ਦਾ ਮਨ ਜਿਹੜਾ ਉਹ ਅਲੱਗ ਆ ਅਲੱਗ ਹੈ। ਹਰੇਕ ਦਾ ਸਰੀਰ ਅਲੱਗ ਆ ਹਾਂਜੀ ਇਸੇ ਕਰਕੇ ਉਹ ਸਿਲੈਕਟ ਕਰਨੀਆਂ ਪੈਂਦੀਆਂ ਦਵਾਈਆਂ ਉਹੀ ਜਿਹੜੀਆਂ ਬੰਦੇ ਨੂੰ ਸੂਟ ਕਰਦੀਆਂ ਹਾਂਜੀ ਇਹ ਨਹੀਂ ਹੈਗਾ ਵੀ ਜੇ ਤੁਸੀਂ ਆਰਥਰਾਈਟਿਸ ਆ ਤਾਂ ਸਾਰਿਆਂ ਨੂੰ ਨੈਪਰੋਕਸਨ ਦੇਈ ਜਾਓ ਐਂਟੀ ਇਨਫਲੇਮੇਟਰੀ ਦੇਈ ਜਾਓ ਜਾਂ ਬਰੂਫੈਨ ਦੇਈ ਜਾਓ ਆਈਬੂਪ੍ਰੋਫੈਨ ਦੇਈ ਜਾਓ ਸਾਰਿਆਂ ਨੂੰ ਸੋ ਉਹਦੇ ਨਾਲ ਉਹ ਠੀਕ ਨਹੀਂ ਹੁੰਦਾ ਉਹ ਸਿਰਫ ਕੰਟਰੋਲ ਕਰਦੀਆਂ ਉਹ ਦਵਾਈਆਂ ਜਿਹੜੀਆਂ ਕੈਮੀਕਲ ਦਵਾਈਆਂ ਤੇ ਹੋਮਿਓਪੈਥਿਕ ਦਵਾਈਆਂ ਐਨਰਜੀ ਦਵਾਈਆਂ ਇਹ ਬਾਡੀ ਨੂੰ ਸਟਿਮੂਲੇਟ ਕਰਦੀਆਂ ਤੇ ਆਪਣੇ ਆਪ ਨੂੰ ਠੀਕ ਕਰੇ ਹੀਲ ਅਪ ਕਰੇ ਸੋ ਦੈਟਸ ਦ ਡਿਫਰੈਂਸ ਡਾਕਟਰ ਜੀ ਥੋੜਾ ਬਹੁਤ ਸਮ ਅਪ ਕਰ ਦਿਓ ਜੇ ਤੁਸੀਂ ਚਾਹੁੰਦੇ ਜਿਹੜੇ ਸਲਾਈਡ ਵਗੈਰਾ ਦੇਖਿਆ ਹਾਂਜੀ ਸੋ 2 ਮਿੰਟ ਰਹਿੰਦੇ ਨੇ ਦੈਟਸ ਰਾਈਟ ਸੋ ਆਪਾਂ ਬਿਮਾਰੀਆਂ ਦੀ ਵਜ੍ਹਾ ਬਾਰੇ ਆਪਾਂ ਦੱਸਿਆ ਕਾਫੀ ਤੇ ਇਹ ਹੈਗਾ ਵੀ ਜਿਹੜੀ ਇਮੋਸ਼ਨਲ ਪ੍ਰੋਬਲਮਸ ਆ ਜਜ਼ਬਾਤੀ ਪ੍ਰੋਬਲਮ ਆ ਇਹ ਜ਼ਿਆਦਾ ਹੀ ਸਾਡੇ ਲਈ ਇੰਪੋਰਟੈਂਟ ਹੈ ਹੋਮਿਓਪੈਥੀ ਵਿੱਚ ਕਿਉਂਕਿ ਆਪਾਂ ਮਨ ਤੇ ਵੀ ਦਵਾਈ ਦੇਈਦੀ ਆ ਤਨ ਤੇ ਵੀ ਦੇਈਦੀ ਆ ਜੇ ਆਪਾਂ ਦੋਨੇ ਲਈਏ ਤਾਂ ਸਹੀ ਦਵਾਈ ਬਣਦੀ ਆ ਤੇ ਉਹ ਫਿਰ ਤੁਹਾਡੀ ਸਰੀਰ ਨੂੰ ਸਟਿਮੂਲੇਟ ਕਰਦੀ ਵੀ ਆਪਣੇ ਆਪ ਨੂੰ ਹੀਲ ਅਪ ਕਰ ਲਵੇ ਠੀਕ ਹੋ ਜਾਵੇ ਤੇ ਬਿਮਾਰੀ ਤੁਹਾਡੀ ਹਟ ਜਾਵੇ ਜੇ ਤੁਸੀਂ ਐਲੋਪੈਥੀ ਦਵਾਈਆਂ ਲੈਂਦੇ ਉਹ ਟੈਂਪਰੇਰੀ ਰਿਲੀਫ ਦਿੰਦੀਆਂ 3-4 ਘੰਟੇ ਤੁਹਾਡਾ ਦਰਦ ਜਿਹੜਾ ਦਬਾ ਦਿੰਦੀਆਂ ਤੇ ਮੁੜ ਕੇ ਤੁਹਾਨੂੰ ਫੇਰ ਉਹ ਖਾਣੀ ਪੈਂਦੀ ਆ ਤੇ ਉਹਦੇ ਨਾਲ ਬਿਮਾਰੀ ਨਹੀਂ ਹਟਦੀ ਹੈਗੀ ਬਿਮਾਰੀ ਤਕਰੀਬਨ ਵੱਧਦੀ ਰਹਿੰਦੀ ਆ ਤੇ ਕਈ ਤਰ੍ਹਾਂ ਦੇ ਕੈਮੀਕਲਸ ਹੈਗੇ ਫੂਡ ਵਿੱਚ ਆ ਜਾਂਦੇ ਜਿੱਦਾਂ ਪੈਸਟੀਸਾਈਡਸ ਛਿੜਕਦੇ ਉੱਤੇ ਦਵਾਈਆਂ ਛਿੜਕਦੇ ਆ ਫਸਲਾਂ ਦੇ ਉੱਤੇ ਉਹ ਸਾਰੇ ਸਾਡੇ ਅੰਦਰ ਜਮ੍ਹਾਂ ਹੁੰਦੀਆਂ ਰਹਿੰਦੀਆਂ ਜਮ੍ਹਾਂ ਜਦੋਂ ਉਹ ਕੋਈ ਟਿਪਿੰਗ ਪੁਆਇੰਟ ਹੁੰਦਾ ਥ੍ਰੈਸ਼ਹੋਲਡ ਤੇ ਉਹ ਜ਼ਿਆਦਾ ਹੋ ਜਾਂਦਾ ਹੈ ਕੈਮੀਕਲ ਸਾਡੇ ਅੰਦਰ ਤਾਂ ਕੋਈ ਨਾ ਕੋਈ ਬਿਮਾਰੀ ਸ਼ੁਰੂ ਹੋ ਜਾਂਦੀ ਹੈ ਹਾਂਜੀ ਕੋਈ ਲਿਵਰ ਦੀ ਬਿਮਾਰੀ ਜਾਂ ਗੋਲ ਬਲੈਡਰ ਦੀ ਬਿਮਾਰੀ ਕਿਡਨੀ ਡਿਜ਼ੀਜ਼ ਕੁਝ ਵੀ ਇੱਦਾਂ ਸ਼ੁਰੂ ਹੋ ਸਕਦਾ ਖਾਸ ਕਰਕੇ ਹੈਵੀ ਮੈਟਲਸ ਤੋਂ ਤੇ ਹੈਵੀ ਮੈਟਲਸ ਆਉਂਦੇ ਜਿੱਦਾਂ ਆਪਾਂ ਐਲੂਮੀਨੀਅਮ ਦੱਸਿਆ ਸੀ ਐਲੂਮੀਨੀਅਮ ਦੇ ਪਤੀਲੇ ਜਿਹੜੇ ਆ ਉਹ ਨਹੀਂ ਵਰਤਣੇ ਚਾਹੀਦੇ ਹੌਲੀ ਹੌਲੀ ਉਹ ਮੈਟਲ ਜਿਹੜਾ ਤੁਹਾਡੇ ਅੰਦਰ ਜਾਂਦਾ ਰਹਿੰਦਾ ਤੇ ਕਾਫੀ ਨੁਕਸਾਨ ਕਰਦਾ ਹੈ ਐਲੂਮੀਨੀਅਮ ਜਿਹੜਾ ਇੱਕ ਪੋਇਜ਼ਨ ਆ ਤੇ ਇਹ ਵੀ ਰਿਸਰਚ ਨੇ ਦੱਸਿਆ ਪਈ ਜਿਹੜਾ ਐਲੂਮੀਨੀਅਮ ਬ੍ਰੇਨ ਵਿੱਚ ਜਮ੍ਹਾਂ ਹੁੰਦਾ ਰਹਿੰਦਾ ਤੇ ਲੋਕਾਂ ਨੂੰ ਅਲਜ਼ਾਈਮਰਸ ਡਿਜ਼ੀਜ਼ ਇਸ ਵਜ੍ਹਾ ਸੇ ਹੋ ਸਕਦੀ ਹੈ ਤੇ ਬਾਕੀ ਹੈਗਾ ਵੀ ਜਿਹੜੇ ਨੌਨ ਸਟਿਕ ਪੈਨਸ ਆ ਸਾਡੀ ਉਹ ਸਲਾਹ ਹੈ ਵੀ ਤੁਸੀਂ ਨੌਨ ਸਟਿਕ ਜਿਹੜੇ ਕਾਲਾ ਜਿਹਾ ਉੱਤੇ ਫੇਰਿਆ ਹੁੰਦਾ ਹੈ ਪਲਾਸਟਿਕ ਉਹ ਨਾ ਵਰਤਿਆ ਕਰੋ ਕਰਕੇ ਉਹ ਵੀ ਇੱਕ ਬੜਾ ਖਤਰਨਾਕ ਕੈਮੀਕਲ ਹੈ ਜਿਹੜਾ ਤੁਹਾਡੇ ਅੰਦਰ ਜਮ੍ਹਾਂ ਹੁੰਦਾ ਰਹਿੰਦਾ ਹੌਲੀ ਹੌਲੀ ਤੇ ਜੇ ਤੁਸੀਂ ਫਰਾਈ ਕਰਨਾ ਹੀ ਹੈ ਫੂਡ ਤਾਂ ਤੁਸੀਂ ਉਹ ਵਰਤਿਆ ਕਰੋ ਜਿਹੜਾ ਹੁੰਦੇ ਆ ਪੋਰਸਲਿਨ ਵਾਲੇ ਹਾਂਜੀ ਤੇ ਜਾਂ ਹੁੰਦੇ ਸਟੇਨਲੈਸ ਸਟੀਲ ਵਾਲੇ ਪਤੀਲੇ ਉਹ ਬੈਸਟ ਰਹਿੰਦੇ ਆ ਭਾਜੀ ਥੈਂਕ ਯੂ ਸੋ ਮਚ ਮੈਂ ਹਮੇਸ਼ਾ ਉਮੀਦ ਰੱਖਦਾ ਤੁਸੀਂ ਲਾਭ ਉਠਾਇਆ ਹੋਵੇਗਾ ਸ਼ੋਅ ਦਾ ਬੜੀ ਇੰਟਰਸਟਿੰਗ ਗੱਲਾਂ ਹੁੰਦੀਆਂ ਨੇ ਮੈਂ ਇਹ ਵੀ ਕਹਿੰਦਾ ਅਗਰ ਤੁਹਾਨੂੰ ਬਿਮਾਰੀ ਨਹੀਂ ਵੀ ਹੈਗੀ ਤੁਸੀਂ ਇਸ ਪ੍ਰੋਗਰਾਮ ਦੇਖਿਆ ਕਰੋ ਅਗਰ ਤੁਹਾਨੂੰ ਕੋਈ ਵੀ ਸਿੰਪਟਮਸ ਹੈਗੇ ਨੇ ਅਸੀਂ ਸਿੰਪਟਮ ਵਗੈਰਾ ਗੱਲ ਕਰੀਦੀ ਹਰ ਚੀਜ਼ ਦੀ ਗੱਲ ਕਰੀਦੀ ਹੈ ਬਾਕੀ ਤੁਸੀਂ ਲੱਤਾਂ ਦੇ ਅੱਜ ਜ਼ਿਆਦਾ ਗੱਲਾਂ ਕੀਤੀਆਂ ਜਿਹੜੀ ਬੜੀ ਕਾਮਨ ਲੱਗਦੀ ਬਿਮਾਰੀ ਕਾਫੀ ਲੋਕਾਂ ਨੂੰ ਦੈਟਸ ਰਾਈਟ ਆਪਾਂ ਜਨਰਲੀ ਦੱਸ ਸਕਦੇ ਹਾਂ ਜਨਰਲੀ ਦੱਸ ਸਕਦੇ ਹਾਂਜੀ ਸੋ ਇਹ ਨਹੀਂ ਹੈਗਾ ਵੀ ਅਸੀਂ ਤੁਹਾਨੂੰ ਇੱਥੇ ਦੱਸ ਦਈਏ ਵੀ ਐਗਜ਼ੈਕਟਲੀ ਤੁਹਾਡੀ ਬਿਮਾਰੀ ਆ ਹੈ ਜਾਂ ਤੁਹਾਡਾ ਇਲਾਜ ਇਹ ਆ ਆਪਾਂ ਜਨਰਲੀ ਗੱਲ ਕਰ ਸਕਦੇ ਹਾਂ ਇੱਥੇ ਥੋੜ੍ਹੇ ਜਿਹੇ ਮਿੰਟਾਂ ਵਿੱਚ ਤੇ ਜਿੱਦਾਂ ਹੁਣ ਆਪਾਂ ਕਈ ਕੁਛ ਆਪਾਂ ਸਲਾਈਡਾਂ ਤੇ ਕੀਤਾ ਪਰ ਉਹ ਜਨਰਲੀ ਕੀਤਾ ਕੁਇਕਲੀ ਕੀਤਾ ਤੇ ਕਰਕੇ ਥੋੜਾ ਟਾਈਮ ਹੁੰਦਾ ਪਲੀਜ਼ ਆਪਣਾ ਨੰਬਰ ਜਿਹੜੇ ਦਿੱਤੇ ਉਹਦਾ ਖਿਆਲ ਰੱਖਿਆ ਕਰੋ ਆਪਣੇ ਪਰਿਵਾਰ ਦਾ ਖਿਆਲ ਰੱਖਿਓ ਤੰਦਰੁਸਤ ਰਹੋ ਨੈਕਸਟ ਵੀਕ ਸੇਮ ਟਾਈਮ ਫਿਰ ਮੁਲਾਕਾਤ ਹੋਗੀ ਤੱਕ ਰੱਬ ਰੱਖਾ ਉਸਕੇ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ